ਪ੍ਰੋਗਰਾਮ ਆਪਣੇ ਰੰਗ ਅਨੇਕ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜਗੀਰ ਸਿੰਘ ਕਾਹਲੋਂ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਪਿਆਰੇ ਦਰਸ਼ਕੋ, ਅੱਜ ਅਸੀਂ ਆਪਣੇ ਰੰਗ ਅਨੇਕ ਵਿੱਚ ਇੱਕ ਵੱਖਰਾ ਰੰਗ, ਇੱਕ ਨਿਵੇਕਲਾ ਰੰਗ ਲੈ ਕੇ ਤੁਹਾਡੇ ਲਈ ਆਏ ਹਾਂ। ਅਤੇ ਇਹ ਸ਼ਖਸੀਅਤ ਹੈ, ਨਿਵੇਕਲੇ ਰੰਗ ਵਾਲੀ ਸ਼ਖਸੀਅਤ ਹੈ ਸਰਦਾਰ ਹਰਦਿਆਲ ਸਿੰਘ ਚੀਤਾ ਜੀ। ਤੁਹਾਨੂੰ ਪ੍ਰੋਗਰਾਮ ਵਿੱਚ ਅਸੀਂ ਜੀ ਆਇਆਂ ਕਹਿੰਦੇ ਹਾਂ। ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ। PCHS ਮੀਡੀਆ ਗਰੁੱਪ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਮੇਰੇ ਨਾਲ ਰੂਬਰੂ ਕਰਾ ਰਹੇ ਤੁਹਾਡੇ ਵੱਲੋਂ ਜੀ। ਮੈਂ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਕਹਿੰਦਾ ਜੀ, ਮੇਰੇ ਵੱਲੋਂ ਕਬੂਲ ਕਰੋ ਜੀ। ਚੀਤਾ ਸਾਹਿਬ, ਸਭ ਤੋਂ ਪਹਿਲੀ ਗੱਲ ਅਸੀਂ ਇਹ ਚਾਹਾਂਗੇ ਜੀ ਕਿ ਤੁਸੀਂ ਕਿਉਂਕਿ ਪੰਜਾਬ ਤੋਂ ਆਏ ਹੋ ਜੀ, ਅਤੇ ਪੰਜਾਬ ਦੇ ਵਿੱਚ ਤੁਹਾਡਾ ਕਿਹੜੇ ਇਲਾਕੇ ਦਾ ਪਿਛੋਕੜ ਹੈਗਾ, ਤੁਹਾਡਾ ਬਚਪਨ ਕਿੱਥੇ ਬੀਤਿਆ, ਤੁਹਾਡੇ ਮਾਤਾ ਪਿਤਾ ਜੀ, ਇਹ ਥੋੜ੍ਹਾ ਜਿਹਾ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ। ਜੀ ਜ਼ਰੂਰ। ਇਸ ਤਰ੍ਹਾਂ ਜੀ ਪ੍ਰੋਫੈਸਰ ਸਾਹਿਬ ਕਿ ਜਨਮ ਮੇਰਾ ਜਿਹੜਾ ਕਹਿ ਲਓ ਕਿ ਟਿੱਬਿਆਂ ਵਾਲੇ ਪਿੰਡਾਂ 'ਚ ਬਿੱਲੀ ਚਾਓ ਜੀ, ਜਿਹੜਾ ਕਿ ਕਲਾਰਾਂ ਮੇਨ ਉੱਥੇ ਕਸਬਾ ਪੈਂਦਾ, ਜਿਹੜਾ ਨਕੋਦਰ ਤੋਂ ਹੈ 15-17 ਕਿਲੋਮੀਟਰ ਦੂਰ ਜੀ, ਉਸ ਪਿੰਡ ਵਿੱਚ ਮੇਰਾ ਜਨਮ ਹੋਇਆ ਅਤੇ ਪ੍ਰਾਇਮਰੀ ਉੱਥੇ ਹੀ ਕੀਤੀ। ਫਿਰ ਕੋਟਲਾ ਹੇਰਾ ਮਿਡਲ ਸਕੂਲ ਮੈਂ 8ਵੀਂ ਤੱਕ ਪੜ੍ਹਿਆ ਜੀ। ਫਿਰ ਹਾਈ ਸਕੂਲ ਜਿਹੜੀ ਸੀ ਉਹ ਹਾਈ ਸਕੂਲ ਕਲਾਰਾਂ, ਉੱਥੋਂ ਮੈਂ ਪੜ੍ਹਿਆ। ਠੀਕ ਹੈ। ਉਸ ਤੋਂ ਬਾਅਦ DAV ਕਾਲਜ ਨਕੋਦਰ, ਉੱਥੇ BA, ਅਤੇ ਫਿਰ ਉਸ ਤੋਂ ਬਾਅਦ ਸਬੱਬ ਬਣਿਆ ਕਿ ਅਸੀਂ ਦੁਆਬਾ ਕਾਲਜ ਜਲੰਧਰ MA ਇਕਨੋਮਿਕਸ ਦੀ ਮੈਂ ਕੀਤੀ ਜੀ। ਠੀਕ ਹੈ ਜੀ। ਅਤੇ ਆਪਣੇ ਪਰਿਵਾਰ ਬਾਰੇ ਕੁਛ ਚਾਨਣਾ ਪਾਓ। ਪਰਿਵਾਰ ਬਾਰੇ ਜੀ, ਮਾਤਾ ਪਿਤਾ ਸਰਦਾਰ ਮੇਹਰ ਸਿੰਘ ਚੀਤਾ, ਪ੍ਰੀਤਮ ਕੌਰ ਜੀ ਚੀਤਾ ਸਾਡੇ ਮਾਤਾ ਜੀ, ਅਨਫੋਰਚੂਨੇਟਲੀ ਦੋਵੇਂ ਸਾਡੇ ਕੋਲੋਂ ਸਾਨੂੰ ਛੱਡ ਗਏ। ਪਰ ਅਸੀਂ 4 ਭਰਾ, ਅਤੇ ਕਿਉਂਕਿ ਉਦੋਂ ਇਹ ਵੀ ਗੱਲ ਸੀ ਕਿ ਜ਼ਮਾਨਾ ਹੁੰਦਾ ਸੀ ਵੱਡੇ ਪਰਿਵਾਰਾਂ ਦਾ ਜੀ। 4 ਭੈਣਾਂ ਸਾਡੀਆਂ, 4 ਭਰਾ ਅਸੀਂ ਜੀ, ਅਤੇ 3 ਬ੍ਰਦਰ ਅਸੀਂ ਇੱਥੇ ਹੈਗੇ ਹਾਂ ਜੀ। ਇੱਕ ਸਾਡੇ ਉੱਥੇ ਬ੍ਰਦਰ ਅਜੇ ਨਕੋਦਰ, ਕਿਉਂਕਿ ਉਸ ਤੋਂ ਬਾਅਦ ਅਸੀਂ ਪਿੰਡ ਤੋਂ ਫਿਰ ਉੱਠ ਕੇ ਨਕੋਦਰ ਆ ਗਏ ਸੀਗੇ। ਹੁਣ ਨਕੋਦਰ ਹੀ ਆਪਣੀ ਰਿਹਾਇਸ਼ ਹੈਗੀ ਆ, ਅਤੇ ਛੋਟਾ ਬ੍ਰਦਰ ਉੱਥੇ ਰਹਿੰਦੇ ਹੈਗੇ ਜੀ। ਮੈਂ ਮਹਿਸੂਸ ਕਰ ਰਿਹਾ ਸੀਗਾ ਕਿ ਤੁਸੀਂ ਜਦੋਂ ਆਪਣੇ ਭੈਣ ਭਰਾਵਾਂ ਦੀ ਗੱਲ ਕਰ ਰਹੇ ਸੀਗੇ ਤੇ ਥੋੜ੍ਹੀ ਜਿਹੀ ਝਿਜਕ ਤੁਹਾਡੇ ਵਿੱਚ ਆ ਰਹੀ ਸੀਗੀ। ਇਹ ਕੋਈ ਵਰਤਾਰਾ ਜਿਹੜਾ ਜੀ ਉਹ ਸੀਗਾ, ਉਦੋਂ 4-5 ਭੈਣ ਭਰਾਵਾਂ ਤੋਂ ਘੱਟ ਕੋਈ ਪਰਿਵਾਰ ਦੇ ਵਿੱਚ ਹੁੰਦੇ ਹੀ ਨਹੀਂ ਸੀਗੇ। ਸੋ ਇਹ ਬੜੀ ਕੁਦਰਤੀ ਗੱਲ ਆ ਕਿ ਤੁਹਾਡਾ ਵੀ ਪਰਿਵਾਰ ਜਿਹੜਾ ਉਹ ਉਸ ਸਮੇਂ ਦੇ ਮੁਤਾਬਕ ਚੰਗਾ ਪਰਿਵਾਰ ਸੀਗਾ। ਤੇ ਮੈਂ ਵਿੱਚ ਇੱਕ ਗੱਲ ਇਹ ਜੋੜਨ ਲੱਗਾ ਸੀ ਕਿ ਮੈਂ ਨਾ ਜਦੋਂ ਹੁਣ ਬੱਚਿਆਂ ਨਾਲ ਵੀ ਗੱਲ ਕਰਦਾ, ਮੈਂ ਕਿਹਾ ਵੀ ਪਰਿਵਾਰ ਵੱਡੇ ਹੋਣੇ ਚਾਹੀਦੇ। ਜਿਹੜੇ ਹੁਣ ਸਾਡੇ ਈਵਨ 2 ਬੱਚੇ ਆ ਨਾ, ਅਸੀਂ ਥੋੜ੍ਹੇ ਜਿਹੇ ਮਤਲਬ ਚਲੋ ਇਸ ਏਜ ਵਿੱਚ ਆ ਕੇ ਜਾਂ ਹੋਰ 5-7 ਸਾਲਾਂ ਤੱਕ ਅਸੀਂ ਥੋੜ੍ਹੇ ਜਿਹੇ ਆਈਸੋਲੇਟ ਜਿਹੇ ਹੋਣ ਨੂੰ ਫਿਰਦੇ ਹਾਂ। ਅਤੇ ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਜ਼ਰੂਰ ਇੱਕ ਥੋੜ੍ਹਾ ਜਿਹਾ ਲੇਟ ਵੀ ਇੱਕ ਬੱਚਾ ਹੋਵੇ ਜਾਂ 2 ਬੱਚੇ ਹੋਣ। ਨਹੀਂ, ਉਹਦੇ 'ਚ ਦੇਖੋ ਚੀਤਾ ਸਾਹਿਬ, ਇਹ ਆ ਨਾ ਕਿ ਉਹਨਾਂ ਦੇ ਬੱਚੇ ਹੋ ਜਾਣੇ ਆ, ਤੁਹਾਡੇ ਬੱਚਿਆਂ ਦੇ ਬੱਚੇ, ਉਹ ਤੁਹਾਡੇ ਜਿਹੜੇ ਗ੍ਰੈਂਡ ਚਿਲਡਰਨ, ਜਿਨ੍ਹਾਂ ਨੂੰ ਸਾਡੇ ਪੰਜਾਬੀ ਕਲਚਰ ਦੇ ਵਿੱਚ ਕਹਿੰਦੇ ਆ ਵਿਆਜ, ਮੂਲ ਆਪਣੇ ਬੱਚੇ ਆ, ਤੇ ਉਸ ਤੋਂ ਗਾਂਹ ਜਿਹੜੇ ਆ ਉਹਨਾਂ ਦੇ ਬੱਚੇ, ਉਹ ਸਾਡਾ ਵਿਆਜ ਆ, ਤੇ ਵਿਆਜ ਨਾਲ ਜਿਹੜਾ ਪਿਆਰ ਪੈ ਜਾਂਦਾ ਹੈਗਾ। ਅਤੇ ਬਾਕੀ ਇਹ ਗੱਲ ਤੁਹਾਡੀ ਠੀਕ ਆ ਕਿ ਅਸੀਂ ਪੰਜਾਬ ਤੋਂ ਆਉਣ ਵਾਲੇ, ਜਿਹੜੇ ਪੰਜਾਬ ਤੋਂ ਆਉਣ ਵਾਲੇ ਲੋਕ ਆ ਜਾਂ ਭਾਰਤ ਤੋਂ ਆਉਣ ਵਾਲੇ ਲੋਕ, ਅਸੀਂ ਪਰਿਵਾਰ ਦੇ ਵਿੱਚ ਰੌਣਕ ਚਾਹੁੰਦੇ ਹਾਂ, ਅਤੇ ਰੌਣਕ ਜਿਹੜੀ ਆ ਉਹ ਪਰਿਵਾਰ ਦੇ ਜੀਆਂ ਨਾਲ ਹੁੰਦੀ ਆ। ਪਰੰਤੂ ਜਿਹੜੀ ਸਾਡੀ ਇਹ ਸੁਸਾਇਟੀ ਹੈਗੀ ਆ ਜਿੱਥੇ ਕੈਨੇਡਾ ਦੇ ਵਿੱਚ ਅਸੀਂ ਰਹਿ ਰਹੇ ਹਾਂ, ਇਹ ਮਤਲਬ ਕਿ ਯਾਨੀ ਛੋਟੇ ਪਰਿਵਾਰਾਂ ਵਾਲੀ ਹੈਗੀ ਆ। ਔਰ ਇਹਦੇ 'ਚ ਤਾਂ ਚੀਤਾ ਸਾਹਿਬ ਹੁਣ ਇਹ ਵੀ ਆ ਰਿਹਾ ਹੈਗਾ ਕਿ ਜਿਹੜੇ ਨੌਜਵਾਨ ਆ, ਯੰਗ ਕੁੜੀਆਂ ਮੁੰਡੇ, ਉਹ ਪਰਿਵਾਰ ਪੈਦਾ ਕਰਕੇ ਰਾਜੀ ਨਹੀਂ, ਮਤਲਬ ਸੋਚਦੇ ਨਹੀਂ। ਪ੍ਰਵਿਰਤੀ ਜਿਹੜੀ ਆ ਜਾਂ ਉਹਨਾਂ ਦੀ ਜਿਹੜੀ ਥਿੰਕਿੰਗ ਹੈਗੀ ਆ, ਸੋਚਣੀ ਆ, ਉਹ ਮਤਲਬ ਇਹ ਸਿਸਟਮ ਹੀ ਸਾਨੂੰ ਇਕੱਲੇ ਕਰ ਦਿੰਦਾ ਹੈਗਾ। ਤੇ ਇਹ ਮਤਲਬ ਗੱਲ ਚੋਂ ਗੱਲ ਨਿਕਲ ਆਉਂਦੀ ਹੈਗੀ ਆ ਬਈ ਸਾਡੇ ਵੱਡੇ ਪਰਿਵਾਰ ਸੀਗੇ, ਰੌਣਕਾਂ ਸੀਗੀਆਂ। ਅਸਲ ਦੇ ਵਿੱਚ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਜਿਸ 'ਚੋਂ ਅਸੀਂ ਆਏ ਹਾਂ, ਉਹ ਜਗੀਰੂ ਕਦਰਾਂ ਕੀਮਤਾਂ ਵਾਲਾ ਸੱਭਿਆਚਾਰ ਆ, ਜਿਹਦੇ 'ਚ ਜ਼ਿਆਦਾ ਜੀ ਹੁੰਦੇ ਸੀਗੇ।
ਪਰਿਵਾਰ ਵੱਡੇ ਹੁੰਦੇ ਸੀਗੇ, ਪਰਿਵਾਰਾਂ ਦੀ ਸਾਂਝ ਹੁੰਦੀ ਸੀਗੀ, ਇੱਕ ਦੂਜੇ ਨਾਲ ਮੇਲ ਮਿਲਾਪ ਹੁੰਦਾ ਸੀਗਾ। ਇਹ ਜਿਹੜੀ ਸੁਸਾਇਟੀ ਹੈਗੀ ਆ ਇਹ ਜਿਹੜੀ ਆ ਜੀ ਇਹ ਇੰਡਸਟਰੀਲਾਈਜ਼ਡ ਹੋ ਗਈ। ਇਹਦੇ 'ਚ ਮਤਲਬ ਜਿਹੜੀ ਆ ਸੁਸਾਇਟੀ ਬਹੁਤ ਕੁਛ ਜਿਹੜੀ ਮਹਿਦੂਦ ਜਿਹਾ ਹੋ ਗਿਆ। ਇਹਦੇ ਜਿਹੜੇ ਰਿਸ਼ਤੇ ਨਾਤੇ ਆ ਉਹ ਡਿਫਰੈਂਟ ਹੈਗੇ ਆ। ਇਹ ਮਸ਼ੀਨੀ ਯੁੱਗ ਦੀ ਸੁਸਾਇਟੀ ਆ ਗਈ ਆ ਜੀ। ਸੋ ਇਸ ਕਰਕੇ ਇਹ ਗੱਲਾਂ ਜਿਹੜੀਆਂ ਉਹ ਹੋਣੀਆਂ ਸੀਗੀਆਂ ਜੀ। ਤੇ ਤੁਸੀਂ ਫਿਰ ਪੋਸਟ ਗ੍ਰੈਜੂਏਸ਼ਨ ਕਰ ਲਈ ਦੁਆਬਾ ਕਾਲਜ ਜਲੰਧਰ ਤੋਂ। ਫਿਰ ਕੀ ਉਸ ਤੋਂ ਬਾਅਦ ਕੋਈ? ਉਸ ਤੋਂ ਬਾਅਦ ਬਿਜ਼ਨਸ ਮੈਨੇਜਮੈਂਟ ਦਾ ਮੈਂ ਡਿਪਲੋਮਾ ਕੀਤਾ। ਵਾਓ। ਉਹ ਕਿੱਥੋਂ ਕੀਤਾ? ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉੱਥੇ ਅੰਮ੍ਰਿਤਸਰ ਤੋਂ ਹੀ ਕੀਤਾ। ਕਿਉਂਕਿ ਦੁਆਬਾ ਕਾਲਜ ਉਹ ਰਾਤ ਦੀਆਂ ਕਲਾਸਾਂ ਹੁੰਦੀਆਂ ਸੀਗੀਆਂ। ਠੀਕ ਹੈ। ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ। ਠੀਕ ਹੈ। ਉਹ ਮੈਂ ਕੀਤਾ ਸੀਗਾ ਜੀ। ਠੀਕ ਹੈ। ਤੇ ਉਸ ਤੋਂ ਬਾਅਦ ਅਸਲ 'ਚ ਉਦੋਂ ਇਹ ਸੀਗਾ ਕਿ ਕੋਈ ਜੋਬ, ਪਹਿਲਾਂ ਜੋਬ ਵੱਲ ਦੇਖਦੇ ਰਹੇ ਪਰ ਜੋਬ ਦਾ ਕੋਈ ਨਾ ਸਬੱਬ ਬਣਿਆ ਕਿਉਂਕਿ ਕਾਫੀ ਉਦੋਂ ਵੀ ਬੇਰੁਜ਼ਗਾਰੀ ਅੱਜ ਵਾਂਗੂ ਹੀ। ਤੇ ਪਰ ਫਿਰ ਆਪਣਾ ਕਾਰੋਬਾਰ, ਕਿਉਂਕਿ ਸਾਡੇ ਜੱਦੀ ਪੁਸ਼ਤੀ ਇਹ ਸੀਗਾ ਸਾਡਾ ਕਿ ਉੱਥੇ ਬਿਲਡਿੰਗ ਕੰਟਰੈਕਟਰ ਸਾਡੇ ਫਾਦਰ ਸਾਹਿਬ ਗਵਰਨਮੈਂਟ ਕੰਟਰੈਕਟਰ ਸੀ ਬਿਲਡਿੰਗ ਰੋਡ ਦਾ। ਅੱਛਾ। ਤੇ ਅਸੀਂ ਫਿਰ ਉਸੇ ਫੀਲਡ ਵਿੱਚ ਹੀ ਇੱਧਰ ਨੂੰ ਆ ਗਏ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਦੁਬਈ ਆਉਣਾ ਹੋ ਗਿਆ ਕਿਉਂਕਿ ਉਹਨਾਂ 'ਚ ਉਹ ਜ਼ਮਾਨੇ ਦੁਬਈ ਵਗੈਰਾ ਕਾਫੀ ਆਪਣੇ ਮਿਡਲ ਈਸਟ ਬਹੁਤ ਆਈ ਜੀ। 15 ਸਾਲ ਦੁਬਈ 'ਚ ਰਹੇ ਮੈਂ। ਅੱਛਾ। ਉਸ ਤੋਂ ਬਾਅਦ ਫਿਰ 2005 'ਚ ਇੱਥੇ ਕੈਨੇਡਾ ਆਉਣ ਦਾ। ਕੈਨੇਡਾ ਦੇ ਵਿੱਚ ਤੁਸੀਂ 2005 'ਚ ਇੱਥੇ ਮੈਂ। ਤੇ ਇੱਥੇ 5 'ਚ ਆ ਕੇ ਫਿਰ ਇੱਥੇ ਕੀ ਕਾਰੋਬਾਰ ਕੀਤਾ? ਅਸਲ 'ਚ ਇਹੀ ਫਿੱਟ ਬੈਠਾ ਕਿ ਅਸੀਂ ਕੰਸਟਰਕਸ਼ਨ ਦਾ ਹੀ ਕਾਰੋਬਾਰ ਕਰ ਰਹੇ ਹਾਂ ਜਿਉਂ ਆਏ ਹਾਂ। ਤੇ ਕਿਉਂਕਿ ਇੱਕ ਤਾਂ ਉਹਦੇ 'ਚ ਮਹਾਰਤ ਹੁੰਦੀ ਆ, ਦੂਜਾ ਨਵੇਂ ਥਾਂ ਆਣ ਕੇ ਅਸੀਂ ਫਿਰ ਜ਼ੀਰੋ ਤੋਂ ਸਟਾਰਟ ਹੋਈਏ। ਇੱਕ ਤਾਂ ਵੈਸੇ ਜ਼ੀਰੋ ਤੋਂ ਸਟਾਰਟ ਹੋਣਾ ਪੈਂਦਾ, ਦੂਜਾ ਕੰਮ ਵੱਲੋਂ ਵੀ ਜੇ ਲਾਈਨ ਬਦਲੀਏ ਤੇ ਫਿਰ ਥੋੜ੍ਹਾ ਜਿਹਾ ਹੋਰ ਜ਼ਿਆਦਾ ਔਖਾ ਹੋ ਜਾਂਦਾ। ਠੀਕ ਹੈ। ਤੇ ਇਸ ਕਰਕੇ ਪਹਿਲਾਂ ਮੈਂ ਆਇਆ ਸੀ ਮੌਂਟਰੀਅਲ ਤੋਂ ਫਿਰ ਉੱਥੇ ਥੋੜ੍ਹੀ ਜਿਹੀ ਭਾਸ਼ਾ ਦੀ ਸੀ ਪ੍ਰੋਬਲਮ, ਫ੍ਰੈਂਚ ਜ਼ਿਆਦਾ ਸੀ। ਅੱਛਾ। ਤੇ ਫਿਰ ਇੱਥੇ ਪੰਜਾਬੀਆਂ ਦੇ ਗੜ੍ਹ 'ਚ ਮੈਂ ਆ ਗਿਆ। ਤੇ 2005 ਤੋਂ ਫਿਰ 2006 ਨੂੰ ਅਸੀਂ ਆਪਣੀ ਕੰਪਨੀ ਸ਼ੁਰੂ ਕੀਤੀ 13 ਸਤੰਬਰ ਨੂੰ। ਉਹਦਾ ਵੀ ਜਨਮ ਦਿਹਾੜਾ ਉਹਦਾ ਵੀ ਆਉਣ ਵਾਲਾ ਸਾਡਾ। ਹਾਂਜੀ। ਠੀਕ ਹੈ। ਤੇ ਮੈਂ ਵਿੱਚ ਗੱਲ ਜੋੜ ਦਵਾਂ, ਹਾਲਾਂਕਿ ਚਲੋ ਠੀਕ ਸੀ ਸਾਰਾ ਕੁਛ, ਪਰ ਮੈਂ $35 ਨਾਲ ਇੱਥੇ ਉਹ ਆਪਣੀ ਕੰਪਨੀ ਸ਼ੁਰੂ ਕੀਤੀ। ਮਤਲਬ ਉਦੋਂ ਮੇਰੀ ਜੇਬ 'ਚ $35 ਸੀਗੇ। ਅੱਛਾ ਜੀ। ਤੇ ਜਿੱਥੇ ਮੈਂ ਕੰਮ ਕਰਦਾ ਸੀ ਪੈਸੇ ਲੈਣ ਵਾਲੇ ਸੀ ਪਰ ਨਹੀਂ, ਮਤਲਬ ਚਲੋ ਨਹੀਂ ਮਿਲੇ। ਖੈਰ ਮੈਂ ਉਹਨੂੰ ਵੀ ਨਹੀਂ ਦੋਸ਼ ਦਿੰਦਾ, ਉਹਦੇ 'ਚ ਵੀ ਇੱਕ ਸਬਕ ਮਿਲ ਜਾਂਦਾ ਹੈ ਨਾ। ਠੀਕ ਹੈ। ਤੇ ਪਰ ਗੱਡੀ ਮੈਨੂੰ ਛੋਟਾ ਵੀਰ ਦੇ ਗਿਆ ਸੀ ਇੱਥੇ। ਅੱਛਾ। ਤੇ ਇੰਨੇ ਨਾਲ ਹੀ ਉਹ ਕੰਮ ਦੀ ਸ਼ੁਰੂਆਤ ਹੋਈ। ਤੇ ਬਾਕੀ ਇਹ ਹੈ ਕਿ ਮਿਹਨਤ ਕੀਤੀ ਤੇ ਹੁਣ ਤੱਕ ਚਲੋ ਬੜੀ ਗੁਰੂ ਮਹਾਰਾਜ ਦੀ ਕਿਰਪਾ, ਸਾਰੇ ਸੱਜਣ ਮਿੱਤਰ ਬੜਾ ਸਹਿਯੋਗ ਕਰ ਰਹੇ ਹੈਗੇ ਆ ਤੇ ਠੀਕ ਚੱਲ ਰਿਹਾ ਕੰਮ। ਹਾਂਜੀ। ਇਹਦੇ 'ਚ ਫਿਰ ਚੀਤਾ ਸਾਹਿਬ ਤੁਸੀਂ ਜਿਹੜਾ ਕੈਨੇਡੀਅਨ ਸਿਸਟਮ ਆ ਜੀ, ਭਾਵੇਂ ਅਸੀਂ ਪਹਿਲਾਂ ਜਿਹੜੀ ਗੱਲ ਕਰ ਰਹੇ ਸੀਗੇ ਕਿ ਅਸੀਂ ਜਗੀਰਦਾਰੀ ਸਮਾਜ ਦੇ ਵਿੱਚੋਂ ਪੂੰਜੀਵਾਦੀ ਸਮਾਜ ਦੇ ਵਿੱਚ ਆ ਗਏ ਆ ਜੀ, ਤੇ ਇਹਦੇ 'ਚ ਤੁਹਾਨੂੰ ਤੇ ਜਾਪਦਾ ਹੋਏਗਾ ਨਾ ਵੀ ਹੁਣ $35 ਨਾਲ ਤੁਸੀਂ ਕੰਪਨੀ ਸ਼ੁਰੂ ਕਰ ਲਈ ਜੀ। ਤੇ ਮੇਰਾ ਖਿਆਲ ਆ ਵੀ ਇਹ ਇੱਕ ਕਾਫੀ ਇਸ ਸਿਸਟਮ ਦੀ ਪੋਜ਼ਿਟਿਵ ਦੇਣ ਹੈਗੀ ਆ। ਬਿਲਕੁਲ। ਕਿ ਤੁਸੀਂ ਥੋੜੀ ਜਿਹੀ ਪੂੰਜੀ ਨਾਲ ਜਿਹੜੀ ਕਿ ਤੁਸੀਂ ਬੈਕ ਹੋਮ ਨਹੀਂ ਇਮੈਜਿਨ ਕਰ ਸਕਦੇ ਕਿ ਤੁਸੀਂ $35 ਨਾਲ ਕੋਈ ਕੰਪਨੀ ਸ਼ੁਰੂ ਕਰ ਲਓ। ਤੇ ਇੱਥੇ ਤੁਸੀਂ ਇਹ $35 ਨਾਲ ਸ਼ੁਰੂ ਕਰ ਲਈ। ਮਤਲਬ ਕਿ ਜਿਹੜਾ ਇੱਥੇ ਓਨਟਾਰੀਓ ਦੇ ਵਿੱਚ ਤੁਸੀਂ ਦੇਖਿਆ ਹੋਣਾ, ਉੱਥੇ ਗੱਡੀਆਂ ਦੇ ਪਿੱਛੇ ਜਿਹੜੀ ਨੰਬਰ ਪਲੇਟ ਆ ਉਹਦੇ ਤੇ ਲਿਖਿਆ ਹੁੰਦਾ ਯੂਅਰਸ ਟੂ ਡਿਸਕਵਰ। ਹਾਂਜੀ। ਕਿ ਤੁਸੀਂ ਆਪਣੇ ਆਪ ਦੀ ਖੋਜ ਕਰ ਲਓ, ਜਾਂ ਇਦਾਂ ਕਹਿੰਦੇ ਆ ਵੀ ਕੈਨੇਡਾ ਇਜ਼ ਕੰਟਰੀ ਆਫ ਓਪਰਚੁਨਿਟੀਜ਼, ਕਿ ਇਹ ਮੌਕੇ ਦੇਣ ਵਾਲਾ ਦੇਸ਼ ਹੈਗਾ। ਤੇ ਤੁਸੀਂ ਚੀਤਾ ਸਾਹਿਬ ਨਾਲ ਜਿਹੜੀਆਂ ਸੰਸਥਾਵਾਂ ਆ ਜੀ, ਜਿੱਦਾਂ ਸਾਹਿਤਕ ਸੰਸਥਾ ਕਲਮਾਂ ਦੀ ਸਾਂਝ ਤੁਸੀਂ ਚਲਾਉਂਦੇ ਹੋ, ਅੰਤਰਰਾਸ਼ਟਰੀ ਸਰਬ ਸਾਂਝਾ ਕਵੀ ਦਰਬਾਰ ਦੇ ਵਿੱਚ ਵੀ ਤੁਸੀਂ ਜਨਰਲ ਸਕੱਤਰ ਹੋ, ਫਿਰ ਰਾਮਗੜੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਦੇ ਵਿੱਚ ਵੀ ਤੁਹਾਡਾ ਵੱਡਾ ਦਖਲ ਆ। ਮਤਲਬ ਕਿ ਲਗਭਗ ਸਾਰੀਆਂ ਸੰਸਥਾਵਾਂ ਦੇ ਵਿੱਚ ਤੁਸੀਂ ਜਨਰਲ ਸਕੱਤਰ ਦਾ ਜਿਹੜਾ ਵੱਡਾ ਰੋਲ ਹੁੰਦਾ ਉਹ ਨਿਭਾਉਂਦੇ ਹੋ। ਔਰ ਬਾਕੀ ਜਿਹੜੀਆਂ ਸਾਹਿਤਕ ਸੰਸਥਾਵਾਂ ਆ ਉਹਨਾਂ ਦੇ ਵਿੱਚ ਵੀ ਤੁਹਾਡੀ ਸਰਗਰਮੀ ਆ। ਆਮ ਤੌਰ 'ਤੇ ਤੁਸੀਂ ਆਉਂਦੇ ਜਾਂਦੇ ਆ, ਉਹਨਾਂ ਦੇ ਵਿੱਚ ਪਾਰਟੀਸਪੇਟ ਕਰਦੇ ਆ। ਇਹ ਜਿਹੜੀ ਕਵਿਤਾ ਦੀ ਸਾਂਝ ਹੈਗੀ ਆ, ਜਿਹੜੀ ਸਾਹਿਤ ਦੀ ਲਗਨ ਆ, ਇਹ ਤੁਹਾਨੂੰ ਚੀਤਾ ਸਾਹਿਬ ਕਿੱਥੋਂ ਲੱਗੀ ਆ? ਮੈਂ ਸਮਝਦਾ ਕਿ ਬਚਪਨ ਤੋਂ ਹੀ, ਕਿਉਂਕਿ ਜਦੋਂ ਮੈਂ ਪੜ੍ਹਦਾ ਸੀ
ਮੇਰੇ ਮਾਸਟਰ ਜੀ ਸਤਿਕਾਰਯੋਗ ਬਹੁਤ ਕੰਵਰ ਇਮਤਿਆਜ਼। ਅੱਛਾ ਜੀ। ਹਾਂਜੀ, ਮੈਂ ਉਹਨਾਂ ਕੋਲੋਂ ਥੋੜੀ ਜੀ ਇੱਕ ਵਾਰੀ ਮੈਂ ਬਾਈ ਚਾਂਸ ਸੀ, ਉਹ ਬਹੁਤ ਵਧੀਆ ਲਿਖਦੇ ਹੁੰਦੇ ਸੀ। ਉਹਨਾਂ ਦੇ ਇੱਕ ਨਾਗਮਣੀ ਵਿੱਚ ਵੀ ਉਹਨਾਂ ਦੀਆਂ ਉਹ ਸ਼ਬਦਾਂ ਹੁੰਦੀਆਂ ਸੀਗੀਆਂ, ਤੇ ਉਹਨਾਂ ਨੇ ਮੈਨੂੰ ਚੇਟਕਸ ਚ ਲਾਈ। ਅੱਛਾ। ਤੇ ਇੱਕ ਦਿਨ ਮੈਂ ਬਾਈ ਚਾਂਸ ਸੀ, ਜਦੋਂ ਛੁੱਟੀ ਦਾ ਟਾਈਮ, ਮੈਂ ਬਹੁਤ ਦਿਨ ਸੋਚਦਾ ਰਿਹਾ, ਮੈਂ ਕਿਹਾ ਮੈਂ ਇਹਨਾਂ ਨੂੰ ਪੁੱਛਾਂ ਵੀ ਲਿਖਦੇ ਕਿੱਦਾਂ, ਤੁਸੀਂ ਕੀ ਲਿਖੀਦਾ ਹੈ ਨਾ। ਅੱਛਾ ਅੱਛਾ। ਤੇ ਮੈਂ ਮਤਲਬ ਆਪਣੇ ਅੰਦਰ ਘੁਲਦਾ ਰਿਹਾ ਵੀ ਮੈਂ ਪੁੱਛਾਂ, ਅੱਜ ਪੁੱਛਾਂ, ਕੱਲ ਪੁੱਛਾਂ। ਅਖੀਰ ਇੱਕ ਦਿਨ ਮੈਂ ਜਿਗਰਾ ਕੱਢ ਕੇ ਮੈਂ ਕਿਹਾ ਮਾਸਟਰ ਜੀ ਆਪਾਂ ਲਿਖੀਦਾ ਕਿੱਦਾਂ ਹੈ ਨਾ ਕੋਈ। ਉਹ ਕਹਿੰਦੇ ਕਾਕਾ ਜੋ ਤੇਰੇ ਦਿਲ 'ਚ ਹੈਗਾ ਉਹ ਲਿਖੋ, ਬਸ ਸਿੰਪਲ ਗੱਲ। ਤੇ ਬਸ ਉਦੋਂ ਤੋਂ ਲੈ ਕੇ ਜੋ ਛੋਟੀ ਮੋਟੀ ਗੱਲ, ਤੇ ਈਵਨ ਕਈ ਵਾਰੀ ਹੁਣ ਇੱਥੇ ਜਦੋਂ ਆਪਾਂ ਆਏ ਹਾਂ, ਛੋਟੀ ਛੋਟੀ ਘਟਨਾ ਵੇਖ ਕੇ ਵੀ ਆਪਾਂ ਨੂੰ ਪਤਾ ਲੱਗ ਜਾਂਦਾ, ਉਹਦੇ ਤੋਂ ਹੀ ਕੋਈ ਨਾ ਕੋਈ ਗੱਲ ਉੱਤਰ ਆਉਂਦੀ ਹੈ, ਜਿਹੜੀ ਉਹ ਛੋਟੀ ਮੋਟੀ ਕਵਿਤਾ ਬਣ ਜਾਂਦੀ ਹੈ। ਤੇ ਅਸਲ ਦੇ ਵਿੱਚ ਇਹ ਜਜ਼ਬਾ ਜਿਹੜਾ ਇਹ ਤੁਹਾਡੇ ਮਨ 'ਚ ਸੀਗਾ ਕਿ ਮੈਂ ਕੁਝ ਲਿਖਾਂ। ਹਾਂਜੀ ਹਾਂਜੀ। ਕਿਉਂਕਿ ਤੁਸੀਂ ਇੱਕ ਲੇਖਕ ਹੋਣ ਦੇ ਤੌਰ ਤੇ ਸਮਝਦੇ ਹੋ, ਜਾਣਦੇ ਹੋ ਕਿ ਹਰ ਬੰਦਾ ਜਿਹੜਾ ਹੈ ਨਾ, ਹਾਂਜੀ, ਉਹ ਲੇਖਕ ਹੈ ਤੇ ਸ਼ੁਰੂ 'ਚ ਉਹ ਪਹਿਲਾਂ ਕਵੀ ਬਣਦਾ ਹੈ। ਜੀ। ਜਦੋਂ ਉਹਨੂੰ ਜ਼ਿੰਦਗੀ ਦੀ ਸਮਝ ਲੱਗਣ ਲੱਗਦੀ ਆ, ਜਾਂ ਜਦੋਂ ਉਹਨੂੰ ਇੱਕ ਕਰੂੰਬਲ ਫੁੱਟਦੀ ਆ, ਜਿੱਦਾਂ ਉਹਨੂੰ ਕਹਿੰਦੇ ਚੇਤਰ ਚੜ੍ਹਨਾ ਜ਼ਿੰਦਗੀ ਦਾ, ਜਿਹਦੇ ਵਿੱਚ ਤੁਸੀਂ ਜਵਾਨ ਹੋ ਰਹੇ ਹੁੰਦੇ ਹੋ, ਤੇ ਫਿਰ ਤੁਹਾਡਾ ਉਡੂ ਜੀ ਜਿਹੜਾ ਤੁਹਾਡਾ ਉਹ ਉਡੂ ਕਰਦਾ। ਤੇ ਇਹ ਤੁਹਾਡੇ ਸੀਗਾ, ਤੁਹਾਡਾ ਜਜ਼ਬਾ ਸੀਗਾ, ਪਰ ਤੁਹਾਨੂੰ ਇਹ ਨਹੀਂ ਪਤਾ ਸੀਗਾ ਕਿ ਮੈਂ ਇਹ ਕਿਵੇਂ ਪ੍ਰਗਟ ਕਰਾਂ। ਹਾਂਜੀ ਹਾਂਜੀ। ਤੇ ਉਹ ਕੰਵਰ ਇਮਤਿਆਜ਼, ਉਹ ਵਾਹਿਗੁਰੂ ਉਹਨਾਂ ਨੂੰ ਸਵਰਗਾਂ 'ਚ ਵਾਸਾ ਦੇਵੇ, ਉਹ ਹੁਣ ਦੁਨੀਆ 'ਚ ਨਹੀਂ ਰਹੇ। ਬੜਾ ਸੋਹਣਾ ਲਿਖਦੇ ਸੀਗੇ ਔਰ ਬੜਾ ਮਿੱਠਾ ਮਿੱਠਾ ਬੋਲਦੇ ਸੀਗੇ ਜੀ, ਬਹੁਤ ਬਹੁਤ। ਤੇ ਇਹ ਇੱਕ ਅਧਿਆਪਕ, ਅੱਜ ਕਿਉਂਕਿ ਅਧਿਆਪਕ ਦਿਵਸ ਵੀ ਆ, ਹਾਂਜੀ ਹਾਂਜੀ, ਉਹਨਾਂ ਨੂੰ ਆਪਾਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਆ। ਤੇ ਇਸ ਅਧਿਆਪਕ ਦਿਵਸ ਦੇ ਉੱਤੇ ਜਿਹੜੇ ਅਧਿਆਪਕ ਆ, ਉਹਨਾਂ ਨੂੰ ਵਧਾਈ ਵੀ ਦਿੰਦੇ ਆ, ਦੁਨੀਆ ਭਰ ਦੇ ਅਧਿਆਪਕਾਂ ਨੂੰ ਵਧਾਈ ਦਿੰਦੇ ਆ। ਔਰ ਇਹ ਜਿਹੜਾ ਉਹਨਾਂ ਦਾ ਰੁਤਬਾ ਹੈਗਾ ਉਹ ਹੋਰ ਉੱਚਾ ਹੋਵੇ। ਉਹ ਤੁਹਾਡੇ ਵਰਗੇ ਜਿਹੜੇ ਵਿਦਿਆਰਥੀ ਆ, ਉਹਨਾਂ ਨੂੰ ਸ਼ਾਇਰੀ ਦੀ ਗੁੜਤੀ ਵੀ ਦੇਣ, ਸਾਂਝੇ ਕੰਮਾਂ ਦੀ, ਸੋਸ਼ਲ ਵਰਕ ਦੀ ਗੁੜਤੀ ਵੀ ਦੇਣ। ਸੋ ਇਹਦਾ ਮਤਲਬ ਇਹ ਕਿ ਤੁਸੀਂ ਪਹਿਲਾਂ ਹੀ ਤੁਹਾਡੇ ਮਨ ਦੇ ਵਿੱਚ ਜਜ਼ਬਾ ਸੀਗਾ, ਪਰ ਜਿਹੜੀ ਲਿਖਣ ਦੀ ਜਾਂਚ ਹੈਗੀ ਆ, ਹਾਂਜੀ, ਕਿਵੇਂ ਲਿਖਣਾ ਆ, ਉਹ ਤੁਹਾਨੂੰ ਕੰਵਰ ਇਮਤਿਆਜ਼ ਹੋਰਾਂ ਨੇ ਦੱਸਿਆ। ਹਾਂਜੀ, ਪਹਿਲੀ ਸਮਝੋ ਉਹਨਾਂ ਨੇ ਮੈਨੂੰ ਇਹ ਦੱਸਿਆ ਵੀ ਬਸ ਪਹਿਲਾ ਗੁਣ ਉਹਨਾਂ ਨੇ ਦਿੱਤਾ ਇਸ ਗੱਲ ਦਾ। ਠੀਕ ਹੈ। ਤੇ ਤੁਸੀਂ ਇੱਥੇ ਆ ਕੇ ਜਿਹੜੀਆਂ ਸੰਸਥਾਵਾਂ ਨੇ, ਸਾਹਿਤਕ ਸੰਸਥਾਵਾਂ, ਇਹ ਤਾਂ ਤੁਹਾਡੀਆਂ ਆਪਣੀਆਂ ਸੰਸਥਾਵਾਂ ਨੇ ਇੱਕ ਤਰੀਕੇ ਨਾਲ। ਜੀ ਬਿਲਕੁਲ ਸਹੀ ਗੱਲ। ਕਲਮਾਂ ਦੀ ਸਾਂਝ ਦੇ ਤੁਸੀਂ ਕਰਤਾ ਧਰਤਾ ਹੋ, ਫਿਰ ਅੰਤਰਰਾਸ਼ਟਰੀ ਸਰਬ ਸਾਂਝਾ ਕਵੀ ਦਰਬਾਰ ਦੇ ਵੀ ਕਰਤਾ ਧਰਤਾ ਵਰਗੇ ਹੀ ਹੋ, ਤੇ ਨਾਲ ਰਾਮਗੜੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਦੇ ਵਿੱਚ ਵੀ ਤੁਹਾਡੀ ਸਰਗਰਮੀ ਆ। ਇਹਨਾਂ ਦਾ ਖਿਆਲ ਤੁਹਾਡੇ ਮਨ 'ਚ ਕਿਵੇਂ ਆਇਆ ਕਿ ਇਹ ਸੰਸਥਾਵਾਂ, ਜਿੱਦਾਂ ਹੁਣ ਕਲਮਾਂ ਦੀ ਸਾਂਝ ਆ, ਇਹ ਨਿਰੋਲ ਤੁਸੀਂ ਇਹ ਜਿਹੜੀ ਆ ਉਹ ਸਥਾਪਿਤ ਕੀਤੀ ਹੈਗੀ ਹੈ, ਠੀਕ ਹੈ ਨਾ। ਦੂਜੀਆਂ ਸੰਸਥਾਵਾਂ ਤਾਂ ਇਹਨਾਂ ਚੱਲ ਰਹੀਆਂ ਨੇ, ਉਹਨਾਂ ਦੇ ਵਿੱਚ ਤੁਸੀਂ ਇੱਕ ਅਹੁਦੇਦਾਰ ਦੇ ਤੌਰ ਤੇ ਕੰਮ ਕਰਦੇ ਹੋ, ਤੇ ਇਹ ਕਲਮਾਂ ਦੀ ਸਾਂਝ ਦਾ ਸਥਾਪਤੀ ਦਾ ਖਿਆਲ ਕਿਵੇਂ ਆਇਆ? ਇਹ ਵੀ ਅਸਲ 'ਚ ਇੱਦਾਂ ਸੀਗਾ ਕਿ ਜਦੋਂ ਬੰਦਾ ਚਾਹੁੰਦਾ ਹੁੰਦਾ ਥੋੜ੍ਹਾ ਜਿਹਾ ਵੱਖਰਾ ਜਿਹਾ ਕੀਤਾ ਜਾਵੇ, ਕਿਉਂਕਿ ਇੱਥੇ ਆਪਾਂ ਆਣ ਕੇ ਦੇਖਿਆ ਜਿਹੜੀਆਂ ਟੋਰਾਂਟੋ ਦੇ ਵਿੱਚ, ਖਾਸ ਕਰਕੇ ਬਰੈਂਪਟਨ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਆਪਣੇ ਆਪਣੇ ਤੌਰ 'ਤੇ ਬਹੁਤ ਵਧੀਆ ਕੰਮ ਕਰ ਰਹੀਆਂ। ਮੈਂ ਕਹਿੰਦਾ ਵੀ ਜਿੰਨਾ ਵੀ ਕਰ ਰਹੀਆਂ ਬਹੁਤ ਵਧੀਆ ਕਰ ਰਹੀਆਂ, ਠੀਕ ਹੈ। ਪਰ ਇੱਕ ਅੰਦਰੋਂ ਤੁਹਾਡੇ ਹੁੰਦਾ ਵੀ ਕੁਛ ਵੱਖਰਾ ਕੀਤਾ ਜਾਵੇ, ਕੁਛ ਅਲੱਗ ਜਾਂ ਹਟ ਕੇ ਕੀਤਾ ਜਾਵੇ। ਇਹ ਇੱਦਾਂ ਹੁੰਦਾ ਮਨ ਦੇ ਵਿੱਚ ਵੀ, ਜਾਂ ਆਪਣੇ ਆਪ ਨੂੰ ਇੱਕ ਭਰਮ ਹੁੰਦਾ ਵੀ ਸ਼ਾਇਦ ਮੈਂ ਹੋਰ ਬਿਹਤਰ ਕਰ ਸਕਦਾ, ਮਤਲਬ ਮੈਂ ਇਹ ਗੱਲ ਸਵੀਕਾਰ ਕਰਦਾ ਵੀ ਮੈਂ। ਹਾਂਜੀ। ਤੇ ਉਹ ਬਸ ਉਹ ਜਜ਼ਬਾ ਲੈ ਕੇ। ਦੂਸਰਾ ਇਹ ਸੀਗਾ ਕਿ ਸਹੀ ਗੱਲ ਤੇ ਜਦੋਂ ਕੋਵਿਡ ਦਾ ਟਾਈਮ ਆਇਆ, ਮੈਂ ਥੋੜ੍ਹਾ ਜ਼ਿਆਦਾ ਸਿੱਖ ਹੋ ਗਿਆ ਸੀ। ਸਾਰਿਆਂ ਨੇ ਬਹੁਤ ਦੁਆਵਾਂ ਦਿੱਤੀਆਂ, ਬਹੁਤ ਅਰਦਾਸਾਂ ਕੀਤੀਆਂ, ਜਿਹਨਾਂ ਸਦਕਾ ਅੱਜ ਮੈਂ ਇੱਥੇ ਬੈਠਾ ਹਾਂ ਤੇ ਬੜਾ ਪਿਆਰ ਮਿਲਿਆ। ਇਹਦੇ ਵਿੱਚ ਮੈਂ ਸਮਝਦਾ ਪਤਾ ਨਹੀਂ ਸਾਡਾ ਜਾਂ ਸੁਭਾਅ ਜਾਂ ਮਿਲਵਰਤਨ ਇੱਦਾਂ, ਪਰ ਮੈਂ ਬਹੁਤਾ ਦੇ ਆ ਵੀ ਸੱਜਣ ਦਾ ਪਿਆਰ ਹੈ। ਜਿੱਦਾਂ ਹੁਣ ਆਪ ਜੀ ਨਾਲ ਬਹੁਤ ਦਿਲੋਂ ਪਿਆਰ ਹੁੰਦਾ, ਜਦੋਂ ਗੱਲ ਕਰਦੇ ਹਾਂ ਮਤਲਬ ਕੋਈ ਹਿਚਕਿਚਾਹਟ ਨਹੀਂ ਹੁੰਦੀ, ਤੇ ਬੜੇ ਭਰੇ ਮਤਲਬ ਅਸੀਂ ਮਾਣ ਦੇ ਨਾਲ, ਹੈ ਨਾ, ਸਾਡੀਆਂ ਝੋਲੀਆਂ ਭਰ ਜਾਂਦੀਆਂ ਜਦੋਂ ਤੁਹਾਡੇ ਨਾਲ ਗੱਲ ਕਰਦੇ ਹਾਂ। ਤੇ ਇੱਦਾਂ ਹੀ ਸਾਰਿਆਂ ਨਾਲ ਹੈਗਾ ਆ। ਉਸ ਪਿਆਰ ਦਾ ਕਰਕੇ ਸਾਰੀਆਂ ਸੰਸਥਾਵਾਂ ਦੇ ਨਾਲ ਵੀ ਜੁੜਨ ਦਾ ਮੌਕਾ ਮਿਲ ਗਿਆ। ਤੇ ਜਦੋਂ ਰਾਮਗੜੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਜਿਹੜੀ ਹੈਗੀ ਆ, ਉਹਦੇ ਵਿੱਚ
ਅਸੀਂ ਕਿਉਂਕਿ ਧਾਰਮਿਕ ਪੱਖ ਉੱਥੇ ਜ਼ਿਆਦਾ ਸੀਗਾ ਜੀ। ਧਾਰਮਿਕ ਪੱਖ ਦੇ ਵਿੱਚ ਚਲੋ ਬੱਚਿਆਂ ਦੀ ਜਿਹੜੀ ਮੁੱਢਲੀ ਆਪਾਂ ਸਿੱਖਿਆ ਉਹਨਾਂ ਨੂੰ ਦੇਣੀ ਜਾਂ ਪੰਜਾਬੀ ਸਿਖਾਉਣੀ, ਫਿਰ ਮਿਊਜ਼ਿਕ ਦਾ ਹੋ ਗਿਆ, ਫਿਰ ਹੋਰ ਛੋਟੀ ਮੋਟੀ ਜਿਹੜੀਆਂ ਕਲਾਸਾਂ ਆਪਾਂ ਉਹਨਾਂ ਦਾ ਅਰੇਂਜ ਕਰਦੇ ਸੀ। ਫਿਰ ਹਰ ਹਫਤੇ ਸੁਖਮਨੀ ਸਾਹਿਬ ਦੇ ਪਾਠ ਉੱਥੇ ਕਰਾਏ ਜਾਂਦੇ ਆ। ਅਤੇ ਕਈ ਵਾਰੀ ਇਹ ਹੁੰਦਾ ਬਈ ਜਦੋਂ ਆਪਾਂ ਇੱਕ ਧਾਰਮਿਕ ਸਥਾਨ 'ਤੇ ਜਾਂ ਉੱਥੇ ਥੋੜ੍ਹਾ ਜਿਹਾ ਵੱਝ ਜਾਈਏ, ਇੱਕ ਵੱਖਰੀ ਕਿਸਮ ਦੀ ਬੰਦਿਸ਼ ਹੁੰਦੀ ਹੈ ਉੱਥੇ ਥੋੜ੍ਹੀ ਜਿਹੀ ਬੰਦਿਸ਼ ਹੋ ਜਾਂਦੀ ਹੈ ਜੀ। ਇਹਨਾਂ 'ਚੋਂ ਮੈਂ ਕਹਿੰਦਾ ਸੀ ਵੀ ਆਪਾਂ ਬੰਦਿਸ਼ ਨਾ ਹੋਵੇ, ਕਿਉਂਕਿ ਸਾਹਿਤ ਜਾਂ ਇੱਕ ਲੇਖਕ ਤੇ ਉਹ ਤਾਂ ਕਿਸੇ ਦਾ ਬੱਝਾ ਹੈ ਹੀ ਨਹੀਂ, ਅਤੇ ਸਾਹਿਤ ਨਾਲ ਤਾਂ ਸਾਰਿਆਂ ਦਾ ਮੋਹ, ਅਤੇ ਉਹਨੂੰ ਆਪਾਂ ਨਹੀਂ ਕਿਸੇ ਮਤਲਬ ਬਾਰਡਰ 'ਚ ਬੰਨ੍ਹ ਨਹੀਂ ਸਕਦੇ ਹੈਗੇ, ਸੀਮਾਵਾਂ ਦੇ ਵਿੱਚ। ਇਸ ਕਰਕੇ ਮੈਂ ਕਿਹਾ ਸੀ ਚਲੋ ਆਪਾਂ ਵੱਖਰੇ ਤੌਰ 'ਤੇ ਕੋਈ ਪ੍ਰੋਗਰਾਮ ਉਹਦੇ ਵਿੱਚ ਕਰਾਏ ਜਾਣ, ਜਿਹੜਾ ਕਿ ਆਉਂਦੇ ਦਿਨਾਂ 'ਚ ਆਪਾਂ ਇੱਕ ਪ੍ਰੋਗਰਾਮ ਹੋਰ ਉਹਨਾਂ ਲਈ ਉਹਦੇ ਵਿੱਚ ਰੱਖਿਆ ਕਲਮਾਂ ਦੀ ਸਾਂਝ ਵੱਲੋਂ, ਜਿਹੜਾ 10 ਤਰੀਕ ਨੂੰ ਹੋ ਰਿਹਾ। ਔਰ ਇਹ ਖੁਸ਼ੀ ਦੀ ਗੱਲ ਵੀ ਹੈਗੀ ਆ ਕਿ ਆਪਣੇ ਜੋ ਵਿਲੇਜ ਆਫ ਇੰਡੀਆ ਦੇ ਮਾਲਕ ਜਿਹੜੇ ਦਲਵੀਰ ਕਥੂਰੀਆ ਜੀ, ਉਹਨਾਂ ਨੇ ਇੱਥੇ ਇੱਕ ਪੰਜਾਬੀ ਭਵਨ, ਵਿਸ਼ਵ ਪੰਜਾਬੀ ਭਵਨ ਦੀ ਸਥਾਪਨਾ ਕੀਤੀ ਹੈ। ਇਹ ਪ੍ਰੋਗਰਾਮ ਆਪਾਂ ਉਹਦੇ ਵਿੱਚ ਕਰਾ ਰਹੇ ਹਾਂ ਆਪ ਸਾਰਿਆਂ ਦੇ ਸਹਿਯੋਗ ਨਾਲ, ਸਾਰੀਆਂ ਸੰਸਥਾਵਾਂ ਦੇ ਸਹਿਯੋਗ ਨਾਲ। ਅਤੇ ਮੈਂ ਇਸ ਚੈਨਲ ਦੇ ਥਰੂ ਵੀ ਅਪੀਲ ਕਰੂੰਗਾ ਕਿ 10 ਤਰੀਕ ਨੂੰ 10 ਸਤੰਬਰ ਨੂੰ ਐਤਵਾਰ 12 ਵਜੇ ਉਹ ਪ੍ਰੋਗਰਾਮ ਸ਼ੁਰੂ ਹੋ ਜਾਣਾ, ਜਿੱਥੇ ਸਾਡੇ ਇੱਥੇ ਦੇ ਸਾਹਿਤਕਾਰ, ਬਹੁਤ ਵੱਡੇ ਸਾਹਿਤਕਾਰ ਸਰਦਾਰ ਪੂਰਨ ਸਿੰਘ ਪਾਂਧੀ ਜੀ, ਉਹਨਾਂ ਨੂੰ ਆਪਾਂ ਸਨਮਾਨ ਕਰਨਾ, ਕਿਉਂਕਿ ਸਨਮਾਨਿਤ ਕਰਾਂਗੇ ਉਹਨਾਂ ਦੀ ਜੀਵਨ ਭਰ ਦੀਆਂ ਪ੍ਰਾਪਤੀਆਂ ਵਾਸਤੇ। ਉਹਨਾਂ ਨੂੰ ਆਪਾਂ ਲਾਈਫ ਟਾਈਮ ਅਚੀਵਮੈਂਟ ਅਵਾਰਡ ਉਹਨਾਂ ਨੂੰ ਦੇਵਾਂਗੇ। ਅਤੇ ਕਲਮਾਂ ਦੀ ਸਾਂਝ ਵੱਲੋਂ ਹਰ ਸਾਲ 5 ਇੱਦਾਂ ਦੀਆਂ ਸ਼ਖਸੀਅਤਾਂ ਨੂੰ ਆਪਾਂ ਇਹ ਅਵਾਰਡ ਦਿਆ ਕਰਨੇ ਆ। ਠੀਕ। ਅਤੇ ਰੱਬ ਮਿਹਰ ਕਰੇ, ਸੰਗਤਾਂ ਮਿਹਰ ਕਰਨ, ਸਾਰੇ ਸਹਿਯੋਗ ਦੇਣ, ਅਤੇ ਉਹਦੇ ਜੋ ਵੀ ਆਪਾਂ ਵਧੀਆ ਤੋਂ ਵਧੀਆ ਕਰ ਸਕਦੇ ਹਾਂ। ਮੈਨੂੰ ਹਮੇਸ਼ਾ ਸੁਝਾਵਾਂ ਦੀ ਉਡੀਕ ਹੁੰਦੀ ਆ, ਅਤੇ ਵਧੀਆ ਢੰਗ ਨਾਲ ਕੁਛ ਕੀਤਾ ਜਾਵੇ। ਕਲਮਾਂ ਦੀ ਸਾਂਝ ਦਾ ਇਹੀ ਸੀਗਾ ਮੇਰਾ। ਇਹ ਜਿਹੜੀ ਤੁਸੀਂ ਪਹਿਲੀ ਗੱਲ ਕੀਤੀ ਸੀਗੀ ਕਿ ਕਲਮਾਂ ਦੀ ਸਾਂਝ ਇਸ ਕਰਕੇ ਬਣਾਈ ਕਿ ਬਈ ਦਿਲ ਦੇ ਵਿੱਚ ਇਹ ਗੱਲ ਸੀਗੀ ਕਿ ਦੂਜੀਆਂ ਸੰਸਥਾਵਾਂ ਨਾਲੋਂ ਕੁਝ ਵੱਖਰਾ ਕੀਤਾ ਜਾਵੇ। ਤੇ ਮੈਂ ਸਮਝਣਾ ਵੀ ਇਹ ਜਿਹੜਾ ਅਵਾਰਡ ਦੇਣ ਵਾਲਾ ਗੱਲ ਜਿਹੜੀ ਹੈਗੀ ਆ, ਜਿੱਦਾਂ ਤੁਸੀਂ ਪੂਰਨ ਸਿੰਘ ਪਾਂਧੀ ਹੋਰਾਂ ਨੂੰ ਸਤਿਗੁਰੂ ਰਾਮ ਸਿੰਘ ਦੇ ਨਾਂ ਦੇ ਉੱਤੇ ਅਵਾਰਡ ਦੇ ਰਹੇ ਹੋ, ਇਹ ਦੂਜੀਆਂ ਸੰਸਥਾਵਾਂ ਦੇ ਵਿੱਚ ਸ਼ਾਇਦ ਕੋਈ ਇਸ ਕਿਸਮ ਦੀ ਗੱਲ ਨਹੀਂ ਸੀਗੀ, ਤੇ ਇਹ ਤੁਹਾਡੀ ਇੱਕ ਵੱਖਰੀ ਤੇ ਵਿਲੱਖਣ ਗੱਲ ਹੈਗੀ ਆ। ਔਰ ਜਿਹੜੀਆਂ ਦੂਜੀਆਂ ਸੰਸਥਾਵਾਂ ਆ, ਸਾਹਿਤਕ ਸੰਸਥਾਵਾਂ, ਉਹਨਾਂ ਦੇ ਵਿੱਚ ਵੀ ਤੁਹਾਡਾ ਆਉਣ ਜਾਣ ਹੈਗਾ? ਹਾਂਜੀ, ਸਾਰੀਆਂ ਸੰਸਥਾਵਾਂ ਨਾਲ ਤਕਰੀਬਨ ਮਤਲਬ ਜਿਹੜੀਆਂ ਵੀ ਹੈਗੀਆਂ ਇੱਥੇ ਕਲਮਾਂ ਦਾ ਕਾਫਲਾ, ਕੈਨੇਡੀਅਨ ਪੰਜਾਬੀ ਸਾਹਿਤ ਸਭਾ ਜਾਂ ਦਿਸ਼ਾ ਵਾਲੇ ਹੋਏ, ਈਵਨ ਆਪਣੀ ਜਿਹੜੀ ਲਹਿੰਦੇ ਪੰਜਾਬ ਤੋਂ ਹੈਗੀਆਂ ਸੰਸਥਾਵਾਂ, ਉਹਨਾਂ ਦੇ ਨਾਲ ਵੀ ਜੁੜੇ ਆ। ਅਤੇ ਚਲੋ ਇੱਦਾਂ ਰਲ ਮਿਲ ਕੇ ਚੱਲਦਾ ਰਹਿੰਦਾ ਸਾਰਿਆਂ ਦੇ ਨਾਲ। ਇਹਦੇ 'ਚੋਂ ਇੱਕ ਗੱਲ ਨਿਕਲੀ ਜਿਹੜੀ ਸੰਸਥਾਵਾਂ ਵਾਲੀ ਗੱਲ ਆ ਜੀ, ਬਈ ਆਮ ਜਿਹੜੇ ਸਾਡੇ ਪਾਠਕ ਆ ਜਾਂ ਜਿਹੜੇ ਸੁਹਿਰਦ ਪੰਜਾਬੀ ਦੇ ਪਿਆਰੇ ਆ ਜਾਂ ਲੇਖਕ ਆ, ਉਹ ਆਂਦੇ ਆ ਵੀ ਦੇਖੋ ਮਕਸਦ ਤੁਹਾਡਾ ਸਾਰਿਆਂ ਦਾ ਇੱਕੋ ਹੀ ਆ ਕਿ ਬਈ ਪੰਜਾਬੀ ਸਾਹਿਤ, ਸੱਭਿਆਚਾਰ ਤੇ ਪੰਜਾਬੀਅਤ ਕਿਵੇਂ ਪ੍ਰਫੁੱਲਤ ਹੋਵੇ, ਤੇ ਫਿਰ ਤੁਸੀਂ ਵੱਖਰੀਆਂ ਵੱਖਰੀਆਂ ਸਭਾਵਾਂ ਕਿਉਂ ਬਣਾਉਂਦੇ ਹੈਗੇ ਹੋ? ਤੇ ਇਹ ਕੀ ਕਿਸੇ ਪੱਧਰ ਤੇ ਆ ਕੇ ਸਾਰੀਆਂ ਇਕੱਠੀਆਂ ਨਹੀਂ ਹੋ ਸਕਦੀਆਂ? ਇਹ ਬਹੁਤ ਵਧੀਆ ਗੱਲ ਔਰ ਬਹੁਤ ਵਧੀਆ ਵਿਚਾਰ ਤੁਹਾਡਾ। ਈਵਨ ਜਦੋਂ ਆਪਾਂ ਇਸ ਜਨਵਰੀ 2023 ਨੂੰ ਇੰਟਰਨੈਸ਼ਨਲ ਸਰਬ ਸਾਂਝਾ ਕਵੀ ਦਰਬਾਰ ਦਾ 5ਵਾਂ ਬਰਥਡੇ ਸੀ ਉਸ ਦਿਨ, ਠੀਕ ਹੈ, ਕਿਉਂਕਿ ਉਹਦੇ ਵੀ ਫਾਊਂਡਰ ਮੈਂ ਹੀ ਸੀਗਾ ਉਹਦੇ ਵਿੱਚ ਵੀ। ਅਤੇ ਉਹਦੇ 'ਚ ਆਪਾਂ ਮੈਂ ਵੀ ਸਾਰਿਆਂ ਨੂੰ ਬੇਨਤੀ ਕੀਤੀ ਸੀ ਵੀ ਆਪਾਂ ਘੱਟੋ ਘੱਟ ਸਾਲ ਦੇ ਵਿੱਚ ਇੱਕ ਪ੍ਰੋਗਰਾਮ ਇੱਦਾਂ ਦਾ ਜ਼ਰੂਰ ਰੱਖਿਆ ਕਰੀਏ, ਜਿਹੜੀਆਂ ਸਾਰੀਆਂ ਸੰਸਥਾਵਾਂ ਰਲ ਕੇ ਇੱਕ ਥਾਂ, ਇੱਕ ਪਲੇਟਫਾਰਮ 'ਤੇ, ਕਿਉਂਕਿ ਕਿਸੇ ਮਿਨੀਮਮ ਪ੍ਰੋਗਰਾਮ 'ਤੇ ਤਾਂ ਅਸੀਂ ਇੱਕ ਹੋ ਹੀ ਸਕਦੇ ਹਾਂ ਨਾ। ਬਾਕੀ ਸਾਡੇ ਵਿਚਾਰਾਂ ਦੀ ਸਾਂਝ ਜਿੰਨੀ ਮਤਲਬ ਵਿਸ਼ਾਲਤਾ ਹੀ ਆ, ਜੇ ਅਸੀਂ ਇੱਧਰ ਉੱਧਰ ਜਾਂਦੇ ਹਾਂ, ਤੁਰਦੇ ਹਾਂ, ਅਤੇ ਹੋ ਸਕਦਾ ਵੀ ਰਸਤਾ ਉਹ ਵੀ ਠੀਕ ਮੰਜ਼ਿਲ ਨੂੰ ਜਾਂਦਾ ਹੋਵੇ, ਪਰ ਉਹਨੇ ਰਸਤਾ ਉੱਧਰਲਾ ਚੁਣ ਲਿਆ। ਅਸੀਂ ਇੱਧਰ ਦੀ ਜਾ ਰਹੇ ਹਾਂ, ਮੰਜ਼ਿਲ ਇਹੀ ਹੈ ਅਸੀਂ ਪੰਜਾਬੀ ਮਾਂ ਬੋਲੀ ਲਈ ਵੱਧ ਤੋਂ ਵੱਧ ਕੁਛ ਕਰ ਸਕੀਏ, ਅਤੇ ਇਹਦੇ ਲਈ ਯਤਨ ਹੋ ਰਿਹਾ। ਵੈਸੇ ਹੋ ਸਕਦਾ ਵੀ ਹੋਰ 2-4 ਮਹੀਨਿਆਂ ਤੱਕ ਐਂਡ ਆਫ ਦੀ ਈਅਰ ਆਪਾਂ ਕੁਛ ਨਾ ਕੋਈ ਇੱਕ ਵੱਡਾ ਪ੍ਰੋਗਰਾਮ ਹੋਰ ਕਰੀਏ, ਜਿਹਦੇ 'ਚ ਸਾਰੀਆਂ ਸੰਸਥਾਵਾਂ, ਮੈਂ ਅੱਜ ਫਿਰ ਕਿਉਂਕਿ ਇਹ ਜਿਹੜਾ ਟੈਲੀਵਿਜ਼ਨ ਦੀ ਜਿਹੜੀ ਕਵਰੇਜ ਹੈ ਬਹੁਤ ਲੋਕਾਂ ਤੱਕ ਆ, ਆਮ ਘਰਾਂ ਤੱਕ ਹੈਗੀ ਹੈ, ਅਤੇ ਮੈਂ ਬੇਨਤੀ ਕਰੂੰਗਾ ਕਿ ਆਪਾਂ ਰਲ ਮਿਲ ਕੇ ਪੰਜਾਬੀ ਮਾਂ ਬੋਲੀ ਲਈ ਜਾਂ ਸਾਹਿਤ ਦੀ ਇੱਕ ਵਿਲੱਖਣ ਪਿਰਤ ਪਾਈਏ, ਜਿਹੜੀ
ਇੱਕ ਵੱਡਾ ਪ੍ਰੋਗਰਾਮ ਔਰ ਯਾਦਗਾਰੀ ਤੇ ਤਾਂ ਹੋਵੇ ਵੀ ਜੇ ਇੱਕ ਵਾਰੀ ਕਰਾਉਣਾ ਹੋਵੇ ਮਤਲਬ ਹਰ ਸਾਲ ਇਦਾਂ ਦਾ ਕੋਈ ਪ੍ਰੋਗਰਾਮ ਕਰਾਇਆ ਕਰੀਏ, ਸਾਰਥਕ ਹੋਣ ਜੀ ਹੋ ਜਾਵੇ। ਜੀ 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 ਬਿਲਕੁਲ। ਉਹਦੇ 'ਚ ਦੇਖੋ ਇਹ ਤੁਹਾਡਾ ਵਿਚਾਰ ਬੜਾ ਵਧੀਆ ਆ। ਤੁਸੀਂ ਇੱਕ ਸ਼ਬਦ ਯੂਜ਼ ਕੀਤਾ ਹੈਗਾ ਕਿ ਘੱਟੋ ਘੱਟ ਪ੍ਰੋਗਰਾਮ। ਹਾਂਜੀ, ਕਾਮਨ ਮਿਨੀਮਮ ਪ੍ਰੋਗਰਾਮ। ਇਹਨੂੰ ਪੋਲੀਟੀਕਲ ਲੈਂਗੁਏਜ ਵਾਲੇ ਕਹਿੰਦੇ ਆ ਕਾਮਨ ਮਿਨੀਮਮ ਪ੍ਰੋਗਰਾਮ। ਹੁਣ ਤੁਸੀਂ ਦੇਖੋਗੇ ਭਾਰਤ ਦੇ ਵਿੱਚ ਜਿਹੜੀਆਂ ਪਾਰਟੀਆਂ INDIA ਦੇ ਵਿੱਚ ਇਕੱਠੀਆਂ ਹੋਈਆਂ ਆ, ਉਹਨਾਂ ਦੇ ਆਪਸੀ ਕਿੰਨੇ ਵਿਰੋਧ ਹੈਗੇ ਆ, ਪਰ ਉਹਨਾਂ ਨੇ ਵੀ ਇੱਕ ਪ੍ਰੋਗਰਾਮ ਮਿਥਿਆ ਹੈਗਾ ਕਿ ਸਾਡਾ ਘੱਟੋ ਘੱਟ ਸਾਂਝਾ ਪ੍ਰੋਗਰਾਮ ਕੀ ਆ। ਸੋ ਇਸ ਤਰ੍ਹਾਂ ਲੇਖਕਾਂ ਨੂੰ ਵੀ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਉਹ ਚੁਣ ਲੈਣੀ ਚਾਹੀਦੀ ਆ। ਤੇ ਮੈਂ ਇਹ ਚਾਹਾਂਗਾ ਕਿ ਤੁਸੀਂ ਕੋਈ ਆਪਣੀ ਨਜ਼ਮ ਜਿਹੜੀ ਹੈਗੀ ਆ ਉਹ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਤੇ ਫਿਰ ਉਸ ਤੋਂ ਗਾਂ ਆਪਾਂ ਗੱਲ ਕਰਦੇ ਹਾਂ। ਠੀਕ ਹੈ ਜੀ। ਨਜ਼ਮ ਦੇ ਮਾਮਲੇ 'ਚ ਇਸ ਤਰ੍ਹਾਂ ਹੈਗਾ ਕਿ ਮੈਂ ਵੇਖਣ ਨੂੰ ਹੋ ਸਕਦਾ ਬਹੁਤ ਧਾਰਮਿਕ ਲੱਗਦਾ ਹੋਵਾਂ ਤੇ ਤੁਸੀਂ ਇੱਕ ਵਿਸ਼ੇਸ਼ ਜਿਹੜੀ ਸਾਡੀ ਸੰਪਰਦਾਇ ਹੈਗੀ ਆ, ਸਿੱਖ ਸੰਪਰਦਾਇ, ਸਤਿਗੁਰੂ ਰਾਮ ਸਿੰਘ ਹੋਰਾਂ ਨੇ ਜਿਹੜੀ ਸਾਜੀ ਆ, ਜਿਨ੍ਹਾਂ ਨੂੰ ਨਾਮਧਾਰੀ ਸੰਗਤ ਜਾਂ ਕੂਕੇ ਵੀ ਕਿਹਾ ਜਾਂਦਾ ਹੈਗਾ, ਉਹ ਤੁਹਾਡੀ ਦਕ ਹੈਗੀ ਆ, ਪਰ ਉਹ ਤੁਹਾਨੂੰ ਕਵਿਤਾ ਲਿਖਣ ਤੋਂ ਨਹੀਂ ਰੋਕਦੀ ਹੈਗੀ। ਹਾਂਜੀ ਹਾਂਜੀ ਜੀ। ਮੈਂ ਅਸਲ 'ਚ ਇੱਦਾਂ ਹੈਗਾ ਕਿ ਕਿਉਂਕਿ ਜੇ ਸਭ ਤੋਂ ਵੱਧ ਆਪਣੇ ਆਪ ਨੂੰ ਸੁਧਾਰਨਾ ਹੋਵੇ ਨਾ, ਕਹਿੰਦੇ ਜੇ ਆਲਾ ਦੁਆਲਾ ਸੁਧਾਰਨਾ ਹੋਵੇ ਤਾਂ ਪਹਿਲਾਂ ਆਪਣੇ ਆਪ ਨੂੰ ਸੁਧਾਰਨਾ ਪੈਂਦਾ। ਠੀਕ ਹੈ। ਤੇ ਮੈਂ ਇਹ ਸੋਚਦਾ ਹੁੰਦਾ ਵੀ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਵੀ ਅਸੀਂ ਕੀ ਕਰ ਰਹੇ ਹੈਗੇ ਆ, ਜਾਂ ਸਵੇਰ ਤੋਂ ਤਕਾਲਾਂ ਤੱਕ ਸਾਡੀ ਕਿੰਨੀ ਕੁ ਸਾਰਥਕ ਕਮਾਈ ਹੈਗੀ ਆ ਜੀ, ਵੀ ਅਸੀਂ ਕਿਸੇ ਦਾ ਦਿਲ ਤਾਂ ਨਹੀਂ ਦਿਖਾਇਆ ਹੈਗਾ। ਤੇ ਈਵਨ ਜਦੋਂ ਹੁਣ ਆਪਾਂ ਧਾਰਮਿਕ ਸੰਸਥਾਵਾਂ ਨਾਲ ਵੀ ਜੁੜੇ ਆ, ਉਹਦੇ ਵਿੱਚ ਵੀ ਹਾਲਾਂਕਿ ਬਹੁਤ ਮੁਸ਼ਕਲ ਹੁੰਦਾ ਇਹ ਸਾਰਾ ਕੁਝ ਕਰਨਾ, ਮੈਨੇਜ ਕਰਨਾ, ਸਾਰਾ ਕੁਝ ਬਹੁਤ ਮੁਸ਼ਕਲ ਹੁੰਦਾ, ਪਰ ਕਿਉਂਕਿ ਇਹ ਹੋ ਰਿਹਾ ਆ ਇੱਕ ਮਨੁੱਖਤਾ ਦੇ ਜਾਂ ਸਾਂਝੀਵਾਲਤਾ ਦੇ ਨਾਂ 'ਤੇ ਹੋ ਰਿਹਾ, ਫਿਰ ਵੀ ਉਹਦੇ ਜੇ ਕੁਝ ਕਮੀਆਂ ਰਹਿੰਦੀਆਂ ਜਾਂ ਅਸੀਂ ਸਿਰਫ ਇੱਕ ਚੱਲੇ ਆ ਰਹੇ ਜਿਹੜੇ ਨਿਯਮ ਆ ਉਹਨਾਂ ਨੂੰ ਹੀ ਅਪਣਾਈ ਜਾ ਰਹੇ ਹੈਗੇ ਹਨ, ਦੇਖਦੇ ਨਹੀਂ ਉਹਦੇ ਵਿੱਚ, ਕਿੰਤੂ ਨਹੀਂ ਕਰਦੇ ਵੀ ਉਹ ਸਹੀ ਵੀ ਇੱਕ ਜਾਂ ਲਾਈਨ ਕਿੱਦਾਂ ਦੀ ਹੈਗੀ ਆ, ਰਵਾਇਤੀ ਤੌਰ ਤੇ ਜਿਹੜੇ ਆਪਾਂ ਕਰ ਰਹੇ ਹਾਂ। ਹਾਂਜੀ, ਇਰਸ਼ਾਦ। ਉਹਦੇ ਤੇ ਮੈਂ ਇੱਕ ਛੋਟੀ ਕਿ ਤੇਰੀ ਓਟ ਲੈ ਕੇ ਮੇਰੇ ਸਤਿਗੁਰੂ ਜੀ, ਮਨ ਵਿੱਚ ਜੋ ਆਉਂਦਾ ਅਸੀਂ ਕਰੀ ਜਾਂਦੇ ਜੀ, ਭਾਵੇਂ ਠੀਕ ਹੋਵੇ ਭਾਵੇਂ ਗਲਤ, ਇਹ ਬਸ ਠੀਕ ਸਮਝ ਕੇ ਅਸੀਂ ਕਰੀ ਜਾਂਦੇ। ਠੀਕ ਹੈ। ਤੈਂ ਤਾਂ ਰੋਕਿਆ ਸੀ ਜਾਦੂ ਟੂਣਿਆਂ ਤੋਂ, ਨਾਲੇ ਕਰਮ ਕਾਂਡਾਂ ਤੋਂ ਭੰਡਿਆ ਸੀ, ਦੇ ਕੇ ਹੋਕਾ ਏਕੇ ਦਾ ਨੂਰ ਸਭ ਨੂੰ, ਤੈਂ ਤਾਂ ਪਿਆਰ ਹੀ ਪਿਆਰ ਬਸ ਵੰਡਿਆ ਸੀ, ਅਸੀਂ ਭਟਕੇ ਹਾਂ ਤੇਰਿਆਂ ਰਸਤਿਆਂ ਤੋਂ, ਹਉਮੈ ਆਪਣੀ ਦੇ ਗੁਣਗਾਨ ਕਰੀ ਜਾਂਦੇ, ਭਾਵੇਂ ਠੀਕ ਹੋਵੇ ਭਾਵੇਂ ਗਲਤ ਹੋਵੇ, ਬਸ ਠੀਕ ਸਮਝ ਕੇ ਅਸੀਂ ਕਰੀ ਜਾਂਦੇ। ਤੇ ਹੋਕਾ ਹੱਕ ਦਾ ਦਿੱਤਾ ਸੀ ਜਗਤ ਨੂੰ ਤੈਂ, ਹੋਕਾ ਹੱਕ ਦਾ ਦਿੱਤਾ ਸੀ ਜਗਤ ਨੂੰ ਤੈਂ, ਵੰਡ ਛਕਣ ਦਾ ਪਾਠ ਪੜਾਇਆ ਸੀ ਤੂੰ, ਕਰਕੇ ਕਿਰਤ ਸੁੱਚੀ ਨਾਲੇ ਨਾਮ ਜਪਣਾ, ਮਲਕ ਭਾਗੋਆਂ ਤਾਈਂ ਸਮਝਾਇਆ ਸੀ ਤੂੰ, ਤੇ ਅਸੀਂ ਭੁਲਾ ਕੇ ਲਾਲੋ ਦੀ ਹੱਕ ਵਾਲੀ, ਅਸੀਂ ਭੁਲਾ ਕੇ ਲਾਲੋ ਦੀ ਹੱਕ ਵਾਲੀ, ਕਬਜੇ ਗੁਰੂ ਘਰਾਂ ਉੱਤੇ ਕਰੀ ਜਾਂਦੇ, ਭੇਟਾ ਸੰਗਤਾਂ ਦੀ ਨਾਲ ਦੇ ਨਾਲ ਵੇਖੋ, ਸ਼ਾਪਿੰਗ ਮਾਲ ਤੇ ਹੋਟਲ ਨੇ ਬਣੀ ਜਾਂਦੇ। ਵਾਹ। ਹਾਂਜੀ। ਤੇ ਮਾਇਆ ਦੱਬ ਕੇ ਗੁਰੂ ਦੀਆਂ ਗੋਲਕਾਂ ਦੀ, ਬੈਂਕ ਖਾਤੇ ਪ੍ਰਧਾਨਾਂ ਦੇ ਭਰੀ ਜਾਂਦੇ, ਤੇ ਭਾਵੇਂ ਠੀਕ ਹੋਵੇ ਭਾਵੇਂ ਗਲਤ ਹੋਵੇ, ਬਸ ਠੀਕ ਸਮਝ ਕੇ ਅਸੀਂ ਕਰੀ ਜਾਂਦੇ। ਤੇ ਅਸੀਂ ਭੁੱਲੇ ਹਾਂ ਤੇਰਾ ਸੰਦੇਸ਼ ਇਹ ਵੀ, ਅਸੀਂ ਭੁੱਲੇ ਹਾਂ ਤੇਰਾ ਸੰਦੇਸ਼ ਇਹ ਵੀ, ਕਿ ਅੱਖਾਂ ਮੀਟ ਕੇ ਜ਼ੁਲਮ ਕਰੀ ਜਾਂਦੇ, ਮਾਰ ਕੁੱਖਾਂ ਵਿੱਚ ਸਾਡੀ ਉਹ ਜਗਤ ਜਨਨੀ, ਸੌਦੇ ਇੱਜ਼ਤਾਂ ਪੱਤਾਂ ਦੇ ਕਰੀ ਜਾਂਦੇ। ਤੇ ਸਾਨੂੰ ਭਾਵੇਂ ਠੀਕ ਹੋਵੇ ਭਾਵੇਂ ਗਲਤ ਹੋਵੇ, ਠੀਕ ਸਮਝ ਕੇ ਅਸੀਂ ਕਰੀ ਜਾਂਦੇ। ਤੇ ਇੱਕ ਵਾਰ ਫਿਰ ਆਣ ਕੇ ਰਾਹ ਦੱਸ ਜਾ, ਇੱਕ ਵਾਰ ਫਿਰ ਆਣ ਕੇ ਰਾਹ ਦੱਸ ਜਾ, ਸਾਨੂੰ ਭੁੱਲਿਆਂ ਨੂੰ ਰਾਹੇ ਪਾ ਬਾਬਾ, ਗੁਰੂ ਜਗਤ ਦਾ ਹੈ ਤੂੰ ਜਗਤ ਉੱਤੇ, ਫੇਰਾ ਫੇਰ ਇੱਕ ਵਾਰ ਤੂੰ ਪਾ ਬਾਬਾ, ਫੇਰਾ ਫੇਰ ਇੱਕ ਵਾਰ ਤੂੰ ਪਾ ਬਾਬਾ। ਵਾਹ ਜੀ, ਬਹੁਤ ਅੱਛਾ। ਤੇ ਬਾਬਾ ਪਰੇਸ਼ਾਨ ਨਾ ਹੋਏਗਾ ਆਣ ਕੇ ਦੇਖ ਕੇ ਭਈ ਜੋ ਮੈਂ ਕਹਿ ਕੇ ਗਿਆ ਸੀਗਾ ਉਹ ਨਹੀਂ ਹੋ ਰਿਹਾ। ਖੈਰ ਤੁਹਾਡੀ ਭਾਵਨਾ ਵੀ ਇਹੀ ਹੈਗੀ ਆ ਕਿ ਜੋ ਬਾਬੇ ਨੇ ਸਾਨੂੰ ਸਿਖਾਇਆ ਸੀਗਾ, ਜੋ ਪਾਠ ਉਹਨੇ ਸਾਨੂੰ ਕਿਰਤ ਕਰਨ ਦਾ ਤੇ ਵੰਡ ਛਕਣ ਦਾ, ਬਾਕੀ ਹਾਂਜੀ ਔਰਤਾਂ ਦੀ ਚਲੋ ਅਸੀਂ ਵਹਿਮਾਂ ਭਰਮਾਂ ਚੋਂ ਬਾਹਰ ਨਿਕਲਦਾ, ਉਹ ਅਸੀਂ ਫਿਰ ਵੀ ਕਰੀ ਜਾ ਰਹੇ ਹਾਂ। ਤੇ ਬਾਕੀ ਜਿਹੜੀ ਚੀਤਾ ਸਾਹਿਬ ਇੱਥੇ ਦੀ ਸੁਸਾਇਟੀ ਹੈਗੀ ਆ, ਇਹਦੇ ਵਿੱਚ ਜਿਹੜੇ ਸਾਡੇ ਬੱਚੇ ਇੱਥੇ ਪੈਦਾ ਹੁੰਦੇ ਆ, ਜਾਂ ਜਿਹੜੇ ਛੋਟੀ ਉਮਰ ਦੇ ਵਿੱਚ
ਆਉਂਦੇ ਹੈਗੇ ਆ ਜੀ, ਉਹ ਪੰਜਾਬੀ ਨਾਲ ਕਿਵੇਂ ਜੋੜੇ ਜਾ ਸਕਦੇ ਆ ਤੁਹਾਡੇ ਹਿਸਾਬ ਨਾਲ? ਹਾਂ, ਇੱਕ ਅਸਲ 'ਚ ਇਹ ਬਹੁਤ ਇੱਕ ਔਖਾ ਪ੍ਰਸ਼ਨ ਹੈ ਵੈਸੇ, ਕਿਉਂਕਿ ਇੱਕ ਤਾਂ ਬੱਚਿਆਂ ਕੋਲ ਇੰਨਾ ਟਾਈਮ ਨਹੀਂ, ਕਿਉਂਕਿ ਉਹਨਾਂ ਦੇ ਛੋਟੀ ਉਮਰ ਵਿੱਚ ਜ਼ਿੰਮੇਵਾਰੀਆਂ ਬਹੁਤ ਪੈ ਗਈਆਂ। ਉਹਨਾਂ ਕੋਲ ਟਾਈਮ ਨਹੀਂ ਹੈਗਾ ਸਾਨੂੰ ਇੱਦਾਂ ਦੀਆਂ ਗੱਲਾਂ, ਕਿਉਂਕਿ ਉਹਨਾਂ ਨੂੰ ਇੱਦਾਂ ਦੀਆਂ ਗੱਲਾਂ ਇੱਕ ਐਕਸਟਰਾ ਬਰਡਨ ਲੱਗਦੀਆਂ ਜਾਂ ਇੱਕ ਵਾਧੂ ਜੀ ਚੀਜ਼ ਲੱਗਦੀਆਂ ਵੀ ਐਵੇਂ ਇਹ ਸਿਆਣੇ ਐਵੇਂ ਕਰੀ ਜਾਂਦੇ ਆ। ਪਰ ਜਿੱਥੋਂ ਤੱਕ ਸਾਨੂੰ, ਜਿੱਦਾਂ ਆਪਾਂ ਅੱਗੇ ਗੱਲ ਕਰਦੇ ਸੀ ਪੰਜਾਬ ਦੀ ਜਾਂ ਪੰਜਾਬੀਅਤ ਦੀ, ਸਾਡੇ ਮੋਹ ਦੀ, ਪਰਿਵਾਰਾਂ ਦੀ, ਉਹ ਜਦੋਂ ਟੁੱਟਦੇ ਵੇਖਦੇ ਹਾਂ ਜਾਂ ਅਸੀਂ ਪਰਿਵਾਰ ਥੋੜ੍ਹਾ ਬਹੁਤ ਵੀ ਸਾਡੇ ਕੋਲੋਂ ਬੱਚਾ ਦੂਰ ਜਾਂਦਾ ਆ, ਅਤੇ ਉਦੋਂ ਸਾਡੇ ਦਿਲ 'ਚ ਇੱਕ ਬੜੀ ਚੀਜ਼ ਸੁੱਟਦੀ ਆ। ਉਹਦਾ ਕਰਕੇ ਜਿਹੜੇ ਆਪਾਂ ਸਾਰੇ ਪ੍ਰੋਗਰਾਮ ਕਰਵਾਉਂਦੇ ਆ ਜਾਂ ਪੰਜਾਬੀ ਦਾ ਹੋਕਾ ਦਿੰਦੇ ਹੈਗੇ ਆ, ਉਹਦੇ ਵਾਸਤੇ ਮੈਂ ਇਹ ਸਮਝਦਾ ਕਿ ਬੱਚਿਆਂ ਨੂੰ ਇੱਕ ਵੱਖਰੇ ਤਰੀਕੇ ਨਾਲ ਸਾਡੇ ਲਾਗੇ ਲਿਆਉਣਾ ਪੈਣਾ। ਉਹ ਉਹਨਾਂ ਦੀ ਚੋਇਸ ਦੇ ਹਿਸਾਬ ਨਾਲ ਵੀ ਉਹ ਅੱਜ ਕੱਲ੍ਹ ਕੀ ਚਾਹੁੰਦੇ ਆ, ਇਸ ਮਾਹੌਲ ਵਿੱਚ ਕੀ ਚਾਹੁੰਦੇ ਆ, ਅਤੇ ਅਸੀਂ ਉਹਨਾਂ ਨੂੰ ਸਿਰਫ ਉਹੀ 4 ਸਤਰਾਂ ਸੁਣਾ ਕੇ ਨਾ ਉਹਨਾਂ ਨੂੰ ਲਾਗੇ ਲਿਆਉਣ ਦਾ ਦੇਖੀਏ ਵੀ ਤਵੱਕੋਂ ਕਰੀਏ ਵੀ ਉਹ ਆ ਜਾਣਗੇ ਸਾਡੇ ਨਾਲ। ਉਹਨਾਂ ਦੀ ਪਾਰਟੀਸਪੇਸ਼ਨ ਜ਼ਿਆਦਾ ਹੋਣੀ ਚਾਹੀਦੀ ਹੈ। ਤੁਸੀਂ ਤੁਹਾਡੇ ਪਰਿਵਾਰ ਦੇ ਵਿੱਚ ਮੈਂ ਇਹ ਦਰਸ਼ਕਾਂ ਨਾਲ ਗੱਲ ਸਾਂਝੀ ਕਰ ਰਿਹਾ ਹਾਂ ਕਿ ਇੱਕ ਬੱਚਾ ਜਿਹੜਾ ਉਹ ਢੋਲ ਵਜਾਉਂਦਾ ਆ ਜੀ, ਅੱਛਾ, ਜਿਹੜੇ 2 ਬੱਚੇ ਆ ਉਹ ਸ਼ਬਦ ਗਾਉਂਦੇ ਆ, ਉਹਨਾਂ ਨੂੰ ਤੁਸੀਂ ਕਿਵੇਂ ਜੋੜਿਆ, ਸੰਖੇਪ 'ਚ ਦੱਸਣਾ? ਹਾਂ, ਮੈਂ ਸਿਰਫ ਇਹੀ ਗੱਲ ਕਰਨਾ ਕਿ ਇੱਥੇ ਜਿਹੜੀ ਮਾਪਿਆਂ ਦੇ ਵੱਲੋਂ ਲੇਡੀਜ਼ ਦੀ ਜ਼ਿਆਦਾ ਹੈਗੀ ਆ ਖੇਚਲ ਇਸ ਗੱਲ ਵਿੱਚ, ਜਾਂ ਉਹਨਾਂ ਦੀ ਜ਼ਿਆਦਾ ਕੋਸ਼ਿਸ਼ ਆ ਬੱਚਿਆਂ ਨੂੰ ਜਿਹੜਾ ਮੋਟੀਵੇਟ ਕਰਨਾ, ਉਹ ਜ਼ਿਆਦਾ ਮਦਰ ਦੇ ਹਿੱਸੇ ਆਉਂਦਾ। ਅਤੇ ਇਸ ਗੱਲੋਂ ਅਸੀਂ ਚੰਗੇ ਆ ਕਿ ਚਲੋ ਜਿੱਦਾਂ ਦੇ ਪਰਿਵਾਰ 'ਚੋਂ ਆਏ ਆ ਅਤੇ ਉੱਦਾਂ ਦੀ ਅੱਗੇ ਤੋਂ ਅੱਗੇ ਗਾਉਣ ਜਾਂ ਸੰਸਕਾਰ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ, ਤਾਂ ਹੀ ਕਰਕੇ ਉਹ ਇੱਥੇ ਜੁੜੇ ਹੈਗੇ ਆ। ਈਵਨ ਗੁਰਮਤਿ ਕਲਾਸਾਂ ਉਹ ਹਰ ਸਾਲ ਲਾਉਂਦੇ ਰਹੇ, ਪਹਿਲਾਂ ਛੋਟੇ ਹੁੰਦੇ, ਫਿਰ ਕੀਰਤਨ, ਸ਼ਬਦ ਗਾਇਨ, ਉਹ ਸਾਰਾ ਕੁਛ ਉਹ ਕਰ ਲੈਂਦੇ ਆ। ਅਤੇ ਈਵਨ ਹੁਣ ਅਗਲੇ ਪ੍ਰੋਗਰਾਮ 'ਚ ਕਦੀ ਉਹ ਤਨਵੀਰ ਸਾਡੀ ਬੇਟੀ, ਉਹ ਵੀ ਭਾਗ ਲੈਣਾ ਚਾਹੁੰਦੀ ਹੁੰਦੀ ਹੈ ਵੀ ਚਲੋ ਮੈਂ ਵੀ ਆਵਾਂ। ਫਿਰ ਕਿਉਂਕਿ ਕਲਚਰਲ ਪ੍ਰੋਗਰਾਮਾਂ ਵਿੱਚ ਵੀ ਈਵਨ ਮੈਂ ਥੀਏਟਰ ਵੀ ਕਰਦਾ ਰਿਹਾ, ਜਾਂ ਸਾਡੇ ਛੋਟੇ ਦੇ ਵਾਈਫ ਉਹ ਵੀ ਇੱਦਾਂ ਦੀ ਜਿਹੜੀ ਕਲਚਰਲ ਐਕਟੀਵਿਟੀ ਬਹੁਤ ਕਰਦੇ ਰਹਿੰਦੇ ਹੈਗੇ ਆ, ਅਤੇ ਉਸ ਸ਼ੌਕ ਦਾ ਕਰਕੇ ਅੱਗੇ ਤੋਂ ਅੱਗੇ ਉਹ ਤੁਰਿਆ ਆਉਂਦਾ ਹੈਗਾ। ਤੁਹਾਡਾ ਕਹਿਣ ਦਾ ਮਤਲਬ ਇਹ ਆ ਵੀ ਜੇ ਮਾਪੇ ਉਹਨਾਂ ਲਈ ਇੱਕ ਮਾਡਲ ਬਣਨ ਜੀ, ਜਾਂ ਮਾਪੇ ਵਿਸ਼ੇਸ਼ ਕੋਸ਼ਿਸ਼ ਕਰਨ, ਤਾਂ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਆਪਣੇ ਕਲਚਰ ਨਾਲ, ਭਾਸ਼ਾ ਨਾਲ ਜੋੜਿਆ ਜਾ ਸਕਦਾ। ਤੋ ਹੁਣ ਅਸੀਂ ਪਿਆਰੇ ਦਰਸ਼ਕੋ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਅਸੀਂ ਚੀਤਾ ਸਾਹਿਬ ਨਾਲ ਇਹ ਗੱਲਾਂ ਬਾਤਾਂ ਜਿਹੜੀਆਂ ਉਹ ਇਸੇ ਤਰ੍ਹਾਂ ਜਾਰੀ ਰੱਖਾਂਗੇ, ਅਤੇ ਤੁਸੀਂ ਕਿਤੇ ਨਹੀਂ ਜਾਣਾ। ਅਸੀਂ ਹੁਣੇ ਗਏ ਤੇ ਹੁਣੇ ਆਏ। ਕੀ ਤੁਸੀਂ ਕਿਸੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂ ਨਿਊ ਕਮਰ ਹੋਣ ਕਰਕੇ ਕੈਨੇਡਾ ਵਿੱਚ ਸੈਟਲ ਹੋਣ 'ਚ ਦਿੱਕਤ ਆ ਰਹੀ ਹੈ? ਜ਼ਿੰਦਗੀ ਦੀ ਇਸ ਕਠਿਨਾਈ ਭਰੇ ਦੌਰ 'ਚੋਂ ਲੰਘਣਾ ਸੱਚਮੁੱਚ ਬੜਾ ਮੁਸ਼ਕਿਲ ਹੈ। ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਇੱਕ ਐਸੀ ਸਮਾਜ ਸੇਵੀ ਸੰਸਥਾ ਹੈ ਜੋ ਗ੍ਰੇਟਰ ਟੋਰੰਟੋ ਏਰੀਆ ਵਿੱਚ ਸਿਹਤ ਸਮੱਸਿਆ, ਸੈਟਲਮੈਂਟ ਭਾਸ਼ਾ ਸਿੱਖਣੀ ਹੋਵੇ ਜਾਂ ਨਸ਼ਾ ਛੁਡਾਉਣਾ ਹੋਵੇ, ਹਰ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਦੀ ਹੈ। ਜੇਕਰ ਤੁਸੀਂ ਵੀ ਇਹਨਾਂ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਸਾਡੇ ਫੋਨ ਨੰਬਰ 9056770889 ਤੇ ਕਾਲ ਕਰੋ। ਜੀ ਹਾਂ, 9056770889 ਤੇ ਕਾਲ ਕਰੋ। ਵਧੇਰੇ ਜਾਣਕਾਰੀ ਲਈ www.pchs4u.com ਤੇ ਜਾਓ। ਈਮੇਲ ਵੀ ਕਰ ਸਕਦੇ ਹੋ info@pchs4u.com। Punjabi Community Health Services, serving diverse communities। ਅਸੀਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਸਰਦਾਰ ਹਰਦਿਆਲ ਸਿੰਘ ਚੀਤਾ ਹੋਰਾਂ ਨਾਲ ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੇ ਕਾਰਜਾਂ ਬਾਰੇ, ਉਹਨਾਂ ਦੀਆਂ ਸੰਸਥਾਵਾਂ ਜਿਹੜੀਆਂ ਜਿਨ੍ਹਾਂ 'ਚੋਂ ਕੰਮ ਕਰਦੇ ਨੇ ਜਾਂ ਜਿਨ੍ਹਾਂ ਨੂੰ ਉਹਨਾਂ ਨੇ ਸਥਾਪਿਤ ਕੀਤਾ ਹੈਗਾ, ਉਹਨਾਂ ਬਾਰੇ ਗੱਲਾਂ ਕਰ ਰਹੇ ਸਾਂ। ਹੁਣ ਅਸੀਂ ਚੀਤਾ ਜੀ ਕੁਛ ਇਹ ਜਾਣਨਾ ਚਾਹਾਂਗੇ ਜੀ ਕਿ ਜਿਵੇਂ ਦਰਸ਼ਕ ਦੇਖ ਰਹੇ ਨੇ ਕਿ ਤੁਸੀਂ ਇੱਕ ਵਿਸ਼ੇਸ਼ ਜਿਹੜੀ ਸੰਪਰਦਾਇ ਹੈ ਸਾਡੀ ਉਹਦੇ ਨਾਲ ਸੰਬੰਧਿਤ ਹੋ। ਮੇਰਾ ਭਾਵ ਇਹ ਆ ਕਿ ਆਪਣੇ ਨਾਮਧਾਰੀ ਸੰਸਥਾ ਨਾਲ, ਤੇ ਨਾਮਧਾਰੀ ਸੰਸਥਾ ਦੇ ਸੰਸਥਾਪਕ ਜਿਹੜੇ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਉਹ ਸਤਿਗੁਰੂ ਰਾਮ ਸਿੰਘ ਜੀ ਸੀਗੇ, ਔਰ ਬਹੁਤੇ ਲੋਕਾਂ ਨੂੰ ਸਿਰਫ ਇੰਨਾ ਹੀ ਪਤਾ ਆ ਕਿ ਉਹ ਨਾਮਧਾਰੀਆਂ ਦੇ ਗੁਰੂ ਸਨ। ਬਾਕੀ ਸਮਾਜ ਸੁਧਾਰ ਦੇ ਵਿੱਚ, ਆਜ਼ਾਦੀ ਦੀ ਲਹਿਰ ਦੇ ਵਿੱਚ ਉਹਨਾਂ ਦਾ ਕੀ ਯੋਗਦਾਨ ਆ, ਇਹਦੇ ਬਾਰੇ ਮੈਨੂੰ ਲੱਗਦਾ ਕਿ ਬਹੁਤੇ ਲੋਕ ਜਿਹੜੇ ਆ ਉਹ ਅਣਜਾਣ ਨੇ। ਸੋ ਮੈਂ ਇਹ ਚਾਹਾਂਗਾ ਕਿ ਤੁਸੀਂ ਜਿਹੜੇ ਸੰਸਥਾਪਕ ਨੇ, ਜਿਨ੍ਹਾਂ ਨੇ ਇਹ ਧਰਮ ਦੀ ਨੀਂਹ ਰੱਖੀ ਜਾਂ ਜਿਨ੍ਹਾਂ ਨੇ ਇਹ ਜਿਹੜਾ ਸ਼ੁਰੂ ਕੀਤਾ, ਉਹਨਾਂ ਬਾਰੇ ਤੁਸੀਂ ਥੋੜ੍ਹੀ ਜਿਹੀ ਸੰਖੇਪ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿਓ। ਜ਼ਰੂਰ ਜੀ। ਜਿੱਦਾਂ ਆਪਣੇ ਸਾਰੇ ਸਿੱਖ ਸਮਾਜ ਦੇ ਵਿੱਚ ਇੱਕ ਨਾਮਧਾਰੀ ਸੰਸਥਾ ਵੀ
ਬਹੁਤ ਵੱਡੀ ਔਰ ਜਿਹੜੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਰਹਿਤ ਮਰਿਆਦਾ ਦਿੱਤੀ, ਉਹਦੇ ਵਿੱਚ ਪਰਪੱਕ ਇਹ ਸੰਸਥਾ ਹੈਗੀ ਜੀ। ਇਹਨਾਂ ਦੇ ਸੰਸਥਾਪਕ ਜੋ ਕਹਿ ਲਓ ਕੂਕਾ ਲਹਿਰ ਜਾਂ ਨਾਮਧਾਰੀ ਲਹਿਰ ਦੇ ਸਤਿਗੁਰੂ ਰਾਮ ਸਿੰਘ ਜੀ ਹੋਏ ਨੇ ਜੀ। ਉਹਨਾਂ ਦਾ ਜਨਮ 3 ਫਰਵਰੀ 1816 ਚ ਹੋਇਆ ਸੀ। ਭੈਣੀ ਸਾਹਿਬ ਲੁਧਿਆਣੇ ਦੇ ਲਾਗੇ ਭੈਣੀ ਸਾਹਿਬ, ਅੱਜ ਕੱਲ੍ਹ ਪਹਿਲਾਂ ਭੈਣੀ ਰਾਈਆਂ ਉਹਦਾ ਨਾਂ ਸੀਗਾ, ਠੀਕ ਹੈ, ਤੇ ਫਿਰ ਉਹ ਭੈਣੀ ਸਾਹਿਬ ਸਤਿਕਾਰ ਵਜੋਂ ਆਪਾਂ ਉਹਨਾਂ ਦਾ ਨਾਮ ਲੈਂਦੇ ਹੈਗੇ। ਤੇ ਉਹ ਫਿਰ ਚਲੋ ਬਚਪਨ ਤੋਂ ਹੀ ਰੁਚੀ ਤਾਂ ਉਹਨਾਂ ਦੀ ਧਾਰਮਿਕ ਸੀਗੀ ਜੀ। ਫਿਰ ਫੌਜ ਵਿੱਚ ਭਰਤੀ ਹੋਏ, ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਉਹਨਾਂ ਨੇ ਮਤਲਬ ਨੌਕਰੀ ਕੀਤੀ ਜੀ। ਪਰ ਜਦੋਂ ਤਕਰੀਬਨ 1845 ਦੇ ਵਿੱਚ ਜਾਂ ਕਹਿ ਲਓ ਕਿ 1839 'ਚ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਇਸ ਦੁਨੀਆ ਤੋਂ ਚਲੇ ਗਏ, ਉਸ ਤੋਂ ਬਾਅਦ ਜਦੋਂ ਰਾਜ ਦੇ ਵਿੱਚ ਉਹਨਾਂ ਦੇ ਬਣਾਏ ਹੋਏ ਏਡੇ ਵੱਡੇ ਰਾਜ ਵਿੱਚ ਜਿਹੜਾ 40 ਸਾਲਾਂ 'ਚ ਉਹਨਾਂ ਨੇ ਇੰਨੀ ਵਧੀਆ ਢੰਗ ਨਾਲ ਚਲਾਇਆ ਸੀ, ਜਦੋਂ ਉਹਦੇ 'ਚ ਉਥਲ ਪੁਥਲ ਆ ਗਈ, ਜਦੋਂ ਉਹਦੇ 'ਚ ਨਿਘਾਰ ਆ ਗਿਆ ਜਾਂ ਆਪੋ ਧਾਗ ਪੈ ਗਈ ਸਿੱਖ ਸਰਦਾਰਾਂ ਦੀ, ਹਾਂਜੀ ਹਾਂਜੀ ਹਾਂਜੀ, ਕਿਉਂਕਿ ਆਪਣੀ ਜਦੋਂ ਗਦਾਰੀ ਕਰਨ ਲੱਗ ਪੈਣ ਤੇ ਫਿਰ ਕੁਝ ਨਹੀਂ ਬਚਦਾ ਜੀ। ਤੇ ਉਹ ਉਥਲ ਪੁਥਲ ਨੂੰ ਵੇਖ ਕੇ, ਹਾਲਾਂਕਿ ਉਹ ਫੌਜ ਵਿੱਚ ਉਹਨਾਂ ਨੇ ਮੁਦਕੀ ਦੀ ਲੜਾਈ ਵੀ ਲੜੀ ਜੀ, ਉਹਦੇ ਵਿੱਚ ਜਦੋਂ ਦੇਖਿਆ ਵੀ ਆਪਣੇ ਹੀ ਗਦਾਰੀ ਕਰ ਗਏ, ਫਿਰ ਉਹਨਾਂ ਨੇ ਉੱਥੋਂ ਪੈਰ ਪਿੱਛੇ ਹਟਾ ਕੇ ਤੇ ਫਿਰ ਉਹ ਉੱਥੇ ਉਹ ਫੌਜ ਦੀ ਨੌਕਰੀ ਨੂੰ ਤਿਆਗ ਕੇ ਫਿਰ ਭੈਣੀ ਸਾਹਿਬ ਆ ਗਏ, ਠੀਕ ਹੈ। ਹਾਲਾਂਕਿ ਰਸਤੇ ਵਿੱਚ ਹਜਰੋਂ, ਇੱਕ ਪਿੰਡ ਹਜਰੋਂ, ਉੱਥੇ ਸਤਿਗੁਰੂ ਬਾਲਕ ਸਿੰਘ ਜਿਨ੍ਹਾਂ ਨੂੰ ਉਹਨਾਂ ਨੇ ਬਕਾਇਦਾ ਤੌਰ ਤੇ ਇਹਨਾਂ ਨੂੰ ਗੱਦੀ ਦੇ ਕੇ ਨਵਾਜਿਆ ਵੀ ਅੱਗੇ ਜਿਹੜਾ ਕਾਰਜ ਆ ਤੁਸੀਂ ਸੰਭਾਲੋ, ਠੀਕ ਹੈ। ਫਿਰ ਜਦੋਂ ਭੈਣੀ ਸਾਹਿਬ ਆ ਗਏ ਤੇ ਇੱਥੇ ਆਣ ਕੇ ਪਹਿਲਾਂ ਤਾਂ ਕਿਉਂਕਿ ਜਿੱਦਾਂ ਆਪਾਂ ਬੁੱਧੀਜੀਵੀ ਦੇਖਦੇ ਹਾਂ ਵੀ ਸਮਾਜ 'ਚ ਨਿਘਾਰ ਆਉਣ ਦੇ ਕਾਰਨ ਜਾਂ ਸਾਡੇ ਤੇ ਕੀ ਗਲਤ ਹੋ ਰਿਹਾ ਹੈਗਾ ਆ, ਉਹ ਮਤਲਬ ਉਹਨੂੰ ਉਹਨਾਂ ਨੇ ਵਾਚ ਕੇ ਫਿਰ ਜਦੋਂ ਦੇਖਿਆ ਕਿ ਅੰਗਰੇਜ਼ਾਂ ਦੀਆਂ ਨੀਤੀਆਂ ਸਾਨੂੰ ਪਹਿਲਾਂ ਤੇ ਪਾੜੋ ਤੇ ਰਾਜ ਕਰੋ, ਉਹ ਕੀ ਕਰਦੇ ਸੀ ਵੀ ਜਿਹੜਾ ਉੱਦਾਂ ਨਹੀਂ ਸੀ ਉਹਨਾਂ ਦੇ ਅੰਡਰ ਆ ਰਿਹਾ, ਉਹਨਾਂ ਨੇ ਆਰਾਮ ਨਾਲ ਦੂਸਰੇ ਨੂੰ ਲੜਾ ਕੇ ਜਾਂ ਦੂਜੇ ਰਾਜਿਆਂ ਨੂੰ ਜਾਂ ਰਿਆਸਤਾਂ ਨੂੰ ਡਿਵਾਈਡ ਐਂਡ ਰੂਲ ਹੋ ਗਿਆ ਕਿ ਅਸੀਂ ਤੇਰੇ ਵੱਲ ਦੇ ਹੈਗੇ ਆ, ਆਪਾਂ ਉਹਨੂੰ ਦਬਾ ਲੈਂਦੇ ਹਾਂ। ਇਸ ਢੰਗ ਨਾਲ ਕਰਕੇ ਜਦੋਂ ਪੰਜਾਬ ਤੇ ਉਹਨਾਂ ਦਾ ਪੂਰਨ ਤੌਰ ਤੇ ਕਬਜ਼ਾ ਹੋ ਗਿਆ, ਇਸ ਗੱਲ ਨੂੰ ਜਦੋਂ ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਆਈ, ਜਾਂ ਹਰ ਸਿਆਣੇ ਬੰਦੇ ਦੇ, ਮੈਂ ਕਹਿੰਦਾ ਵੀ ਇੰਟੈਲੈਕਚੁਅਲ ਜਿਹੜੇ ਸਾਡੇ ਸਮਾਜ ਦੇ ਆਗੂ ਆ, ਉਹਨਾਂ ਦੇ ਵਿੱਚ ਆਉਂਦੀ ਆ। ਉਹਨਾਂ ਨੇ ਦੇਖਿਆ ਕਿ ਇਹ ਅੱਗੇ ਤੋਂ ਅੱਗੇ ਜਿਹੜਾ ਖਾਸ ਕਰਕੇ ਜੋ ਸੱਭਿਆਚਾਰਕ ਆ ਜਾਂ ਸਾਡਾ ਇੱਥੇ ਗਲਬਾ ਉਹਨਾਂ ਦਾ ਉਸ ਢੰਗ ਨਾਲ ਕਰ ਰਹੇ ਆ। ਈਵਨ ਜਦੋਂ ਅੰਗਰੇਜ਼ਾਂ ਨੇ ਪੜ੍ਹਾਈ ਜਾਂ ਸਿੱਖਿਆ ਨੀਤੀ ਬਣਾਈ ਆ, ਕਿਉਂਕਿ ਉਦੋਂ ਪਹਿਲਾਂ ਕੋਈ ਬਕਾਇਦਾ ਸਿੱਖਿਆ ਨੀਤੀ ਨਹੀਂ ਸੀਗੀ, ਜਿੱਦਾਂ ਆਪਾਂ ਨੂੰ ਪਤਾ ਹੀ ਹੈ, ਤੇ ਉਸ ਸਿੱਖਿਆ ਨੀਤੀ ਦੇ ਤਹਿਤ ਜਦੋਂ ਉਹਨਾਂ ਨੇ ਈਸਾਈਅਤ ਦਾ ਵੀ ਪ੍ਰਚਾਰ ਜ਼ਿਆਦਾ ਸ਼ੁਰੂ ਕਰ ਦਿੱਤਾ। ਮੈਂ ਥੋੜਾ ਐਡ ਕਰਨਾ ਚਾਹਾਂਗਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜੀ ਸਿੱਖਿਆ ਹੈ ਨਾ, ਉਹ ਬੜੀ ਪ੍ਰਫੁੱਲਤ ਸੀਗੀ, ਔਰ ਉਹਨਾਂ ਨੇ ਮਤਲਬ ਇਹ ਸ਼ਰਤ ਰੱਖੀ ਸੀਗੀ ਕਿ ਜਿੱਥੇ ਕੋਈ ਧਾਰਮਿਕ ਸਥਾਨ ਹੋਏਗਾ ਉਹਦੇ ਨਾਲ ਸਕੂਲ ਹੋਏਗਾ, ਉਹ ਭਾਵੇਂ ਮੰਦਿਰ ਹੋਵੇ, ਮਸਜਿਦ ਹੋਵੇ, ਗੁਰਦੁਆਰਾ ਹੋਵੇ। ਤਾਂ ਉਹਨਾਂ ਨੇ ਇਹ ਆਪਾਂ ਕਹਿ ਸਕਦੇ ਹਾਂ ਕਿ ਉਹ ਜਿਹੜੀ ਉਹ ਨੀਤੀ ਸੀਗੀ ਮਹਾਰਾਜਾ ਰਣਜੀਤ ਸਿੰਘ ਦੀ, ਉਹ ਲੋਕਾਂ ਦੇ ਭਲੇ ਦੀ ਨੀਤੀ ਸੀਗੀ, ਤੇ ਅੰਗਰੇਜ਼ਾਂ ਨੇ ਜਿਹੜੀ ਨੀਤੀ ਬਣਾਈ ਉਹ ਡਿਵਾਈਡ ਐਂਡ ਰੂਲ ਵਾਲੀ ਜੀ, ਔਰ ਉਹ ਉਹਨਾਂ ਦੇ ਆਪਣੇ ਭਲੇ ਲਈ, ਉਹਨਾਂ ਨੇ ਆਪਣੇ ਭਲੇ ਲਈ, ਠੀਕ ਹੈ, ਜਿਨ੍ਹਾਂ ਨੇ ਆਪਣੇ ਵਿਰੋਧੀ ਉਹਨਾਂ ਨੇ ਵਰਤਿਆ, ਆਪਣਿਆਂ ਨੂੰ ਆਪਣੇ ਵਿਰੋਧੀ ਵਰਤਿਆ, ਠੀਕ ਹੈ। ਈਵਨ ਜਦੋਂ ਬਾਅਦ 'ਚ ਲੜਾਈਆਂ ਵੀ ਹੁੰਦੀਆਂ ਰਹੀਆਂ, ਈਵਨ ਬੰਗਾਲ ਦੇ ਮੇਰੇ ਖਿਆਲ ਜਿਹੜੇ ਪੰਜਾਬੀ ਬੰਗਾਲੀਆਂ ਨਾਲ ਵੀ ਸਾਨੂੰ ਲੜਾਈ ਕਰਨੀ ਪਈ, ਸਿੱਖਾਂ ਨੂੰ, ਪੰਜਾਬੀਆਂ ਨੂੰ, ਇਸੇ ਚੱਕਰ 'ਚ ਹੀ, ਮਤਲਬ ਕਿਉਂਕਿ ਡਿਵਾਈਡ ਐਂਡ ਰੂਲ ਉਹਨਾਂ ਦਾ ਇੱਕ ਮਕਸਦ ਹੀ ਇਹ ਸੀਗਾ, ਜਿਹਨੂੰ ਲੈ ਕੇ ਖੈਰ ਇਤਿਹਾਸ ਤਾਂ ਬਹੁਤ ਲੰਬਾ ਹੋ ਜਾਂਦਾ। ਪਰ ਇਹ ਹੈ ਕਿ ਜਦੋਂ ਫਿਰ ਇਹਨਾਂ ਸਾਰੀਆਂ ਗੱਲਾਂ ਨੂੰ ਵਾਚਿਆ, ਉਹਨਾਂ ਨੇ ਕਿਹਾ ਵੀ ਸਮਾਜ ਸੁਧਾਰ ਸਿਰਫ ਇੱਦਾਂ ਹੀ ਨਹੀਂ ਹੋਣਾ, ਜਾਂ ਅੰਗਰੇਜ਼ਾਂ ਨੇ ਜਿਹੜੀ ਸਾਡੇ 'ਤੇ ਇੱਕ ਗੁਲਾਮ ਸਾਨੂੰ ਬਣਾ ਲਿਆ ਹੈਗਾ, ਗਲਬਾ ਪਾ ਲਿਆ ਹੈ, ਉਹਨੂੰ ਹਟਾਉਣ ਵਾਸਤੇ ਅਸੀਂ ਇਹਦਾ ਸਮਾਜਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ, ਆਰਥਿਕ ਤੌਰ 'ਤੇ ਉਹਨਾਂ ਦਾ ਬਾਈਕਾਟ ਸ਼ੁਰੂ ਕਰ ਦਿੱਤਾ। ਉਹਨਾਂ ਦੇ ਜਿਹੜੇ ਵਿਚਾਰ ਸੀਗੇ ਸਤਿਗੁਰੂ ਰਾਮ ਸਿੰਘ ਹੋਰਾਂ ਦੇ, ਮਤਲਬ ਸਮਾਜ ਨੂੰ ਅੱਗੇ ਵਧਾਉਣ ਲਈ, ਸਮਾਜ 'ਚੋਂ ਕੁਰੀਤੀਆਂ ਕਰਨ ਲਈ, ਉਹ ਮੁੱਖ ਤੌਰ ਦੇ ਉੱਤੇ ਕੀ ਸੀਗੇ, ਉਹਦੇ ਬਾਰੇ ਕੁਝ ਦੱਸੋ। ਉਹਨਾਂ ਦੇ ਸਭ ਤੋਂ ਪਹਿਲਾਂ ਤਾਂ ਜਿਹੜੀ ਸਮਾਜਿਕ ਨਾਮ ਬਰਾਬਰੀ ਤੋਂ ਲੈ ਕੇ
ਈਵਨ ਬੱਚਿਆਂ ਦੇ ਵਿੱਚ, ਜਿੱਦਾਂ ਹੁਣ ਬੱਚਿਆਂ ਉਦੋਂ ਤਾਂ ਇਹ ਵੀ ਹੁੰਦਾ ਸੀ ਕਿ ਜੰਮਦੀਆਂ ਬੱਚੀਆਂ ਨੂੰ ਹੀ ਕਈ ਵਾਰੀ ਗਲ ਘੁੱਟ ਦਿੱਤਾ ਜਾਂਦਾ ਸੀ, ਜਾਂ ਪੁਰਾਣੀ ਟ੍ਰੈਡੀਸ਼ਨ ਇਹ ਚੱਲੀ ਆਈ ਸੀ ਕਿ ਬੱਚੀਆਂ ਨੂੰ ਬਹੁਤਾ ਨਹੀਂ ਸੀ ਪ੍ਰੈਫਰ ਕਰਦੇ, ਹੈ ਨਾ। ਅਤੇ ਇੱਕ ਤਾਂ ਉਹ ਹੋ ਗਿਆ। ਫਿਰ ਉਹਨਾਂ ਨੇ ਬਾਲ ਵਿਆਹ ਜਿਹੜਾ ਸਮਾਜ ਦੇ ਵਿੱਚ ਸੀ, ਬਾਲ ਵਿਵਾਹ ਬਹੁਤ ਜਲਦੀ ਛੋਟੀ ਉਮਰ ਵਿੱਚ ਬੱਚੀਆਂ ਦੀ ਸ਼ਾਦੀ ਕਰ ਦਿੰਦੇ ਸੀ, ਉਹਨੂੰ ਵੀ ਉਹਨਾਂ ਨੇ ਰੋਕਿਆ। ਇੱਕ ਹੋਰ ਸੀ ਗੱਲ ਕਿ ਜਿਹੜਾ ਕਿਉਂਕਿ ਇੱਕ ਦਿਮਾਗ 'ਤੇ ਗੱਲ ਹੁੰਦੀ ਸੀ ਕਿ ਜੇ ਬੱਚੀਆਂ ਅਤੇ ਉਹਨਾਂ ਦਾ ਜਦੋਂ ਵਿਆਹ ਸ਼ਾਦੀ ਕਰਨੀ, ਉਹਨਾਂ ਦੇ ਖਰਚੇ ਬਹੁਤ ਹੈਗੇ ਆ। ਸਭ ਤੋਂ ਵੱਡੀ ਗੱਲ ਔਰ ਸਭ ਤੋਂ ਸੌਖਾ ਜਿਹੜੀ ਵਿਆਹ ਦੀ ਰਸਮ ਉਹਨਾਂ ਨੇ ਕੀਤੀ। ਮੈਂ ਵੀ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ, ਸਾਨੂੰ ਕਹਿੰਦੇ ਸੀ ਸਾਡਾ ਮਤਲਬ ਇਹਨਾਂ ਦਾ ਵਿਆਹ 1 ਰੁਪਈਏ ਨਾਲ ਹੋ ਜਾਂਦਾ ਹੈ। ਠੀਕ ਹੈ। ਅਤੇ ਪਰ ਗੱਲ ਇਹ ਸੀਗੀ ਕਿ ਉਹ ਉਹਨਾਂ ਨੇ ਬਿਨਾਂ ਖਰਚਾ, ਮਤਲਬ ਤੁਹਾਡੇ 'ਤੇ ਕੋਈ ਬਿਨਾਂ ਬੋਝ ਪਾਏ, ਠੀਕ ਹੈ, ਤੁਹਾਡੇ 'ਤੇ ਦਿਮਾਗੀ ਤੌਰ 'ਤੇ ਕੋਈ ਨਾ ਪ੍ਰੈਸ਼ਰ ਹੋਵੇ ਕਿ ਅਸੀਂ ਬੱਚੀ ਦਾ ਵਿਆਹ ਸ਼ਾਦੀ ਕਿੱਦਾਂ ਕਰਨੀ ਹੈ, ਉਹ ਖਰਚਿਆਂ ਨੂੰ ਘਟਾਉਣ ਵਾਸਤੇ ਉਹਨਾਂ ਨੇ ਇੱਕ ਬਹੁਤ ਵੱਡੀ ਇਹ ਗੱਲ ਕੀਤੀ ਕਿ ਜਿਹੜੀ ਬੱਚੀਆਂ ਦੇ ਵਿਆਹ ਸ਼ਾਦੀਆਂ ਵਾਸਤੇ ਜਾਂ ਜੋੜਿਆਂ ਦੇ ਵਿਆਹ ਸ਼ਾਦੀਆਂ ਵਾਸਤੇ ਸੌਖਾ ਕੰਮ ਕਰ ਦਿੱਤਾ ਵੀ ਬਿਨਾਂ ਦਾਜ ਦਹੇਜ ਤੋਂ ਇਹ ਚਲੋ ਕਰੋ ਜੀ। ਫਿਰ ਅੰਮ੍ਰਿਤ ਸੰਚਾਰ ਜਿਹੜੀ ਕਿ ਕਾਫੀ ਸਾਰਾ ਨਿਘਾਰ ਆ ਗਿਆ ਸੀ ਸਾਡੇ ਇਸ ਸਮਾਜ ਦੇ ਵਿੱਚ, ਖਾਸ ਕਰਕੇ ਸਿੱਖੀ ਦਾ। ਉਹਨਾਂ ਨੇ ਅੰਮ੍ਰਿਤ ਸੰਚਾਰ ਬਹੁਤ ਕੀਤਾ। ਸਤਿਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਮਰਿਆਦਾ ਉਹਨੂੰ ਲੈ ਕੇ ਅੱਗੇ ਤੋਂ ਅੱਗੇ ਬਹੁਤ ਸਾਰੇ ਉਹਨਾਂ ਦੇ ਪੈਰੋਕਾਰ ਹੋ ਗਏ ਸੀ। ਉਦੋਂ ਲੱਖਾਂ ਦੇ ਹਿਸਾਬ ਨਾਲ ਆਪਾਂ ਉਦੋਂ ਕਹਿ ਸਕਦੇ ਹਾਂ, ਕਿ ਕਿਉਂਕਿ ਆਪਾਂ ਹੁਣ ਪੜ੍ਹਦੇ ਹਾਂ ਉਹਦੇ 'ਚ ਇੰਨੀ ਗਿਣਤੀ ਦਿੱਤੀ ਗਈ, 10 ਲੱਖ ਤੋਂ ਜ਼ਿਆਦਾ ਉਹਨਾਂ ਦੇ ਪੈਰੋਕਾਰ ਹੋ ਗਏ ਸੀ। ਠੀਕ ਆ। ਇੱਕ ਤਾਂ ਇਹਨਾਂ ਨੇ ਮਤਲਬ ਅੰਮ੍ਰਿਤ ਸੰਚਾਰ ਕਰਕੇ ਸਿੱਖੀ ਨੂੰ ਵਧਾਉਣ ਦਾ ਕੰਮ ਕੀਤਾ ਜੀ। ਇੱਕ ਜਿਹੜੀ ਸੀਗੀ ਕਿ ਬੱਚੀਆਂ ਦੇ ਵਿਆਹ ਤੇ ਖਰਚ ਜ਼ਿਆਦਾ ਹੁੰਦਾ, ਉਹ ਘੱਟ ਕਰਤਾ। ਹੋਰ ਕੋਈ ਹੋਰ ਮਤਲਬ ਹੋਰ ਵੀ ਈਵਨ ਜਿਹੜੀ ਹੁਣ ਪੜ੍ਹਾਈ ਆ ਬੱਚਿਆਂ ਲਈ, ਉਹ ਵੀ ਜ਼ਰੂਰੀ ਕਰਤੀ ਕਿ ਪੜ੍ਹਿਆ ਲਿਖਿਆ ਹੋਣਾ ਚਾਹੀਦਾ, ਸਮਝਦਾਰ ਤਾਂ ਹੀ ਬਣ ਸਕਦੇ ਹਾਂ ਜਦੋਂ ਅਸੀਂ ਪੜ੍ਹੇ ਲਿਖੇ ਹੋਵਾਂਗੇ। ਸਿੱਖਿਆ ਜ਼ਰੂਰੀ ਆ। ਫਿਰ ਉਸ ਤੋਂ ਬਾਅਦ ਜਿਹੜੀ ਉਹਨਾਂ ਨੂੰ ਗੱਲ ਇਹ ਖੜਕਦੀ ਸੀ ਕਿ ਅੰਗਰੇਜ਼ ਸਾਡੇ 'ਤੇ ਜਿਹੜਾ ਗਲਬਾ ਪਾ ਰਹੇ ਹੈਗੇ ਆ, ਵੀ ਜਿਹੜੀਆਂ ਉਹਨਾਂ ਦੀਆਂ ਮਿੱਲਾਂ ਦਾ ਕੱਪੜਾ ਵਗੈਰਾ ਸੀ ਉਹਦਾ ਵੀ ਬਾਈਕਾਟ ਕਰਨਾ, ਉਹਨਾਂ ਦੇ ਸਿਸਟਮ ਦਾ ਸਾਰੇ ਦਾ ਡਾਕ ਤਾਰ ਰੇਲਾਂ ਵਿੱਚ ਨਹੀਂ ਸੀ ਚੜ੍ਹਦੇ ਹੁੰਦੇ, ਆਪਣੀ ਇਹਨਾਂ ਦੀ ਬਣਾਈ ਸੀਗੀ। ਜਾਂ ਡਾਕ ਸਿਸਟਮ ਇੱਦਾਂ ਵਧੀਆ ਸੀ ਜਿੱਦਾਂ ਆਪਾਂ ਦੇਖਦੇ ਹਾਂ ਮਨਾਰੇ ਹੁੰਦੇ ਨਾ ਪਿੰਡਾਂ 'ਚ, ਹਾਂਜੀ, ਕਾਫੀ ਦੂਰ ਦੂਰ ਮਤਲਬ ਪਿੰਡਾਂ 'ਚ ਮਨਾਰੇ ਹੁੰਦੇ ਆ। ਇੱਦਾਂ ਉਹਨਾਂ ਦਾ ਇੱਕ ਨਿਸ਼ਾਨਦੇਹੀ ਕੀਤੀ ਹੁੰਦੀ ਸੀ ਕਿ ਅੱਗੇ ਤੋਂ ਅੱਗੇ ਡਾਕ ਉਹਨਾਂ ਨੇ ਲੈ ਕੇ ਜਾਣੀ ਹੈਗੀ ਆ। ਸਾਰਿਆਂ ਦੀਆਂ ਡਿਊਟੀਆਂ ਹੁੰਦੀਆਂ ਸੀਗੀਆਂ ਕਿ ਅੱਜ ਤੇ ਜਿਹੜੀ ਵੀ ਕੋਈ ਚਿੱਠੀ ਪੱਤਰ ਹੈਗਾ ਤੁਸੀਂ ਅਗਲੇ ਥਾਂ ਪਹੁੰਚਾਉਣਾ, ਉਹਨਾਂ ਨੇ ਅਗਲੇ ਥਾਂ ਪਹੁੰਚਾਉਣਾ। ਮਤਲਬ ਆਪਣਾ ਇੱਕ ਇਹ ਸਿਸਟਮ, ਇੱਕ ਡਾਕ ਸਿਸਟਮ ਜਿਹੜਾ ਉਹ ਆਪਣਾ ਕੀਤਾ ਸੀਗਾ। ਔਰ ਜਿਹੜੀ ਇੱਕ ਬੁਰਾਈ ਸਾਡੇ ਸਮਾਜ ਦੇ ਵਿੱਚ ਉਸ ਸਮੇਂ ਬੜੀ ਵੱਡੀ ਸੀਗੀ, ਉਹ ਸੀਗੀ ਵਿਆਜ ਲੈਣ ਦੀ। ਹਾਂਜੀ, ਉਹ ਜਿਹੜਾ ਜੀ ਉਹ ਸਤਿਗੁਰੂ ਰਾਮ ਸਿੰਘ ਹੋਰਾਂ ਨੇ ਰੋਕਿਆ। ਔਰ ਆਜ਼ਾਦੀ ਦੀ ਲੜਾਈ ਦੇ ਵਿੱਚ ਮੈਨੂੰ ਇੱਦਾਂ ਲੱਗਦਾ ਕਿ 1870 ਦੇ ਕਰੀਬ ਉਹਨਾਂ ਨੇ ਜਿਹੜੀ ਆ ਨਾ ਬ੍ਰਿਟਿਸ਼ ਦੀਆਂ ਜਿਹੜੀਆਂ ਵਸਤਾਂ, ਯਾਨੀ ਕਿ ਹਰ ਕਿਸਮ ਦਾ ਬਾਈਕਾਟ, ਮਤਲਬ ਡਾਕ ਸਿਸਟਮ ਆਪਣਾ ਇਵੋਲਵ ਕੀਤਾ। ਔਰ ਦੇਖੋ ਮਤਲਬ ਬੜੀ ਹੈਰਾਨੀ ਵੀ ਹੁੰਦੀ ਆ ਕਿ ਉਹਨਾਂ ਸਮਿਆਂ ਦੇ ਵਿੱਚ ਇੱਕ ਪੈਰਲਲ ਡਾਕ ਸਿਸਟਮ ਜਿਹੜਾ ਇਜਾਦ ਕਰਨਾ, ਮਤਲਬ ਜਿੱਦਾਂ ਤੁਸੀਂ ਦੱਸਿਆ ਹੈਗਾ ਕਿ ਥੋੜੇ ਥੋੜੇ ਫਾਸਲੇ ਦੇ ਉੱਤੇ ਪਿੱਲਰ ਸੀਗੇ ਕਿ ਇਸ ਪਿੱਲਰ ਤੋਂ ਫਲਾਣਾ ਸਿੰਘ ਜਿਹੜਾ ਉਹ ਡਾਕ ਲਏਗਾ, ਅਗਲੇ ਪਿੱਲਰ ਤੇ ਰਹੇਗਾ। ਜਿੱਦਾਂ ਰਿਲੇ ਰੇਸ ਹੁੰਦੀ ਹੈਗੀ ਆ, ਜਿੱਦਾਂ ਬੈਟਨ ਜਿਹੜਾ ਹੈਗਾ ਉਹ ਅਗਲੇ ਐਥਲੀਟ ਨੂੰ ਫੜਾ ਦਿੰਦਾ ਹੈਗਾ। ਸੋ ਇਹ ਮਹਿਸੂਸ ਕੀਤਾ ਜਾਂਦਾ ਆ, ਮੈਂ ਪਰਸਨਲੀ ਵੀ ਇਹ ਮਹਿਸੂਸ ਕਰਦਾ ਆ ਕਿ ਇਹ 1870 ਦੇ ਕਰੀਬ ਉਹਨਾਂ ਨੇ ਮੂਵਮੈਂਟ ਜਿਹੜੀ ਆ ਇਹ ਸ਼ੁਰੂ ਕੀਤੀ ਹੈਗੀ ਆ ਜੀ। ਇਹ ਥੋੜੀ ਜਿਹੀ ਜਿਹੜੀ ਡਾਕ ਸਿਸਟਮ ਇਹਨਾਂ ਨੇ 1860 ਵਿੱਚ, ਹਾਂਜੀ, ਜਿਹੜਾ ਇਹ ਸਾਰਾ ਸਿਸਟਮ ਹੈਗਾ ਨਾ ਕਿ ਬਈ ਜਿਹਨੂੰ ਆਪਾਂ ਕਹਿੰਦੇ ਆ ਮਤਲਬ ਸੱਤਿਆਗ੍ਰਹਿ ਕਹਿੰਦੇ ਆ ਜਾਂ ਸਵਦੇਸ਼ੀ ਕਹਿੰਦੇ ਆ ਜਾਂ ਨਾਮਿਲਵਰਤਨ ਕਹਿੰਦੇ ਆ, ਉਹਦੇ 'ਚ ਸਾਡੇ ਬਹੁਤੇ ਲੋਕ ਜਿਹੜੇ ਨੇ ਉਹ ਕੇਵਲ ਮਹਾਤਮਾ ਗਾਂਧੀ ਨਾਲ ਹੀ ਜੋੜ ਕੇ ਦੇਖਦੇ ਨੇ। ਔਰ ਇਤਿਹਾਸਕ ਤੌਰ ਦੇ ਉੱਤੇ 1869 ਵਿੱਚ ਮਹਾਤਮਾ ਗਾਂਧੀ ਪੈਦਾ ਹੁੰਦੇ ਆ। ਔਰ ਉਦੋਂ ਤੱਕ ਜਿਹੜੇ ਸਤਿਗੁਰੂ ਰਾਮ ਸਿੰਘ ਆ ਉਹ ਸਾਰਾ ਕੁਝ ਜਿਹੜਾ ਉਹ ਸ਼ੁਰੂ ਕਰ ਚੁੱਕੇ ਹੈਗੇ। ਵੱਡੀ ਪੱਧਰ ਦੇ ਫੈਲਾਅ ਇੱਦਾਂ ਕਹਿ ਲਓ ਕਿ ਜਿਹੜੀ ਨਾਮ ਮਿਲਵਰਤਨ ਆ ਜਾਂ ਮਤਲਬ ਜਿਹੜਾ ਉਹਨਾਂ ਦਾ ਬਾਈਕਾਟ ਹੈਗਾ ਕਿ ਸਵਦੇਸ਼ੀ ਚੀਜ਼ਾਂ ਜਿਹੜੀਆਂ ਉਹ ਉਹਨਾਂ ਦੀ ਵਰਤੋਂ ਕਰੋ, ਇਹ ਸਤਿਗੁਰੂ ਰਾਮ ਸਿੰਘ ਹੋਰਾਂ ਨੇ ਉਦੋਂ ਸ਼ੁਰੂ ਕਰ ਦਿੱਤਾ ਸੀਗਾ ਜਦੋਂ ਮਹਾਤਮਾ ਗਾਂਧੀ ਅਜੇ ਪੈਦਾ ਹੋਏ ਸੀ। ਅੱਛਾ, ਹੁਣ ਇਹ ਜਿਹੜੇ ਤੁਸੀਂ ਦੱਸੇ ਹੈਗੇ ਆ ਵਿਆਹ ਦੀ ਰਸਮ ਦੀ ਗੱਲ ਦੱਸੀ ਆ, ਜਾਂ ਤੁਸੀਂ ਦੱਸਿਆ ਹੈਗਾ ਕਿ ਬਈ
ਬੱਚੀਆਂ ਦੇ ਜਿਹੜੇ ਵਿਆਹ ਥੋੜੇ ਕੀਤੇ ਖਰਚਦੇ ਕੀਤੇ ਜਾਣ ਜਾਂ ਜਿਹੜਾ ਪੜਾਇਆ ਵੀ ਜਾਵੇ, ਐਜੂਕੇਸ਼ਨ ਦਿੱਤੀ ਜਾਵੇ, ਨਾਲ ਦੀ ਨਾਲ ਵਿਆਜ ਜਿਹੜਾ ਉਹ ਨਾ ਲਿਆ ਜਾਵੇ ਬਈ ਇਹਦੇ ਨਾਲ ਬੜੀ ਇੱਕ ਜ਼ੁਲਮ ਵਾਲੀ ਗੱਲ ਉਹਨਾਂ ਨੇ ਦੱਸੀ ਹੈਗੀ ਆ। ਕੀ ਇਹ ਹੁਣ ਚੀਜ਼ਾਂ ਸੰਗਤ ਦੇ ਵਿੱਚ ਜਾਂ ਨਾਮਧਾਰੀ ਜਿਹੜੀ ਲਹਿਰ ਹੈਗੀ ਆ ਇਹਦੇ ਵਿੱਚ ਕੀਤੀਆਂ ਜਾਂਦੀਆਂ ਨੇ, ਉਹਨਾਂ ਤੇ ਅਮਲ ਹੋ ਰਿਹਾ ਆ? ਅਸਲ 'ਚ ਗੱਲ ਇਹ ਹੈਗੀ ਆ ਕਿ ਜਿਉਂ-ਜਿਉਂ ਨਾ ਮੌਕਾ ਅੱਗੇ ਤੋਂ ਅੱਗੇ ਚੱਲਦਾ ਹੈਗਾ, ਕੁਛ ਨਾ ਕੁਛ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ, ਕੁਛ ਸੁਧਾਰ ਆ ਜਾਂਦੇ ਆ। ਪਰ ਕਿਉਂਕਿ ਆਲਾ ਦੁਆਲਾ ਪ੍ਰਭਾਵਿਤ ਕਰਦਾ ਹੈਗਾ ਆ, ਹੋ ਸਕਦਾ ਵਿਆਹਾਂ ਸ਼ਾਦੀਆਂ ਵਿੱਚ ਮੈਂ ਫਿਰ ਆਪਣੀ ਗੱਲ ਕਰਦਾ ਵੀ ਜਿੱਥੋਂ ਤੱਕ ਮੇਰਾ ਸੀ ਤੇ ਅਸੀਂ ਉਦੋਂ ਤੱਕ ਠੀਕ ਸੀਗੇ, ਜਾਂ ਮਤਲਬ ਅਸੀਂ ਬਿਨਾਂ ਕਿਸੇ ਲੈਣ ਦੇਣ ਤੋਂ, ਈਵਨ ਮੇਰੇ ਬੱਚਿਆਂ ਨੇ ਬਿਨਾਂ ਕਿਸੇ ਲੈਣ ਦੇਣ ਤੋਂ ਹੁਣ ਤੱਕ ਵੀ ਇੱਦਾਂ ਅਸੀਂ ਕਰ ਰਹੇ ਹੈਗੇ, ਹੈ ਨਾ ਜੀ। ਅਤੇ ਉਸ ਪਰੰਪਰਾ ਨੂੰ ਤਾਂ ਅਸੀਂ ਬਣਾਈ ਰੱਖਿਆ। ਦੂਸਰੀ ਇੱਕ ਹੋਰ ਗੱਲ ਜਿਹੜੀ ਸੀ, ਉਹ ਕਹਿੰਦੇ ਸੀ ਵੀ ਜਦੋਂ ਤੁਸੀਂ ਜਿਹੜੀ ਕਰਨੀ ਹੈਗੀ ਆ ਜਾਂ ਭਗਤੀ ਜਾਂ ਰੱਬ ਦਾ ਨਾਮ ਲੈਣਾ, ਉਹ ਬਹੁਤ ਵੱਡੀ ਗੱਲ ਹੈਗੀ ਆ, ਕਿਉਂਕਿ ਤੁਸੀਂ ਆਤਮਿਕ ਤੌਰ 'ਤੇ ਬੜੇ ਬਲਵਾਨ ਹੁੰਦੇ ਆ ਜਦੋਂ ਤੁਸੀਂ ਉੱਪਰ ਵਾਲੇ ਨਾਲ ਜੁੜਦੇ ਹੈਗੇ ਆ ਜੀ, ਚਾਹੇ ਉਹ ਕਿਸੇ ਵੀ ਰੂਪ ਵਿੱਚ ਆਪਾਂ ਨਾਂ ਲੈ ਲਈਏ ਉਹਦਾ, ਅਤੇ ਇੱਕ ਤੁਹਾਨੂੰ ਵੱਖਰੀ ਐਨਰਜੀ ਮਿਲ ਜਾਂਦੀ ਹੈਗੀ ਆ। ਅਤੇ ਅੱਜ ਦੇ ਜਿਹੜਾ ਯੁੱਗ ਆ ਉਹਦੇ ਵਿੱਚ ਅਸੀਂ ਕਰਦੇ ਤਾਂ ਹੈਗੇ ਆ, ਪਰ ਫਾਰਮੈਲਿਟੀ ਥੋੜ੍ਹੀ ਜ਼ਿਆਦਾ ਹੋ ਜਾਂਦੀ ਹੈ, ਜਾਂ ਅਸੀਂ ਸਿਰਫ ਇੱਕ ਟਾਈਮ ਹੀ ਸਿਰਫ ਟਾਈਮ ਬਾਉਂਡ ਹੀ ਹੋ ਗਏ ਆ। ਅਦਰਵਾਈਜ਼ ਜੇ ਅਸੀਂ ਕਹੀਏ ਵੀ ਪੂਰਾ ਉਹਨਾਂ 'ਤੇ ਤੁਰ ਹੁੰਦਾ, ਮੈਂ ਆਪਣੇ ਤੌਰ 'ਤੇ ਕਹਿੰਦਾ, ਪਰ ਫਿਰ ਵੀ ਬਹੁਤ ਹੈਗੇ ਆ ਸਾਡੇ ਤੋਂ ਬਹੁਤ ਉੱਪਰ ਹੈਗੇ ਆ ਜਿਹੜੇ ਸੇਵਾ ਕਰਦੇ ਆ, ਜਿਹੜੇ ਸਾਰਾ ਕੁਛ ਇਸ ਗੱਲ ਨੂੰ ਮੈਨੇਜ ਕਰ ਰਹੇ ਹੈਗੇ ਆ। ਸਾਡੇ ਪ੍ਰਧਾਨ ਜੀ 25 ਸਾਲ ਤੋਂ ਸੇਵਾ ਕਰ ਰਹੇ ਹੈਗੇ ਆ, ਬੜਾ ਵਧੀਆ ਢੰਗ ਨਾਲ ਉਹ ਕਰ ਰਹੇ ਹੈਗੇ ਆ। ਹਰ ਤੁਸੀਂ ਦੇਖੋ ਜੀ ਉਹਨਾਂ ਦੀ, ਮੈਂ ਚਲੋ ਇੱਥੇ ਨਾਮਧਾਰੀ ਸੰਗਤ ਦੀ ਵੀ ਇਹ ਸਿਫਤ ਕਰਦਾ ਆ ਕਿ ਉਹਨਾਂ ਨੇ 25 ਸਾਲ ਹਰ ਸ਼ਨੀਵਾਰ, ਮਤਲਬ ਕੋਈ ਸ਼ਨੀਵਾਰ ਉਹ ਹੋਰ ਕਿਤੇ ਨਹੀਂ ਗਏ, ਉਹ ਬਸ ਇਸ ਸੇਵਾ 'ਤੇ ਲੱਗੇ ਹੁੰਦੇ ਆ, ਅਤੇ ਇੱਦਾਂ ਦੀ ਭਾਵਨਾ ਵਾਲੇ ਵੀ ਹੈਗੇ ਆ। ਅਤੇ ਪਰ ਫਿਰ ਵੀ ਜਿਹੜੀ ਨਾਮਧਾਰੀ ਸੰਗਤ ਆ, ਮੈਂ ਕਹਿੰਦਾ ਤੁਸੀਂ ਜਦੋਂ ਕਦੀ ਵੀ ਮੌਕਾ ਮਿਲਦਾ, ਹਾਲਾਂਕਿ ਤੁਸੀਂ ਇੱਕ ਦੋ ਵਾਰੀ ਉੱਥੇ ਆਏ ਵੀ ਆ, ਸਾਡਾ ਮਾਣ ਵਧਾਇਆ ਹੈ, ਉਹਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਵੱਖਰਾ ਅਲੌਕਿਕ ਨਜ਼ਾਰਾ ਹੁੰਦਾ ਹੈ ਜਦੋਂ ਉਹ ਪਾਠ ਕਰਦੇ ਆ ਜਾਂ ਮਿਲ ਕੇ ਬਹਿੰਦੇ ਹੈਗੇ ਆ, ਸੇਵਾ ਕਰਦੇ ਹੈਗੇ ਆ। ਇੱਕ ਅਲੱਗ ਤਰ੍ਹਾਂ ਦਾ ਤੁਹਾਨੂੰ ਨਾ ਸਕੂਨ, ਇੱਕ ਰੂਹ ਦਾ ਸਕੂਨ ਮਿਲਦਾ ਉੱਥੇ। ਕੈਨੇਡਾ ਦੇ ਵਿੱਚ ਸੰਗਤ ਦੇ ਜਿੱਦਾਂ ਕੋਈ ਆਪਣੇ ਧਾਰਮਿਕ ਸਥਾਨ, ਗੁਰਦੁਆਰਾ ਜਾਂ ਧਰਮਸਾਲ ਕੈਨੇਡਾ ਦੇ ਵਿੱਚ, ਜਾਂ ਖਾਸ ਕਰਕੇ ਜੇ ਆਪਾਂ GTA ਦੀ ਗੱਲ ਕਰੀਏ, ਗ੍ਰੇਟਰ ਟੋਰਾਂਟੋ ਏਰੀਆ ਦੀ, ਇਹਦੇ ਵਿੱਚ ਕੋਈ ਤੁਹਾਡੀਆਂ ਧਾਰਮਿਕ ਧਰਮਸ਼ਾਲਾ ਕਹਿ ਲਓ ਜਾਂ ਗੁਰਦੁਆਰਾ ਕਹਿ ਲਓ ਜਾਂ ਧਾਰਮਿਕ ਸਥਾਨ ਕੋਈ ਹੈਗੇ ਨੇ ਇੱਥੇ? ਹਾਂਜੀ ਪਰ ਸਾਹਿਬ, ਮੈਨੂੰ ਇਹ ਗੱਲ ਦੱਸਦਿਆਂ ਖੁਸ਼ੀ ਵੀ ਹੋ ਰਹੀ ਆ, ਪਰ ਇੱਕ ਗੱਲ ਦਾ ਥੋੜ੍ਹਾ ਜਿਹਾ ਅਫਸੋਸ ਮੈਂ ਇੱਦਾਂ ਤਾਂ ਨਹੀਂ ਕਹਿੰਦਾ, ਕਿਉਂਕਿ ਵਿਚਾਰਾਂ ਦੀ ਜਿਹੜੀ ਵਖਰੇਵਾਂ ਉਹ ਨੇਚਰਲ ਹੈਗਾ। ਸਾਡੇ ਘਰ ਦੇ ਦੋ ਜੀ ਉਹ ਨਹੀਂ ਆਪਸ ਵਿੱਚ ਹੀ ਕਈ ਵਾਰੀ ਰਲ ਮਿਲ ਕੇ ਬਹਿੰਦੇ, ਅਤੇ ਪਰ ਫਿਰ ਵੀ ਇੱਥੇ ਦੋ ਸੰਸਥਾਵਾਂ ਜਿਹੜੀਆਂ ਆਪਣੇ ਤੌਰ 'ਤੇ ਜਿਹੜੇ ਕੰਮ ਕਰ ਰਹੇ ਹੈਗੇ ਆ, ਨਾਮਧਾਰੀ ਸੰਗਤ, ਇੱਧਰ ਨਾਮਧਾਰੀ ਸੰਗਤ ਟੋਰਾਂਟੋ, ਇੱਕ ਹੋਰ ਵੀ ਹੈਗੇ ਆ ਜਿਹੜੇ ਕੈਨੇਡੀ ਰੋਡ 'ਤੇ ਆ, ਉਹਨਾਂ ਦਾ ਗੁਰਦੁਆਰਾ ਕਾਫੀ ਜਗ੍ਹਾ ਉਹਨਾਂ ਨੇ ਵੀ ਐਕਵਾਇਰ ਕੀਤੀ ਹੈਗੀ ਆ ਜਾਂ ਲਈ ਹੈਗੀ ਆ। ਇੱਧਰ ਸਾਡੇ ਕੋਲ ਇੱਕ ਹੋਰ ਮਤਲਬ ਇੱਥੇ ਕਹਿ ਲਓ ਬੋਲਟਨ ਦੇ ਵਿੱਚ ਹੈਗੀ ਆ ਸਪੇਸ, ਪਰ ਅੱਜ ਕੱਲ੍ਹ ਜਿਹੜਾ ਉਹ ਅਸੀਂ ਸਟੀਲ ਐਂਡ ਟੋਰਬਨ 'ਤੇ ਹੈਗਾ ਨਾਮਧਾਰੀ ਧਰਮਸ਼ਾਲਾ, ਉੱਥੇ ਈਵਨ ਅਸੀਂ ਕਲਮਾਂ ਦੀ ਸਾਂਝ ਦੇ ਪ੍ਰੋਗਰਾਮ ਵੀ ਕਈ ਸਾਰੇ ਜਿਹੜੇ ਉੱਥੇ ਉਹ ਕਰਾਉਣੇ ਹੁੰਦੇ ਆ, ਹਰ ਸ਼ਨੀਵਾਰ ਉੱਥੇ ਪ੍ਰੋਗਰਾਮ ਹੁੰਦੇ ਆ। ਇਹ ਜਿਹੜੀ ਤੁਹਾਡੀ ਪਹਿਰਾਵੇ ਵਾਲੀ ਹੈਗੀ ਆ ਜੀ, ਮਤਲਬ ਇਹਨੂੰ ਮੋਟੇ ਠੁੱਲੇ ਸ਼ਬਦਾਂ ਦੇ ਵਿੱਚ ਇੱਕ ਯੂਨੀਫਾਰਮ ਕਹਿ ਲਓ ਜਾਂ ਵਰਦੀ ਵੀ ਕਹਿ ਲਓ, ਜਿਹੜੀ ਡਰੈਸ ਹੈਗੀ ਆ, ਇਹ ਬੜੀ ਪ੍ਰਭਾਵਿਤ ਕਰਦੀ ਆ, ਸਫੇਦ। ਔਰ ਇਹ ਜਿਹੜਾ ਸਫੇਦ ਰੰਗ ਉਹਨਾਂ ਨੇ ਚੁਣਿਆ, ਇਹਦੇ ਪਿੱਛੇ ਤੁਹਾਨੂੰ ਕੀ ਭਾਵਨਾ ਲੱਗਦੀ ਹੈਗੀ ਆ? ਇਹਦੇ ਪਿੱਛੇ ਭਾਵਨਾ ਤਾਂ ਇਹੀ ਆ ਵੀ ਆਪਣੇ ਆਪ ਨੂੰ ਜਿੰਨਾ ਪਵਿੱਤਰ ਰੱਖਿਆ ਜਾਵੇ, ਜਾਂ ਸਫੇਦ ਰੰਗ ਜਿਹੜਾ ਇੱਕ ਸੱਚਾਈ ਦਾ ਪ੍ਰਤੀਕ ਆ, ਜਾਂ ਅੰਦਰੋਂ ਤੁਹਾਡੇ ਵੈਸੇ ਵੀ ਜੇ ਸਫੇਦ ਰੰਗ ਬੰਨਿਆ ਹੋਵੇ ਨਾ, ਇੱਕ ਦਿੱਖ ਅਲੱਗ ਦਿੱਖ ਹੋ ਜਾਂਦੀ ਹੈ। ਅਤੇ ਜਦੋਂ ਅਸੀਂ ਸਾਰੀ ਗੱਲ ਸਾਡੇ 'ਤੇ ਪ੍ਰਭਾਵਿਤ ਕਰਦੀ ਆ, ਚੰਗਾ ਕੱਪੜਾ ਪਾਇਆ, ਚੰਗਾ ਖਾਣਾ, ਜਾਂ ਹਰ ਤਰ੍ਹਾਂ ਦੀ ਚੀਜ਼ ਸਾਨੂੰ ਪ੍ਰਭਾਵਿਤ ਕਰਦੀ ਹੈ। ਇਸੇ ਤਰ੍ਹਾਂ ਜੇ ਅਸੀਂ ਸਾਫ਼ ਸੁਥਰੇ ਹੋਵਾਂਗੇ ਆਪਣੇ ਆਪ 'ਚ, ਇੱਕ ਸਾਡੀ ਦਿੱਖ ਵੀ ਚੰਗੀ ਹੋਊਗੀ, ਸਾਡੀ ਸੋਚ ਵੀ ਉਹਦੇ ਨਾਲ ਚੰਗੀ ਹੋਊਗੀ। ਮੇਰੇ ਖਿਆਲ ਇਹ ਭਾਵਨਾ ਜ਼ਰੂਰ ਹੋਊਗੀ ਇਹਦੇ ਬਾਰੇ ਵਿੱਚ। ਮੈਨੂੰ ਇੱਕ ਗੱਲ ਹੋਰ ਵੀ ਮਹਿਸੂਸ ਹੁੰਦੀ ਆ ਕਿ
ਜਿਹੜਾ ਸਫੇਦ ਰੰਗ ਹੈਗਾ ਜੀ। ਇਹ ਸ਼ਾਂਤੀ ਦਾ ਪ੍ਰਤੀਕ ਆ। ਜੀ 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 ਬਿਲਕੁਲ। ਜਦੋਂ ਦੋ ਦੇਸ਼ਾਂ ਨੇ ਸੁਲ੍ਹਾ ਕਰਨੀ ਹੁੰਦੀ ਆ, ਹਾਂਜੀ, ਉਦੋਂ ਮਤਲਬ ਮੇਰਾ ਜਿਹੜਾ ਬਚਪਨ ਆ ਨਾ, ਜੀ ਉਹ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਬੀਤਿਆ ਹੈਗਾ। ਜੀ। ਤੇ ਮੈਨੂੰ ਯਾਦ ਆ ਵੀ ਜਦੋਂ ਸਾਡੀ ਫੋਰਸ ਪਾਕਿਸਤਾਨ ਦੀ ਫੋਰਸ ਨਾਲ ਕੋਈ ਮੁਲਾਕਾਤ ਕਰਨੀ ਹੁੰਦੀ ਸੀਗੀ, ਹਾਂਜੀ, ਤਾਂ ਉਹ ਚਿੱਟੀ ਝੰਡੀ ਜਿਹੜੀ ਆ ਉਹ ਦਿਖਾਉਂਦੇ ਸੀਗੇ। ਔਰ ਨਾਲ ਦੀ ਨਾਲ ਇਹ ਇੱਕ ਸਪਿਰਿਚੁਅਲ ਜਿਹੜਾ ਵੀ ਕਲਰ ਹੈਗਾ, ਕਿਉਂਕਿ ਆਮ ਤੌਰ ਤੇ ਤੁਸੀਂ ਜਿਹੜੇ ਸੰਤ ਮਹਾਤਮਾ ਉਹਨਾਂ ਦਾ ਬਾਣਾ ਜਿਹੜਾ ਉਹ ਆਮ ਤੌਰ ਤੇ ਸਫੇਦ ਹੁੰਦਾ ਹੈਗਾ। ਹਾਂਜੀ, ਬਿਲਕੁਲ। ਤੇ ਇਹ ਇੱਕ ਵੱਖਰਾ ਵੀ ਹੋ ਜਾਂਦਾ ਹੈਗਾ ਜਦੋਂ ਨਾਮਧਾਰੀ ਸੰਗਤ ਕਿਤੇ ਬੈਠਦੀ ਆ। ਜੀ ਜੀ। ਤੇ ਉਹ ਬੜੀ ਨਜ਼ਾਰਾ ਹੀ ਬੜਾ ਇੱਕ ਅਲੌਕਿਕ ਕਿਸਮ ਦਾ ਪੈਦਾ ਕਰਦੇ ਹੈਗੇ ਆ। ਤੇ ਬਾਕੀ ਜਿਹੜੀ ਸੰਗਤ ਆ ਜੀ, ਮੈਂ ਬਚਪਨ ਦੇ ਵਿੱਚ, ਕਿਉਂਕਿ ਨਾਮਧਾਰੀ ਜਿਹੜੇ ਸਾਡੇ ਦੀਵਾਨ ਲੱਗਦੇ ਹੁੰਦੇ ਸੀਗੇ ਪਿੰਡ ਦੇ ਵਿੱਚ, ਹਾਂਜੀ, ਪ੍ਰਚਾਰ ਕਰਨ ਨੂੰ, ਕਿਉਂਕਿ ਉਹਨਾਂ ਨੇ ਦੂਜੇ ਪਿੰਡ ਤੋਂ ਮਤਲਬ ਉਹ ਢੋਲਕੀਆਂ ਛਾਣੇ ਵਜਾਉਂਦੇ ਹੋਏ ਆਉਂਦੇ ਸੀਗੇ। ਜੀ ਹਾਂਜੀ। ਤੇ ਉਹਨਾਂ ਦਾ ਪ੍ਰਭਾਵ ਦੋ ਤਿੰਨ ਗੱਲਾਂ ਕਰਕੇ ਹੁੰਦਾ ਸੀਗਾ। ਇੱਕ ਤਾਂ ਜਿਹੜੀਆਂ ਤੁਸੀਂ ਦੱਸੀਆਂ ਹੈਗੀਆਂ ਉਹਨਾਂ ਕਰਕੇ, ਸਾਦਗੀ ਕਰਕੇ, ਕਿਰਤ ਕਰਨ ਕਰਕੇ, ਤੇ ਇੱਕ ਉਹਨਾਂ ਦਾ ਪ੍ਰਭਾਵ ਇਹ ਵੀ ਸੀਗਾ ਕਿ ਵੀ ਇਹ ਨਸ਼ੇ ਨਹੀਂ ਕਰਦੇ ਹੈਗੇ, ਯਾਨੀ ਇਹ ਨਸ਼ਿਆਂ ਤੋਂ ਸਾਨੂੰ ਦੂਰ ਰੱਖਦੇ ਹੈਗੇ ਆ। ਬਿਲਕੁਲ। ਮਤਲਬ ਕਿ ਇਹ ਜਿਹੜਾ ਪੰਥ ਹੈਗਾ, ਇਹ ਜਿਹੜੀ ਸੰਗਤ ਹੈਗੀ ਆ, ਇਹ ਜਿਹੜੇ ਆ ਇਹ ਮਤਲਬ ਸਮਾਜ ਦੇ ਵਿੱਚ ਐਸੀਆਂ ਚੀਜ਼ਾਂ ਦਾ ਸੰਚਾਰ ਤੇ ਪ੍ਰਚਾਰ ਕਰਦੇ ਆ ਜਿਹੜੀਆਂ ਸਮਾਜ ਨੂੰ ਅੱਗੇ ਲਿਜਾਣ ਲਈ ਹੁੰਦੀਆਂ ਹੈਗੀਆਂ। ਬਿਲਕੁਲ। ਹੁਣ ਅਸੀਂ ਕੈਨੇਡਾ ਦੇ ਵਿੱਚ ਰਹਿੰਦੇ, ਆਪਾਂ ਕੈਨੇਡਾ ਦੀ ਗੱਲ ਹੀ ਕਰੀਏ ਵੀ ਜਿਹੜੇ ਤੁਹਾਡੇ ਮਤਲਬ ਜਿਹੜੇ ਬੱਚੇ ਨੇ, ਮਤਲਬ ਹੁਣ ਇਸ ਸੰਪਰਦਾਇ ਦੇ ਜਾਂ ਜਿਹੜੇ ਮਤਲਬ ਨੌਜਵਾਨ ਨੇ ਹੋਰ, ਕਿਉਂਕਿ ਇਦਾਂ ਸਮਝਿਆ ਜਾਂਦਾ ਵੀ ਇਹ ਮਾਹੌਲ ਖੁੱਲਾ ਮਿਲਣ ਕਰਕੇ ਇਹਦੇ ਵਿੱਚ ਕੁਝ ਵਿਗਾੜ ਜਿਹੜੇ ਨੇ ਉਹ ਆਉਂਦੇ ਨੇ। ਕੀ ਤੁਸੀਂ ਉਹਨਾਂ ਨੂੰ ਬਚਾਉਣ ਦੇ ਵਿੱਚ ਸਫਲ ਹੋਏ ਹੋ? ਮੈਂ ਵੈਸੇ ਕਹਿ ਸਕਦਾ ਕਿ ਬਹੁਤ ਹੱਦ ਤੱਕ ਹਜੇ ਤੱਕ ਮਤਲਬ ਇਸ ਗੱਲੋਂ ਬਚਾਅ ਹੈਗਾ ਆ। ਹੋ ਸਕਦਾ ਕਿਸੇ ਗੱਲ ਦਾ ਪ੍ਰਭਾਵ ਹੋਵੇ, ਜਾਂ ਤੁਹਾਨੂੰ ਜਦੋਂ ਘਰ ਵਿੱਚ ਇੱਕ ਟੋਕਣ ਵਾਲਾ ਹੋਵੇ ਨਾ, ਉਦੋਂ ਤੁਸੀਂ ਉਸ ਗੱਲ ਤੋਂ ਬਚੇ ਰਹਿੰਦੇ ਆ। ਜਾਂ ਸਾਡੇ ਪ੍ਰਿੰਸੀਪਲ ਇੰਨੇ ਸਟ੍ਰਿਕਟ ਹੋਣ ਕਿ ਅਸੀਂ ਉਹਨਾਂ 'ਤੇ ਤੁਰਨਾ ਹੈ, ਜਾਂ ਸਾਡੇ 'ਤੇ ਕੋਈ ਇੱਕ ਡਿਕਟੇਟਰ ਨੁਮਾ ਹੋਵੇ ਜਿਹੜਾ ਤੁਹਾਨੂੰ ਰੋਕ ਦੇਵੇ ਵੀ ਹਾਂ ਆਹ ਨਹੀਂ ਆਹ ਗੱਲ ਕਰਨੀ ਆ। ਇਸ ਗੱਲ ਲਈ ਮੈਂ ਕਹਿੰਦਾ ਵੀ ਸਾਡੇ ਕੋਲ ਇਸ ਵੇਲੇ ਜੋ ਠਾਕੁਰ ਦਲੀਪ ਸਿੰਘ ਜੀ ਸਾਡੀ ਅਗਵਾਈ ਕਰ ਰਹੇ ਹੈਗੇ ਆ, ਉਹ ਵੀ ਬਹੁਤ ਨਸ਼ਿਆਂ ਤੋਂ, ਜਾਂ ਈਵਨ ਇੱਥੇ ਜੋ ਪ੍ਰਦੂਸ਼ਣ ਹੋ ਰਿਹਾ, ਮਤਲਬ ਕਾਗਜ਼ਾਂ ਦਾ ਪ੍ਰਦੂਸ਼ਣ ਹੈ ਜਾਂ ਡਿਸਪੋਜ਼ੇਬਲ ਦਾ ਪ੍ਰਦੂਸ਼ਣ ਹੈ, ਇੱਦਾਂ ਦੀਆਂ ਗੱਲਾਂ ਤੋਂ ਵੀ ਸਾਨੂੰ ਬਹੁਤ ਵਰਜਦੇ ਰਹਿੰਦੇ ਆ। ਫਿਰ ਸਾਦੇ ਖਾਣੇ ਦਾ ਵੀ ਬਹੁਤ ਘੱਟ ਖਰਚਾ ਕਰੋ, ਜਾਂ ਈਵਨ ਲੰਗਰ ਜ਼ਿਆਦਾ ਲਾਉਣੇ ਜਾਂ ਖਰਚੀਲੇ ਲੰਗਰ ਉਹਨਾਂ ਤੋਂ ਬਚਾ ਰੱਖੋ। ਇੱਦਾਂ ਦਾ ਪ੍ਰਚਾਰ ਉਹ ਬਹੁਤ ਕਰਦੇ ਰਹਿੰਦੇ ਆ। ਔਰ ਨਸ਼ਿਆਂ ਤੋਂ ਤੇ ਮਤਲਬ ਬੇਸਿਕਲੀ ਗੱਲ ਹੈਗੀ ਆ ਕਿ ਅਸੀਂ ਦੂਰ ਰਹਿਣਾ ਹੀ ਰਹਿਣਾ। ਮਤਲਬ ਕਿ ਤੁਸੀਂ ਭਾਰਤ ਵਿੱਚ ਵੀ ਇੱਕ ਵਿਲੱਖਣ ਸੰਪਰਦਾਇ ਸੀਗੇ ਜੀ, ਤੇ ਤੁਸੀਂ ਕੈਨੇਡਾ ਦੇ ਵਿੱਚ ਆ ਕੇ ਵੀ ਇੱਕ ਵਿਲੱਖਣ ਸੰਪਰਦਾਇ ਹੋ। ਔਰ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਕਿ ਬਈ ਜਿਹੜਾ ਨਸ਼ਿਆਂ ਤੋਂ ਰੋਕਣਾ ਜਾਂ ਵਾਧੂ ਖਰਚ ਤੋਂ ਰੋਕਣਾ ਜਾਂ ਨਿਗਾਰ ਤੋਂ ਰੋਕਣਾ ਹੈਗਾ, ਵੀ ਉਹਦੇ ਲਈ ਇੱਕ ਡਿਕਟੇਟਰਸ਼ਿਪ ਚਾਹੀਦੀ ਹੈਗੀ ਆ ਜੀ। ਉਹ ਮੈਂ ਮਹਿਸੂਸ ਕਰਦਾ ਹਾਂ ਵੀ ਡਿਕਟੇਟਰਸ਼ਿਪ ਨਾਲੋਂ ਜਿਹੜੇ ਉਹਨਾਂ ਦੇ ਮਨ ਦੀ ਆ ਨਾ ਅਵਸਥਾ, ਮਤਲਬ ਉਹ ਮੈਂਟਲੀ ਪ੍ਰਿਪੇਅਰ ਹੋਣੇ ਚਾਹੀਦੇ ਆ, ਮਾਨਸਿਕ ਤੌਰ ਦੇ ਉੱਤੇ ਉਹਨਾਂ ਨੂੰ ਤਿਆਰ ਕਰਨਾ ਚਾਹੀਦਾ ਇਸ ਗੱਲ ਲਈ ਕਿ ਬਈ ਇਹ ਜਿਹੜੀ ਜ਼ਿੰਦਗੀ ਆ ਇਹ ਸਾਦਗੀ ਨਾਲ ਬਿਤਾਉਣੀ ਚਾਹੀਦੀ ਆ ਜੀ। ਤੁਸੀਂ ਕੋਈ ਵਕਾਰ ਦੇ ਵਿੱਚ ਜਦੋਂ ਫਸਦੇ ਹੋ ਤਾਂ ਉਹ ਕੱਲਾ ਤੁਹਾਡਾ ਉਹਦੇ ਤੇ ਨਸ਼ੇ ਤੇ ਖਰਚਾ ਨਹੀਂਗਾ ਹੁੰਦਾ, ਹਾਂਜੀ, ਤੁਹਾਡੀ ਸਿਹਤ ਦਾ ਵੀ ਵਿਗਾੜ ਹੁੰਦਾ ਹੈਗਾ, ਤੁਹਾਡੇ ਸਮਾਜ ਦਾ ਵੀ ਵਿਗਾੜ ਹੁੰਦਾ ਹੈਗਾ। ਔਰ ਇੱਕ ਪੀੜ੍ਹੀ ਜਿਹੜੀ ਆ ਜੇ ਉਹ ਨਸ਼ੇ ਦੇ ਵਿੱਚ ਪੈਂਦੀ ਆ ਤਾਂ ਫਿਰ ਉਹ ਪੂਰੀ ਦੀ ਪੂਰੀ ਪੀੜ੍ਹੀ ਬਰਬਾਦ ਹੁੰਦੀ ਆ। ਸੋ ਇਸ ਕਿਸਮ ਦਾ ਜਿਹੜਾ ਹੈ ਤੁਹਾਡੇ ਆਉਣਾ ਚਾਹੀਦਾ ਆ। ਤੇ ਨਹੀਂ, ਇਹ ਗੱਲ ਤੁਸੀਂ ਬਹੁਤ ਵਧੀਆ ਗੱਲਾਂ ਵਿੱਚ ਨਾਲ ਜੋੜੀਆਂ ਜਾਂ ਵਿਚਾਰ ਆਪਣੇ ਜੋੜੇ ਹੈਗੇ ਆ ਕਿ ਜਦੋਂ ਨਸ਼ਾ ਤਾਂ ਸਮਝੋ ਗਰਕਾਉਂਦਾ ਹੀ ਆ, ਠੀਕ ਹੈ, ਇਹਦੇ ਵਿੱਚ ਕੋਈ ਦੂਸਰੀ ਰਾਏ ਨਹੀਂ, ਕਿਉਂਕਿ ਉਹਦੇ 'ਚ ਫਾਇਦਾ ਨਹੀਂ ਹੁੰਦਾ ਕੋਈ ਵੀ ਕਿਸੇ ਤਰ੍ਹਾਂ ਦਾ। ਅਤੇ ਜਿਹੜੀ ਡਿਕਟੇਟਰਸ਼ਿਪ ਦੀ ਉਹ ਹੁੰਦੀ ਹੈ ਵੀ ਚਲੋ ਜਿੱਦਾਂ ਪਰਿਵਾਰ ਦੇ ਵਿੱਚ ਇੱਕ ਮੁਖੀਆ ਆ ਜਿਹੜਾ ਤੁਹਾਨੂੰ ਹਰ ਗੱਲ ਲਈ ਟੋਕ ਸਕਦਾ ਹੈ ਨਾ, ਇਹ ਇੱਦਾਂ ਦਾ ਹੋਣਾ ਮੇਰੇ ਹਿਸਾਬ ਨਾਲ ਉਹ ਥੋੜ੍ਹਾ ਜ਼ਰੂਰੀ ਆ। ਕਿਉਂਕਿ ਨਹੀਂ ਤਾਂ ਅਸੀਂ ਆਪਣੀ ਮਨਮਰਜ਼ੀਆਂ, ਜਿੱਦਾਂ ਮੈਂ ਕਹਿ ਹਟਿਆ ਵੀ ਅਸੀਂ ਮਨਮਰਜ਼ੀਆਂ ਕਰੀ ਜਾਂਦੇ ਹਾਂ, ਸਾਨੂੰ ਜਦ ਕੋਈ ਟੋਕਣ ਵਾਲਾ ਨਹੀਂ ਨਾ, ਫਿਰ ਅਸੀਂ ਹੋ ਸਕਦਾ ਅਸੀਂ ਭਟਕ ਜਾਈਏ। ਪਰ ਇਸ ਗੱਲੋਂ ਅਸੀਂ ਲੱਕੀ ਹੈਗੇ ਹਾਂ ਜਾਂ ਖੁਸ਼ਕਿਸਮਤ ਸਮਝਦੇ ਆਪਣੇ ਆਪ ਨੂੰ ਕਿ ਨਸ਼ਿਆਂ ਪੱਤਿਆਂ ਤੋਂ ਬਚੇ ਹਾਂ। ਸਾਡੀਆਂ ਪੀੜ੍ਹੀਆਂ ਚਲੋ ਹਜੇ ਤੱਕ ਸਾਰਾ ਕੰਟਰੋਲ 'ਚ ਹੈਗਾ ਆ,
ਅੱਗੇ ਵੀ ਉਮੀਦ ਕਰਦੇ ਇਹਨਾਂ ਰਸਤਿਆਂ 'ਤੇ ਜਦੋਂ ਆਪਾਂ ਤੁਰੇ ਰਵਾਂਗੇ ਤੇ ਜ਼ਰੂਰ ਆਪਣੇ ਆਪ ਨੂੰ ਬੁਰੀਆਂ ਚੀਜ਼ਾਂ ਤੋਂ ਬੁਰੀਆਂ ਅਲਾਮਤਾਂ ਤੋਂ ਆਪਾਂ ਬਚਾਈ ਰੱਖਾਂਗੇ। ਇਹ ਦੇਖੋ ਸਾਡੇ ਜਿਹੜੇ ਵੱਡੇ ਵਡੇਰੇ ਸੀਗੇ, ਸਾਡੇ ਗੁਰੂ ਸਾਹਿਬਾਨ ਸੀਗੇ ਜੀ, ਉਹਨਾਂ ਨੇ ਸਾਨੂੰ ਬਾਣਾ ਜਿਹੜਾ ਦਿੱਤਾ ਹੈਗਾ ਜੀ, ਉਹਦੇ ਵਿੱਚ ਇੱਕ ਸਾਈਕੀ ਇਹ ਵੀ ਹੈਗੀ ਆ ਜੀ, ਕਿ ਜਿਹੜਾ ਵਿਅਕਤੀ ਇਹ ਬਾਣਾ ਧਾਰਨ ਕਰੇਗਾ, ਜਿਵੇਂ ਤੁਹਾਡਾ ਸਫੇਦ ਹੈਗਾ ਜੀ, ਭਈ ਉਹਦੀ ਇੱਕ ਮੋਰਲ ਰਿਸਪੌਂਸਿਬਿਲਟੀ ਆ ਕਿ ਉਹ ਉਸ ਬਾਣੇ ਦੀ ਇੱਜ਼ਤ ਕਰੇ। ਜਿੱਦਾਂ ਆਪਾਂ ਇੱਥੇ ਆਮ ਤੌਰ ਤੇ ਕਹਿੰਦੇ ਆ ਹਾਂਜੀ ਕਿ ਭਈ ਜਿਹੜੇ ਦੂਜੇ ਲੋਕ ਹੈਗੇ ਆ ਉਹਨਾਂ ਦੀ ਪਛਾਣ ਹੌਲੀ ਹੌਲੀ ਹੁੰਦੀ ਹੈਗੀ ਆ ਵੀ ਕੋਈ ਕਿਹੜੇ ਦੇਸ਼ ਤੋਂ ਆਇਆ ਹੈਗਾ, ਕਿਹੜੇ ਭਾਈਚਾਰੇ ਤੋਂ ਆਇਆ ਹੈਗਾ, ਪਰ ਜਿਹਨੇ ਪੱਗ ਬੰਨੀ ਹੈਗੀ ਆ ਉਹਦਾ ਝੱਟ ਪਤਾ ਲੱਗ ਜਾਂਦਾ ਵੀ ਇਹ ਕਿਹੜੀ ਕਮਿਊਨਿਟੀ ਦਾ ਹੈਗਾ, ਕਿਹੜੇ ਭਾਈਚਾਰੇ ਦਾ ਹੈਗਾ। ਤੇ ਅਸੀਂ ਆਮ ਤੌਰ ਤੇ ਉਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਭਾਈ ਸਾਡੇ ਐਂਬੈਸਡਰ ਹੋ, ਜੀ ਜੀ ਜੀ, ਸਿੱਖ ਭਾਈਚਾਰੇ ਦੇ ਤੁਸੀਂ ਇੱਕ ਮਤਲਬ ਤੁਸੀਂ ਪ੍ਰਤੀਨਿਧਤਾ ਕਰਦੇ ਆ ਤੇ ਤੁਸੀਂ ਜੇ ਕੋਈ ਗੱਲ ਕਰੋਗੇ ਤਾਂ ਝੱਟ ਪਤਾ ਲੱਗ ਜਾਣਾ। ਮਤਲਬ ਇਸ ਕਰਕੇ ਜਿਹੜਾ ਪਹਿਰਾਵਾ ਹੈਗਾ, ਜਿਹੜਾ ਬਾਣਾ ਆ, ਉਹ ਇਸ ਕਿਸਮ ਦੀ ਤਾਕਤ ਵੀ ਸਾਨੂੰ ਦਿੰਦਾ ਆ। ਬਿਲਕੁਲ। ਤੇ ਹੁਣ ਅਸੀਂ ਇਤਿਹਾਸ ਦੀਆਂ ਵੀ ਗੱਲਾਂ ਕੀਤੀਆਂ, ਸਮਾਜਿਕ ਸੁਧਾਰ ਦੀਆਂ ਵੀ ਗੱਲਾਂ ਕੀਤੀਆਂ, ਤੇ ਹੁਣ ਮੈਂ ਚਾਹਾਂਗਾ ਕਿ ਤੁਸੀਂ ਕੋਈ ਹੋਰ ਆਪਣੀ ਜਿਹੜੀ ਨਜ਼ਮ ਹੈ ਨਾ ਜੀ, ਉਹ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ, ਕਿਉਂਕਿ ਜਿਹੜੀਆਂ ਅਸੀਂ ਫਿਲਾਸਫੀ ਦੀਆਂ ਗੱਲਾਂ ਕਰਦੇ ਹਾਂ, ਸੀਰੀਅਸ ਗੱਲਾਂ ਕਰਦੇ ਹਾਂ, ਤੇ ਕਈ ਵਾਰੀ ਉਹਦੇ ਨਾਲ ਬੋਰੀਅਤ ਵੀ ਹੁੰਦੀ ਹੈਗੀ ਆ। ਤੇ ਜਿਹੜੀ ਪੋਇਟਰੀ ਆ, ਕਵਿਤਾ ਜਿਹੜੀ ਆ, ਉਹ ਮੋਨੋਟਨੀ ਨੂੰ, ਬੋਰੀਅਤ ਨੂੰ, ਅਕੇਵੇਂ ਨੂੰ ਤੋੜਦੀ ਆ। ਸੋ ਤੁਸੀਂ ਵੀ ਕੋਈ ਨਜ਼ਮ ਜਿਹੜੀ ਆ ਜੀ ਉਹ ਲਿਆਓ ਤੇ ਅਸੀਂ ਕਹਿ ਸਕੀਏ ਆਪਣੇ ਦਰਸ਼ਕਾਂ ਨੂੰ ਕਿ ਅਸੀਂ ਹਰ ਕਿਸਮ ਦੀਆਂ ਗੱਲਾਂ ਜਿਹੜੀਆਂ ਉਹ ਤੁਹਾਡੇ ਲਈ ਕਰਦੇ ਹਾਂ। ਆਓ ਜੀ। ਹਾਂਜੀ, ਮੈਂ ਫਿਰ ਸਾਹਿਬ ਪਿਛਲੇ ਦਿਨੀ ਕਿਉਂਕਿ ਆਪਣੇ ਆਪ ਨੂੰ ਹੀ ਥੋੜ੍ਹਾ ਜਿਹਾ ਸਵਾਲਤ ਕਰਨੇ ਹੁੰਦੇ ਆ ਜੀ। ਤੁਸੀਂ ਦੇਖਿਆ ਹੋਊਗਾ ਅੱਜ ਕੱਲ੍ਹ ਨਾ, ਜਾਂ ਮੈਂ ਵੀ ਵੇਖਿਆ ਕਿ ਕੁੱਤੇ ਪਾਲਣ ਦਾ ਰਿਵਾਜ ਬਹੁਤ ਜ਼ਿਆਦਾ ਹੈ। ਕੁੱਤੇ ਪਾਲਣ ਦਾ ਇਹ ਸ਼ੁਰੂ ਤੋਂ ਹੀ ਰਿਹਾ ਹੈਗਾ। ਇਹਦਾ ਕਾਰਨ ਪਤਾ ਕੀ ਆ ਜੀ? ਇਹਦਾ ਕਾਰਨ ਇਹ ਆ ਕਿ ਜਦੋਂ ਮਨੁੱਖ ਸਿਵਲਾਈਜ਼ ਹੋਇਆ ਨਾ ਜੀ, ਕਿਉਂਕਿ ਤੁਹਾਨੂੰ ਪਤਾ ਹੀ ਆ ਜਿਹੜੀ ਥਿਊਰੀ ਆਫ ਐਵੋਲੂਸ਼ਨ ਆ ਜੀ, ਉਹ ਇਹ ਕਹਿੰਦੀ ਆ ਮਤਲਬ ਕਿ ਬਈ ਧਰਤੀ ਸੂਰਜ ਨਾਲੋਂ ਵੱਖਰੀ ਹੋ ਗਈ, ਫਿਰ ਇਹਦੇ ਵਿੱਚ ਪਾਣੀ ਸੀਗਾ, ਪਾਣੀ ਦੇ ਜੀਵ ਪੈਦਾ ਹੋ ਗਏ, ਪਾਣੀ ਦੇ ਜੀਵ ਜਿਹੜੇ ਆ ਮੁੜ ਕੇ ਧਰਤੀ ਵੱਲ ਨੂੰ ਆ ਗਏ, ਜਿਨ੍ਹਾਂ ਦੇ ਵਿੱਚ ਉਦਾਹਰਨ ਦਿੱਤੀ ਜਾਂਦੀ ਹੈਗੀ ਆ ਆਪਣੇ ਕੱਛੂ ਕੁੰਮੇ ਦੀ, ਡੱਡੂ ਦੀ। ਤੇ ਹੌਲੀ ਹੌਲੀ ਫਿਰ ਜਿਹੜੇ ਧਰਤੀ ਉੱਤੇ ਚੱਲਣ ਵਾਲੇ ਜੀਵ ਸੀਗੇ ਉਹ ਪੈਦਾ ਹੋਏ ਹੈਗੇ ਆ। ਤੇ ਜਿਹੜੇ ਮਨੁੱਖ ਦੇ ਸਭ ਤੋਂ ਪਹਿਲੇ ਦੋਸਤ ਆ ਨਾ, ਉਹਨਾਂ 'ਚ ਕੁੱਤਾ ਸਭ ਤੋਂ ਪਹਿਲਾ ਦੋਸਤ ਹੈਗਾ। ਔਰ ਕੁੱਤਾ ਤੇ ਘੋੜਾ ਜਿਹੜੇ ਆ ਉਹ ਉਦੋਂ ਤੋਂ ਲੈ ਕੇ ਹੁਣ ਤੱਕ ਮਨੁੱਖ ਦੇ ਸਭ ਤੋਂ ਵਫਾਦਾਰ ਜਾਨਵਰ ਜਿਹੜੇ ਆ ਨਾ। ਸੋ ਇਸ ਕਰਕੇ ਜੀ ਉਹ ਇੱਕ ਵੱਖਰਾ ਪ੍ਰਸੰਗ ਹੈਗਾ। ਤੇ ਉਹ ਕੁੱਤੇ ਪਾਲਣ ਵਾਲੀ ਜਿਹੜੀ ਗੱਲ ਹੈ ਜੀ, ਵਫਾਦਾਰੀ ਨੂੰ ਹੀ ਮਤਲਬ ਸਾਨੂੰ ਕਾਹਤੋਂ ਕੁੱਤੇ ਪਾਲਣੇ ਪੈ ਰਹੇ ਅੱਜ ਦੇ ਸਮਾਜ ਦੇ ਵਿੱਚ। ਜੀ ਜੀ ਜੀ, ਤੇ ਅਸਾਂ ਵੀ ਪਾਲ ਰੱਖਿਆ ਹੈ ਹੋਰਾਂ ਵਾਂਗ ਇੱਕ ਬਹੁਤ ਪਿਆਰੀ ਤੇ ਮਿਆਰੀ ਨਸਲ ਦਾ ਕੁੱਤਾ। ਠੀਕ ਹੈ। ਅੱਜ ਕੱਲ੍ਹ ਕੁੱਤੇ ਦੀ ਨਸਲ ਤੈਅ ਕਰਦੀ ਹੈ ਸਾਡਾ ਸਮਾਜਿਕ ਰੁਤਬਾ। ਸ਼ਾਇਦ ਸਭ ਨੇ ਸਾਂਝਾ ਕਰਨਾ ਹੁੰਦਾ ਹੈ ਕੁਝ ਨਾ ਕੁਝ ਆਪਣੇ ਪਿਆਰੇ ਕੁੱਤੇ ਨਾਲ ਜੀ। ਬਹੁਤ ਗੁਬਾਰ ਹਨ, ਬਹੁਤ ਰਾਜ਼ ਹਨ ਤੇ ਬਹੁਤ ਸਾਰਾ ਪਿਆਰ ਹੁੰਦਾ ਹੈ ਜਿਸ ਤੋਂ ਵਾਂਝੇ ਰਹਿ ਜਾਂਦੇ ਨੇ ਆਪਣੇ, ਤੇ ਉਹ ਸਾਰੇ ਦਾ ਸਾਰਾ ਕੁੱਤਿਆਂ ਤੋਂ ਨਿਸ਼ਾਵਰ ਕਰਨਾ ਹੁੰਦਾ ਹੈ। ਜਿਵੇਂ ਅੱਜ ਕੱਲ੍ਹ ਅਕਾਲ ਪੈ ਗਿਆ ਹੋਵੇ ਕੁੱਤਿਆਂ ਵਰਗੇ ਬੰਦਿਆਂ ਦਾ, ਜੋ ਬਿਨਾਂ ਕਿਸੇ ਖੁਦਗਰਜੀ ਦੇ ਪਿਆਰ ਕਰਦੇ ਹੋਣ ਤੁਹਾਡੇ ਨਾਲ। ਅਸੀਂ ਸੰਯੁਕਤ ਪਰਿਵਾਰਾਂ ਵਾਲੇ, ਗੱਲ ਉਹੀ ਆ ਜਾਂਦੀ ਜੀ, ਅਸੀਂ ਸੰਯੁਕਤ ਪਰਿਵਾਰਾਂ ਵਾਲੇ ਪਤਾ ਹੀ ਨਹੀਂ ਲੱਗਾ ਕਦੋਂ ਇਕੱਲੇ ਇਕੱਲੇ ਹੋ ਕੇ ਬਹਿ ਗਏ ਤੇ ਸਾਡਾ ਆਪਸੀ ਪਿਆਰ ਬਦਲ ਗਿਆ ਖੁਦਗਰਜੀਆਂ ਵਿੱਚ। ਸਰੀਰਕ ਤੌਰ ਤੇ ਨਾ ਸਹੀ, ਪਰ ਦਿਲੋਂ ਅਸੀਂ ਬਹੁਤ ਦੂਰ ਹੋ ਗਏ ਆਪਣਿਆਂ ਤੋਂ, ਆਪਣੇ ਹੀ ਛੋਟੇ ਛੋਟੇ ਘਰਾਂ ਅੰਦਰ। ਤੇ ਇਸੇ ਹੀ ਦੁਖੜੇ ਨੂੰ ਭੁਲਾਉਣ ਲਈ, ਸ਼ਾਇਦ ਆਪੇ ਨੂੰ ਢਾਰਸ ਦੇਣ ਲਈ ਤੇ ਵਰਗਲਾਉਣ ਲਈ ਸਾਨੂੰ ਪਾਲਣੇ ਪੈ ਰਹੇ ਹਨ ਕੁੱਤੇ। ਬਹੁਤ ਸਖਣੇ ਹੋ ਗਏ ਹਾਂ ਅਸੀਂ ਆਪਣੇ ਆਪ ਵਿੱਚ। ਲਹੂ ਦਾ ਰੰਗ ਜਿਵੇਂ ਚਿੱਟਾ ਹੁੰਦਾ ਜਾ ਰਿਹਾ ਹੋਵੇ ਤੇ ਦਿਨ ਬ ਦਿਨ ਵਿਰਸੇ ਤੋਂ ਦੂਰ, ਸੰਸਕਾਰਾਂ ਤੋਂ ਦੂਰ, ਜਾਂ ਆਪਣਿਆਂ ਹੱਥੋਂ ਮਜਬੂਰ, ਪੰਡਤਾਂ ਜਾਂ ਪਾਧਿਆਂ ਦੇ ਆਖੇ, ਜਾਂ ਡਿਪਰੈਸ਼ਨ ਤੋਂ ਬਚਣ ਲਈ ਡਾਕਟਰਾਂ ਦੀ ਸਲਾਹ ਤੇ, ਇੱਥੋਂ ਤੱਕ ਕਿ ਰਾਤੀ ਸੌਣ ਲਈ, ਰਾਤੀ ਨੀਂਦ ਲੈਣ ਲਈ ਵੀ ਕੁੱਤਿਆਂ ਨੂੰ ਬੈੱਡਾਂ ਤੇ ਆਪਣੇ ਨਾਲ ਸਲਾਉਣਾ ਪੈ ਰਿਹਾ। ਹੋ ਸਕਦਾ ਇਹ ਪੱਛਮੀ ਸੱਭਿਅਤਾ ਦਾ ਅਸਰ ਹੋਵੇ, ਜਾਂ ਅਸੀਂ ਆਪ ਮੁਹਾਰੇ ਅਪਣਾ ਰਹੇ ਹਾਂ, ਤੇ ਜਾਂ ਬੇਵਸ ਹੀ ਇੰਨੇ ਹੋ ਗਏ ਹਾਂ ਕਿ ਸਾਨੂੰ ਬੰਦੇ ਨਹੀਂ ਕੁੱਤਿਆਂ ਦੀ ਜ਼ਰੂਰਤ ਜ਼ਿਆਦਾ ਹੋ ਗਈ ਹੈ। ਸਾਡੇ ਆਪਣੇ ਰੁਤਬੇ ਲਈ ਕੁੱਤਾ ਪਾਲਣਾ ਜ਼ਰੂਰੀ ਹੋ ਗਿਆ।
ਤੇ ਸ਼ਾਇਦ ਆਪਣੇ ਆਪ ਨੂੰ ਠੁੰਮਣਾ ਦੇਣ ਲਈ ਤਦ ਹੀ ਵੱਧ ਰਿਹਾ ਹੈ ਅੱਜ ਕੱਲ੍ਹ ਕੁੱਤਾ ਕਲਚਰ, ਕੁੱਤੇ ਰੱਖਣ ਦਾ ਕਲਚਰ। ਬਹੁਤ ਵਧੀਆ। ਹਾਂਜੀ, ਬਹੁਤ ਵਧੀਆ ਚੀਤਾ ਸਾਹਿਬ, ਤੁਸੀਂ ਇਹਦੇ ਵਿੱਚ ਕੱਲੀ ਕੁੱਤਿਆਂ ਦੀ ਗੱਲ ਹੀ ਨਹੀਂ ਕੀਤੀ ਹੈਗੀ, ਜਿਹੜਾ ਸਾਡੀ ਸੁਸਾਇਟੀ ਦੇ ਵਿੱਚ, ਸਮਾਜ ਦੇ ਵਿੱਚ ਨਿਗਾਰ ਆਇਆ ਹੈਗਾ ਔਰ ਮਨੁੱਖ ਜਿਹੜਾ ਹੈਗਾ ਮਨੁੱਖ ਨਾਲੋਂ ਟੁੱਟ ਗਿਆ ਹੈਗਾ ਜਾਂ ਤੋੜ ਦਿੱਤਾ ਗਿਆ ਹੈਗਾ, ਜਾਂ ਜਿਹੜਾ ਇਕੱਲਤਾ ਆ ਗਈ ਹੈਗੀ ਆ ਬੰਦੇ ਨੂੰ, ਮਤਲਬ ਤੇ ਜਿਹੜੀ ਇਕੱਲਤਾ ਹੈਗੀ ਆ, ਇਹ ਬੜੀ ਦਰੁਸਤ ਤੁਸੀਂ ਗੱਲ ਕੀਤੀ ਹੈਗੀ ਆ, ਉਹ ਡਿਪਰੈਸ਼ਨ ਪੈਦਾ ਕਰਦੀ ਹੈਗੀ ਆ ਔਰ ਉਹ ਬੰਦੇ ਦੀ ਜਿਹੜੀ ਰਚਨਾਤਮਕਤਾ ਆ, ਜਿਹੜੀ ਕ੍ਰੀਏਟਿਵਿਟੀ ਆ, ਉਹ ਉਹਨੂੰ ਖਤਮ ਕਰਦੀ ਹੈਗੀ ਆ। ਕਿਉਂਕਿ ਜਿਹੜਾ ਜ਼ਿੰਦਗੀ ਦਾ ਰੁਝਾਨ ਆ ਨਾ, ਇਹ ਲਾਈਫ ਵਾਲੇ ਪਾਸੇ ਆ, ਜ਼ਿੰਦਗੀ ਵਾਲੇ ਪਾਸੇ ਆ। ਤੇ ਜਦੋਂ ਅਸੀਂ ਕਿਸੇ ਬੰਦੇ ਨੂੰ ਇਕੱਲਾ ਕਰ ਦਿੰਦੇ ਆ, ਮਤਲਬ ਉਹ ਰੁਕ ਜਾਂਦਾ, ਕੰਮ ਤੇ ਗਿਆ, ਕੰਮ ਤੋਂ ਆ ਗਿਆ, ਆਪਣੇ ਘਰ ਦੇ ਵਿੱਚ ਉਹ ਇਕੱਲਾ ਆ, ਤੇ ਉਹਦੇ ਕੋਲ ਭਾਵੇਂ ਦਿਲ ਪਰਚਾਉਣ ਲਈ ਬਹੁਤ ਕੁਝ ਹੈਗਾ, ਪਰੰਤੂ ਜੋ ਆਪਣਾ ਰਿਸ਼ਤਾ ਬੰਦੇ ਨਾਲ ਬੰਦੇ ਦਾ ਹੈਗਾ, ਬੰਦੇ ਨਾਲ ਬੰਦੇ ਦਾ ਹੈਗਾ, ਗੱਲ ਕਰਕੇ ਬੰਦੇ ਨਾਲ ਜੋ ਸਕੂਨ ਮਹਿਸੂਸ ਹੁੰਦਾ ਹੈਗਾ, ਉਹ ਚੀਜ਼ਾਂ ਦੇ ਵਿੱਚੋਂ ਨਹੀਂ ਮਿਲ ਸਕਦਾ। ਸੋ ਇਹਦੇ ਇੱਕ ਬਦਲਦੇ ਤੌਰ ਦੇ ਉੱਤੇ ਵੀ ਇਹ ਜਿਹੜੇ ਪਾਲਣ ਦੀ ਗੱਲ ਜਿਹੜੀ ਤੁਸੀਂ ਕੀਤੀ ਹੈਗੀ ਆ, ਇਹ ਬੜੀ ਮਤਲਬ ਦਰੁਸਤ ਹੈਗੀ ਆ। ਔਰ ਇਹਦੇ ਨਾਲ ਡਾਕਟਰ ਜਿਹੜੇ ਆ, ਉਹ ਇਹ ਕਹਿੰਦੇ ਆ ਕਿ ਜਿਹੜੇ ਹਾਰਟ ਦੇ ਮਰੀਜ਼ ਹੈਗੇ ਆ, ਉਹ ਕੁੱਤਾ ਰੱਖਣ, ਉਹਦੇ ਨਾਲ ਉਹ ਘੱਟੋ ਘੱਟ ਉਹਨੂੰ ਘੁਮਾਉਣ ਜਾਣਗੇ, ਉਹਦੀ ਹਰਕਤਾਂ ਦੇ ਵਿੱਚ ਉਹਨਾਂ ਦੀ ਜਾਊਗੀ ਨਜ਼ਰ, ਘੱਟੋ ਘੱਟ ਬਿਮਾਰੀ ਵੱਲੋਂ ਉਹਨਾਂ ਦਾ ਧਿਆਨ ਹਟੂਗਾ। ਬਿਲਕੁਲ। ਤੇ ਬਾਕੀ ਹੁਣ ਜਿਹੜੀ ਤੁਸੀਂ ਇੱਕ ਬੜੀ ਵੱਡੀ ਖਬਰ ਦਿੱਤੀ ਹੈਗੀ ਆ ਕਿ ਤੁਸੀਂ ਸਰਦਾਰ ਪੂਰਨ ਸਿੰਘ ਪਾਂਧੀ ਹੋਰਾਂ ਨੂੰ ਸਨਮਾਨਿਤ ਕਰੋਗੇ, ਤੇ ਉਸ ਪ੍ਰੋਗਰਾਮ ਬਾਰੇ ਤੁਸੀਂ ਪਹਿਲਾਂ ਥੋੜਾ ਜਿਹਾ ਜ਼ਿਕਰ ਕਰ ਦਿੱਤਾ ਹੈਗਾ, ਤੇ ਮੈਂ ਇਹ ਮਹਿਸੂਸ ਕਰਦਾ ਕਿ ਜਿਹੜੀ ਤੁਸੀਂ ਥਾਂ ਚੁਣੀ ਹੈਗੀ ਆ, ਵਿਸ਼ਵ ਪੰਜਾਬੀ ਭਵਨ, ਉਹ ਸਾਡੇ ਪੰਜਾਬੀ ਭਾਈਚਾਰੇ ਲਈ ਇੱਕ ਬਹੁਤ ਸ਼ੁਭ ਸ਼ਗਨ ਹੈਗਾ, ਜਿਹਦਾ ਉਦਘਾਟਨ ਪਿਛਲੇ ਹਫ਼ਤੇ ਹੀ ਸਰਦਾਰ ਦਲਬੀਰ ਸਿੰਘ ਕਥੂਰੀਆ ਹੋਰਾਂ ਨੇ ਕੀਤਾ ਆ, ਤੇ ਜਿਹਦੇ ਵਿੱਚ ਉਹਨਾਂ ਨੇ ਕੋਈ 150 ਦੇ ਕਰੀਬ ਜਿਹੜੀਆਂ ਕੁਰਸੀਆਂ ਵਾਲਾ ਹਾਲ ਆ, ਔਰ ਹਾਲ ਦੇ ਵਿੱਚ ਪੋਡੀਅਮ ਹੈਗਾ, ਡੈਸ਼ ਹੈਗਾ, ਤੁਹਾਡੇ ਕੋਲ ਮਾਈਕ ਪ੍ਰੋਵਾਈਡ ਕੀਤਾ ਹੈਗਾ। ਸੋ ਇਹ ਤੁਸੀਂ ਜੋ ਕਾਰਜ ਕਰ ਰਹੇ ਜੇ, ਇਹਦੀ ਥੋੜੀ ਜਿਹੀ ਤਫਸੀਲ ਜਿਹੜੀ ਆ ਉਹ ਸਾਡੇ ਨਾਲ ਸਾਂਝੀ ਕਰੋ। ਜੀ ਪ੍ਰੋਫੈਸਰ ਸਾਹਿਬ, ਇਸ ਤਰ੍ਹਾਂ ਹੈਗਾ ਕਿ ਪਹਿਲਾਂ ਤਾਂ ਕਿਹੜੀ ਸੰਸਥਾ ਵੱਲੋਂ ਆਏ? ਹਾਂਜੀ, ਇਹ ਬਿਲਕੁਲ ਕਲਮਾਂ ਦੀ ਸਾਂਝ ਜੋ ਮੇਰੀ ਆਪਣੀ ਬਣਾਈ ਉਹ ਸੰਸਥਾ ਹੈਗੀ ਆ, ਆਪ ਸਾਰਿਆਂ ਦੇ ਸਹਿਯੋਗ ਨਾਲ। ਆਪਣਾ ਨਾਂ ਨਹੀਂ ਮੈਂ ਨਹੀਂ ਕੋਈ ਨਹੀਂ, ਜਦੋਂ ਤੁਸੀਂ ਕੋਈ ਸੰਸਥਾ ਬਣਾਈ ਆ ਤਾਂ ਤੁਸੀਂ ਉਹਦਾ ਕ੍ਰੈਡਿਟ ਲੈ ਸਕਦੇ ਆ। ਜੀ ਥੈਂਕ ਯੂ ਜੀ। ਉਹਦੇ ਵੱਲੋਂ ਆਪਾਂ ਹਰ ਸਾਲ, ਅਸਲ 'ਚ ਮੇਰੇ ਦਿਲ 'ਚ ਸਿੱਖ ਵੀ ਆਪਾਂ ਨਾ, ਚਲੋ ਰੱਬ ਬਹੁਤ ਲੰਬੀ ਉਮਰ, ਸਾਰਿਆਂ ਦੀ ਬਹੁਤ ਲੰਬੀ ਉਮਰ ਕਰੇ, ਅਸੀਂ ਰਹਿਨੁਮਾਈ ਕਰੀਏ, ਸਾਡੀ ਰਹਿਨੁਮਾਈ ਉਹ ਕਰਨ, ਅਸੀਂ ਵੱਧ ਤੋਂ ਵੱਧ ਸਮਾਜ ਨੂੰ ਦੇਣ ਦੇ ਸਕੀਏ। ਮੈਂ ਇਹ ਸੋਚਦਾ ਕਿ ਬੰਦਾ ਜਦੋਂ ਚਲੇ ਜਾਂਦਾ ਉਦੋਂ ਤਾਂ ਕੁਛ ਨਹੀਂ ਰਹਿ ਜਾਂਦਾ, ਉਹਦੇ ਆਪਾਂ ਜੋ ਕੁਛ ਕਰੀਏ ਜਾਂ ਨਾ ਕਰੀਏ। ਤੇ ਪਰ ਸਰਦਾਰ ਪਾਂਧੀ ਸਾਹਿਬ ਦੀ ਸ਼ਖਸੀਅਤ ਇੱਕ ਬਹੁਤ ਵੱਡੀ ਆ, ਔਰ ਮੈਨੂੰ ਇਸ ਗੱਲੋਂ, ਜਿੱਦਾਂ ਤੁਸੀਂ ਵੀ ਗੱਲ ਕਰਦੇ ਹੁੰਦੇ ਆ, ਉਹਨਾਂ ਦੀ ਸ਼ਖਸੀਅਤ ਵੀ ਉਹ ਇਹ ਆ ਕਿ ਜਿਹੜੀ ਸਾਡੀ ਗਲਤੀ ਹੁੰਦੀ ਹੈ ਨਾ, ਉਹਨੂੰ ਉਹ ਦੱਸ ਦਿੰਦੇ ਆ। ਤੇ ਮੈਂ ਤੁਹਾਡਾ ਵੀ ਇਸ ਗੱਲੋਂ ਕਾਇਲ ਹੁੰਦਾ ਕਿ ਜਿਹੜੀ ਗੱਲ ਹੁੰਦੀ ਤੁਸੀਂ ਮੂੰਹ ਤੇ ਕਹਿ ਦਿੰਦੇ ਆ, ਤੇ ਉਹ ਮੈਨੂੰ ਚੰਗੀ ਲੱਗਦੀ ਹੁੰਦੀ, ਕਿਉਂਕਿ ਅਸੀਂ ਉਦੋਂ ਹੀ ਸੁਧਾਰ ਕਰ ਸਕਦੇ ਹਾਂ ਆਪਣੇ ਆਪ ਵਿੱਚ। ਤੇ ਉਦੋਂ ਮੈਂ ਈਵਨ ਹਸਪੀਟਲ ਸੀ ਜਦੋਂ, ਉਦੋਂ ਮੇਰੇ ਦਿਮਾਗ 'ਚ ਆਇਆ ਵੀ ਆਪਾਂ ਜ਼ਰੂਰ ਉਹਨਾਂ ਨੂੰ ਸਨਮਾਨਿਤ ਕਰਨਾ ਹੈਗਾ। ਤੇ ਆਹ ਹੁਣ ਮੌਕਾ ਚਲੋ ਇਹ ਬਣ ਰਿਹਾ ਹੈਗਾ, 10 ਤਰੀਕ 10 ਸਤੰਬਰ ਦਿਨ ਐਤਵਾਰ, 114 ਕੈਨੇਡੀ ਰੋਡ ਤੇ ਜੋ ਵਿਸ਼ਵ ਪੰਜਾਬੀ ਭਵਨ ਸਰਦਾਰ ਦਲਬੀਰ ਸਿੰਘ ਕਥੂਰੀਆ ਜੀ ਵੱਲੋਂ ਸਥਾਪਿਤ ਕੀਤਾ ਗਿਆ, ਪੰਜਾਬੀ ਮਾਂ ਬੋਲੀ ਦੀ ਬਿਹਤਰੀ ਵਾਸਤੇ, ਜਾਂ ਅਸੀਂ ਉਹਨੂੰ ਉੱਥੇ ਬੈਠ ਕੇ ਵਿਚਾਰਾਂ ਕਰ ਸਕਦੇ ਹਾਂ। ਉਹਦੇ ਵਿੱਚ ਮੈਂ ਆਪਣੇ ਚੈਨਲ ਦੇ ਥਰੂ ਇਹ ਵੀ ਬੇਨਤੀ ਕਰੂੰਗਾ ਕਿ ਜੋ ਵੀ ਕੋਈ ਪ੍ਰੋਗਰਾਮ ਹੁੰਦੇ ਆ, ਖਾਸ ਕਰਕੇ ਜਿਹੜੇ ਆਪਣੇ ਵਿਰਸੇ ਨਾਲ ਸੰਬੰਧਿਤ ਆ, ਪੰਜਾਬੀ ਬੋਲੀ ਨਾਲ ਸੰਬੰਧਿਤ ਆ, ਉੱਥੇ ਆਪਾਂ ਜ਼ਰੂਰ ਉਸ ਹਾਲ ਦਾ ਲਾਹਾ ਲਈਏ। ਤੇ ਉਸ ਹਾਲ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਸਤੰਬਰ 10 ਸਵੇਰੇ 12 ਵਜੇ ਤੋਂ ਔਨਵਰਡ ਹੋਊਗਾ ਜੀ। ਬਹੁਤ ਮਿਹਰਬਾਨੀ ਚੀਤਾ ਸਾਹਿਬ, ਥੈਂਕ ਯੂ ਜੀ। ਤੇ ਇਹ ਕਥੂਰੀਆ ਸਾਹਿਬ ਨੇ ਬੜਾ ਵਧੀਆ ਉਦਮ ਕੀਤਾ ਆ। ਬਿਲਕੁਲ, ਉਸ ਹਾਲ ਦਾ ਉਹ ਕੁਝ ਚਾਰਜ ਨਹੀਂ ਕਰਦੇ, ਫ੍ਰੀ ਆਫ ਕਾਸਟ ਜਿਹੜੀ ਉਹ ਸੇਵਾ ਕਰਦੇ ਆ। ਤੁਸੀਂ ਚੀਤਾ ਸਾਹਿਬ ਸਾਡੇ ਪ੍ਰੋਗਰਾਮ 'ਚ ਅੱਜ ਆਏ ਹੋ, ਅਸੀਂ ਤੁਹਾਡੇ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੇ ਬਾਰੇ, ਆਪਣੇ ਪੰਥ ਬਾਰੇ, ਸਾਹਿਤ ਬਾਰੇ, ਭਾਈਚਾਰੇ ਬਾਰੇ ਗੱਲਾਂ ਕੀਤੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮੇਰੇ ਵੀ ਧੰਨਵਾਦ, ਔਰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਵੀ ਬਹੁਤ ਬਹੁਤ ਪਿਆਰੇ ਦਰਸ਼ਕੋ, ਇਹ ਸਨ ਸਰਦਾਰ
ਹਰਦਿਆਲ ਸਿੰਘ ਚੀਤਾ, ਜਿਨ੍ਹਾਂ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ। ਤੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਹੋਰ ਰੰਗ ਲੈ ਕੇ ਹਾਜ਼ਰ ਹੋਵਾਂਗੇ, ਤੇ ਤਦ ਤੱਕ ਤੁਹਾਡੇ ਕੋਲੋਂ ਆਗਿਆ ਚਾਹੁੰਦੇ ਹਾਂ।